ਹਾਂਜੀ ਤੇ ਐਵਰੀ ਸੰਡੇ ਮਿਲਦੇ ਆਪਾਂ, ਐਵਰੀ ਸੈਕਿੰਡ ਸੰਡੇ ਮਿਲਦੇ ਆ 8 ਤੋਂ ਲੈ ਕੇ 9 ਵਜੇ ਤਾਈਂ। ਤੇ ਅੱਜ ਸਾਡੇ ਨਾਲ ਹੈਗੇ ਡਾਕਟਰ ਯਾਸਮੀਨ ਦਿਓਲ, ਜਿਹੜੇ ਕਿ ਸਾਈਕੈਟਰੀ ਰੈਜ਼ੀਡੈਂਟ ਹੈ ਨਿਊਯਾਰਕ ਦੇ ਵਿੱਚ। ਇਹਨਾਂ ਨਾਲ ਆਪਾਂ ਸਬਜੈਕਟ ਹੈਗਾ ਮੈਂਟਲ ਹੈਲਥ ਐਂਡ ਸਟ੍ਰੈਸ ਮੈਨੇਜਮੈਂਟ। ਸੋ ਮਕਸਦ ਇਹੀ ਹੈ ਕਿ ਸਾਡੀ ਕਮਿਊਨਿਟੀ 'ਚ ਸਾਰੇ ਜਾਣੇ ਹੈਲਥੀ ਰਹਿਣ, ਸਟਰੋਂਗ ਰਹਿਣ ਮੈਂਟਲੀ ਐਂਡ ਫਿਜ਼ੀਕਲੀ। ਸੋ ਕਿਸੇ ਨੂੰ ਪ੍ਰੋਬਲਮ ਨਾ ਆਵੇ, ਉਹਦੇ ਵਾਸਤੇ ਹੀ ਅਸੀਂ ਗੱਲ ਕਰਾਂਗੇ ਵੀ ਬੀ ਪ੍ਰੋਐਕਟਿਵ ਸਾਈਡ ਤੇ, ਤਾਂ ਕਿ ਕਿਵੇਂ ਆਪਣੇ ਆਪ ਨੂੰ ਤੁਸੀਂ ਸਟਰੋਂਗ ਰੱਖ ਸਕਦੇ ਹੋ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਸਟ੍ਰੈਸ ਮੈਨੇਜਮੈਂਟ ਤੇ ਕੁਝ ਬੋਲਣਾ ਚਾਹੁੰਦੀ ਸੀਗੀ। ਅੱਜ ਪਿਛਲਾ ਸਾਲ ਸਾਡਾ ਕਾਫੀ ਸਟ੍ਰੈਸ ਵਾਲਾ ਰਿਹਾ, ਸਪੈਸ਼ਲੀ ਕੋਵਿਡ ਕਰਕੇ। ਕਾਫੀ ਸਟ੍ਰੈਸ ਵਾਲੀਆਂ ਚੀਜ਼ਾਂ ਹੋਈਆਂ ਆਸ-ਪਾਸ, ਵਰਕ ਫਰਮ ਹੋਮ, ਕਾਫੀ ਚੀਜ਼ਾਂ ਚੇਂਜ ਹੋਈਆਂ ਜਿਹਦੇ ਕਰਕੇ ਅਸੀਂ ਸਟ੍ਰੈਸ 'ਚ ਰਹਿ ਸਕਦੇ ਹਾਂ। ਸੋ ਸਮ ਆਫ ਦ ਚੀਜ਼ਾਂ ਸਭ ਤੋਂ ਪਹਿਲਾਂ ਮੈਂ ਸ਼ੁਰੂ ਕਰਨਾ ਚਾਹੁੰਦੀ ਹਾਂ ਇਹ ਤੋਂ ਕਿ ਸਟ੍ਰੈਸ ਹੁੰਦਾ ਕੀ ਹੈ। ਹਾਂਜੀ ਸੋ ਅਸੀਂ ਇੱਥੋਂ ਸ਼ੁਰੂ ਕਰਾਂਗੇ what is stress, basically stress ਹੁੰਦਾ ਕੀ ਹੈ। ਬਿਫੋਰ ਆਈ ਸਟਾਰਟ ਮੈਂ ਕਹਿਣਾ ਚਾਹੁੰਦੀ ਹਾਂ ਸਭ ਨੂੰ, ਅਗਰ ਕੋਈ ਕਿਸੇ ਵੀ ਟਾਈਮ ਤੇ ਕੋਈ ਕੁਐਸਚਨ ਹੋਵੇ ਜਾਂ ਫਿਰ ਕੋਈ ਡਿਸਕਸ਼ਨ ਦਾ ਪੁਆਇੰਟ ਹੋਵੇ, ਤੁਸੀਂ ਵਿੱਚ ਤੁਸੀਂ ਵਿੱਚ ਮੈਨੂੰ ਟੋਕ ਕੇ ਵਿੱਚ ਬੰਦ ਕਰਕੇ ਅਸੀਂ ਡਿਸਕਸ ਕਰ ਸਕਦੇ ਹਾਂ ਹੋਰ ਚੀਜ਼ ਬਾਰੇ। ਸੋ ਸਟ੍ਰੈਸ ਕੀ ਹੁੰਦਾ? ਸਟ੍ਰੈਸ ਬੇਸਿਕਲੀ ਹੁੰਦਾ ਹੈ ਕਿ ਸਟ੍ਰੈਸ ਇੱਕ ਨਾਰਮਲ ਰਿਐਕਸ਼ਨ ਹੈ। ਸਭ ਤੋਂ ਪਹਿਲਾਂ ਤਾਂ ਸਾਡੀ ਬੋਡੀ ਦਾ ਇੱਕ ਨਾਰਮਲ ਰਿਐਕਸ਼ਨ ਹੁੰਦਾ ਸਟ੍ਰੈਸ। ਸਟ੍ਰੈਸ ਸਾਡੇ ਬ੍ਰੇਨ 'ਚ ਇੱਕ ਆਰਗਨ ਹੁੰਦਾ ਜਿਹਨੂੰ ਅਸੀਂ ਐਮਿਗਡਲਾ ਕਹਿੰਦੇ ਆ। ਉਹ ਬੇਸਿਕਲੀ ਕੋਈ ਵੀ ਥ੍ਰੈਟ ਅਗਰ ਉਹਨੂੰ ਲੱਗਦਾ ਹੈ ਕਿ ਕੋਈ ਡੇਂਜਰ ਹੈਗਾ ਸਾਡੇ ਬੋਡੀ ਦੇ ਜਾਂ ਮਾਈਂਡ ਦੇ ਅਗੇਂਸਟ, ਤਾਂ ਸਾਡੀ ਮਾਈਂਡ 'ਚੋਂ ਹਾਰਮੋਨਸ ਔਰ ਕੈਮੀਕਲਸ ਨਿਕਲਦੇ ਨੇ ਜਿਹਦੇ ਕਰਕੇ, ਜਿਹਨੂੰ ਅਸੀਂ ਸਟ੍ਰੈਸ ਕਹਿੰਦੇ ਆ, ਸਟ੍ਰੈਸ ਰਿਸਪੌਂਸ ਨਿਕਲਦਾ ਬੇਸਿਕਲੀ। ਸੋ ਉਹਨੂੰ ਅਸੀਂ ਕਹਿੰਦੇ ਆ ਫਾਈਟ ਔਰ ਫਲਾਈਟ। ਬੇਸਿਕਲੀ ਸਾਡੀ ਬੋਡੀ ਜਾਂ ਫਿਰ ਇੱਕ ਤਾਂ ਭੱਜਦੀ ਹੈ ਉਸ ਤੋਂ ਔਰ ਫਾਈਟ ਕਰਦੀ ਹੈ, ਔਰ ਫਲਾਈਟ ਕਰਦੀ ਹੈ। ਸੋ ਫਾਈਟ ਲੜਦੀ ਹੈ ਉਹਦੇ ਨਾਲ, ਐਂਡ ਫਲਾਈਟ ਮਤਲਬ ਕਿ ਅਫਕੋਰਸ ਉਹ ਰਨ ਕਰਦੀ ਹੈ ਉਸ ਸਿਚੁਏਸ਼ਨ ਤੋਂ। ਸੋ ਇਹ ਜਿਹੜਾ ਸਟ੍ਰੈਸ ਰਿਸਪੌਂਸ ਹੈ, ਇਹ ਸਾਡੀ ਬੋਡੀ ਦਾ ਇੱਕ ਨਾਰਮਲ ਰਿਐਕਸ਼ਨ ਹੁੰਦਾ। ਸੋ ਬੇਸਿਕਲੀ ਸਾਡਾ ਮਾਈਂਡ ਸਾਨੂੰ ਹਮੇਸ਼ਾ ਪ੍ਰੋਟੈਕਟ ਕਰਨਾ ਚਾਹੁੰਦਾ, ਹਮੇਸ਼ਾ ਓਵਰ ਪ੍ਰੋਟੈਕਟਿਵ ਹੁੰਦਾ। ਸੋ ਕਈ ਵਾਰੀ ਇੰਨੀ ਗੱਲ ਨਹੀਂ ਹੁੰਦੀ, ਬਟ ਸਾਡਾ ਸਟ੍ਰੈਸ ਰਿਐਕਸ਼ਨ ਬਹੁਤ ਜ਼ਿਆਦਾ ਹੁੰਦਾ। ਸੋ ਅਸੀਂ ਨਾਰਮਲੀ, ਜਿਵੇਂ ਅਸੀਂ ਇੱਕ ਛੋਟੇ ਬੱਚੇ ਨੂੰ ਅਗਰ ਅਸੀਂ ਦੇਖੀਏ, ਛੋਟਾ ਬੱਚਾ ਲਾਊਡ ਨੋਇਜ਼ਸ ਤੋਂ ਡਰਦਾ, ਕੋਈ ਵੀ ਛੋਟੀ ਚੀਜ਼ ਹੋਵੇ ਉਹ ਤੋਂ ਡਰਦਾ, ਬਟ ਉਹ ਇਵੈਂਚੁਅਲੀ ਜਿਵੇਂ ਜਿਵੇਂ ਅਸੀਂ ਵੱਡੇ ਹੁੰਦੇ ਆ, ਅਸੀਂ ਉਹਨੂੰ ਲਰਨ ਕਰਦੇ ਹਾਂ ਐਕਸਪੀਰੀਐਂਸਿਸ ਨੂੰ ਕਿ ਇੰਨੀਆਂ ਡਰਨ ਵਾਲੀ ਸਿਚੁਏਸ਼ਨਸ ਨਹੀਂ ਹੈਗੀਆਂ। ਸੋ ਇਹ ਸਾਰਾ ਹੁੰਦਾ ਸਟ੍ਰੈਸ ਰਿਐਕਸ਼ਨ। ਸਟ੍ਰੈਸ ਅਗਰ ਤੁਹਾਨੂੰ ਕਦੇ ਹੋਵੇ ਸਟ੍ਰੈਸ, ਉਦੋਂ ਤੱਕ ਨਾਰਮਲ ਹੁੰਦਾ। ਬਟ ਅੱਜ ਕੱਲ ਦੀ ਸਾਡੀ ਮਾਡਰਨ ਲਾਈਫ ਇੰਨੀ ਜ਼ਿਆਦਾ ਸਟ੍ਰੈਸਫੁਲ ਹੋ ਗਈ ਹੈ ਕਿ ਅਸੀਂ ਡੇਲੀ ਸਟ੍ਰੈਸ 'ਚ ਹੁੰਦੇ ਹਾਂ। ਸੋ ਜਿਹੜਾ ਡੇਲੀ ਸਟ੍ਰੈਸ ਹੁੰਦਾ, ਹਰ ਮਿੰਟ ਹਰ ਆਵਰ ਸਾਡੇ ਕੋਲ ਬਹੁਤ ਜ਼ਿਆਦਾ ਸਟ੍ਰੈਸ ਵਾਲੀਆਂ ਚੀਜ਼ਾਂ ਹੁੰਦੀਆਂ। ਸਟ੍ਰੈਸ ਕੰਮ ਤੇ ਹੁੰਦਾ, ਸਟ੍ਰੈਸ ਕੰਮ ਤੇ ਘਰ ਹੁੰਦਾ। ਸੋ ਕਾਫੀ ਜ਼ਿਆਦਾ ਸਟ੍ਰੈਸਫੁਲ ਚੀਜ਼ਾਂ ਹੁੰਦੀਆਂ ਜਿਹਦੇ ਕਰਕੇ ਸਾਡੀ ਬੋਡੀ ਇੱਕ ਅਸੀਂ ਕਹਿੰਦੇ ਕ੍ਰੋਨਿਕ ਸਟ੍ਰੈਸ 'ਚ ਰਹਿੰਦੀ ਹੈ। ਇਟਸ ਨਾਟ ਕਿ ਐਪੀਸੋਡ 'ਚ ਆਉਂਦਾ ਸਟ੍ਰੈਸ, ਅਸੀਂ ਰਹਿੰਦੇ ਹੀ ਸਟ੍ਰੈਸ 'ਚ ਆ, ਸਾਡੀ ਸਟ੍ਰੈਸਫੁਲ ਲਾਈਫ ਹੋ ਗਈ ਹੈ। ਸੋ ਉਹਦੇ ਕਰਕੇ ਕੀ ਹੁੰਦਾ ਕਿ ਜਿਹੜੇ ਇਹ ਕੈਮੀਕਲਸ ਨਿਕਲਦੇ ਨੇ, ਇਹ ਨਿਕਲਦੇ ਰਹਿੰਦੇ ਨੇ ਸਾਡੀ ਬੋਡੀ 'ਚੋਂ। ਸੋ ਜਿਹਦੇ ਕਰਕੇ ਸਾਨੂੰ, ਤੁਸੀਂ ਸੁਣਿਆ ਹੋਏਗਾ ਕਿ ਕਾਫੀ ਜ਼ਿਆਦਾ ਸਾਡੀ ਫਿਜ਼ੀਕਲ ਇਲਨੈਸ ਲਈ ਕਾਜ਼ ਹੁੰਦਾ ਸਟ੍ਰੈਸ। ਤੁਸੀਂ ਸੁਣਿਆ ਹੋਏਗਾ ਸਟ੍ਰੈਸ ਅਲਸਰਸ ਹੁੰਦੇ ਨੇ, ਤੁਹਾਡੇ ਸਟਮਕ ਅਲਸਰਸ ਹੋ ਸਕਦੇ ਨੇ ਸਟ੍ਰੈਸ ਕਰਕੇ, ਜਿਹਨੂੰ ਅਸੀਂ ਸਟ੍ਰੈਸ ਅਲਸਰ ਕਹਿੰਦੇ ਆ। ਟੈਨਸ਼ਨ ਹੈਡੇਕਸ ਹੁੰਦੇ ਨੇ, ਜਿਹਦਾ ਕੋਈ ਕਾਜ਼ ਨਹੀਂ ਹੁੰਦਾ, ਜਸਟ ਸਟ੍ਰੈਸ ਕਰਕੇ ਟੈਨਸ਼ਨ ਹੈਡੇਕਸ ਹੁੰਦੇ, ਸਿਰ ਦਰਦ ਹੁੰਦਾ ਬਹੁਤ ਜ਼ਿਆਦਾ। ਬਲੱਡ ਪ੍ਰੈਸ਼ਰ ਵੱਧਦਾ ਕਈ ਲੋਕਾਂ ਦਾ, ਕਈ ਹੋਰ ਕੋਈ ਕਾਜ਼ ਨਹੀਂ ਹੁੰਦਾ, ਹੈਲਦੀ ਖਾਂਦੇ ਨੇ, ਸਭ ਕੁਝ ਹੈ, ਬਸ ਸਟ੍ਰੈਸ ਕਰਕੇ ਬਲੱਡ ਪ੍ਰੈਸ਼ਰ ਵੱਧਦਾ। ਸੋ ਉਹ ਉਸ ਟਾਈਮ ਉਦੋਂ ਤੱਕ ਨੌਬਤ ਨਾ ਆਵੇ, ਇਸ ਲਈ ਅਸੀਂ ਪਹਿਲਾਂ ਹੀ ਆਪਣੀ ਲਾਈਫ 'ਚ ਕੁਝ ਐਵੇਂ ਦੀਆਂ ਚੀਜ਼ਾਂ ਕਰ ਸਕਦੇ ਹਾਂ ਜਿਹਦੇ ਕਰਕੇ ਸਟ੍ਰੈਸ ਥੋੜਾ ਘੱਟ ਜਾਵੇ, ਜਾਂ ਫਿਰ ਐਟਲੀਸਟ ਮੈਨੇਜ ਕਰ ਪਾਈਏ ਅਸੀਂ ਸਟ੍ਰੈਸ ਨੂੰ। ਸੋ ਉਹ ਅਸੀਂ ਥੋੜਾ ਜਿਹਾ ਜ਼ਿਆਦਾ ਡਿਟੇਲ 'ਚ ਅਸੀਂ ਜਾਵਾਂਗੇ ਉਸ ਬਾਰੇ। ਹਾਂਜੀ। ਸੋ ਸਭ ਤੋਂ ਪਹਿਲਾਂ ਡਾਕਟਰ ਦੱਸਿਆ ਕਿ ਤੇ ਸਟ੍ਰੈਸ ਨਾਲ ਦੱਸਿਆ ਕਿ ਬੀਪੀ ਹੋ ਸਕਦਾ, ਸ਼ੂਗਰ ਵੀ ਹੋ ਸਕਦਾ, ਹਾਰਟ ਡਿਸੀਜ਼ ਵੀ ਹੋ ਸਕਦੀਆਂ ਤੇ ਅਲਸਰ ਤੱਕ ਹੋ ਸਕਦੇ ਆ। ਇਹ ਬਹੁਤ ਖਤਰਨਾਕ ਚੀਜ਼ ਹੈ, ਮੈਨੂੰ ਲੱਗਿਆ, ਮੈਨੂੰ ਮਹਿਸੂਸ ਹੋ ਰਿਹਾ ਤੁਹਾਡੀ ਗੱਲਾਂ ਤੋਂ। ਹਾਂਜੀ ਹਾਂਜੀ। ਸੋ ਅਸੀਂ ਕਈ ਚੀਜ਼ਾਂ ਹੁੰਦੀਆਂ ਜਿਵੇਂ ਸਟ੍ਰੈਸ ਨੂੰ ਡੀਲ ਕਰਨ ਦੇ, ਸਭ ਤੋਂ ਪਹਿਲਾਂ ਮੈਂ ਦੱਸੂਗੀ ਅਨਹੈਲਦੀ ਚੀਜ਼ਾਂ ਕੀ ਹੁੰਦੀਆਂ ਨੇ, ਕਿ ਅਨਹੈਲਦੀ ਵੇਜ਼ ਸਟ੍ਰੈਸ ਲਈ ਮੋਸਟਲੀ ਅਸੀਂ ਇਨਕੋਰਪੋਰੇਟ ਕਰ ਲੈਂਦੇ ਹਾਂ ਆਪਣੀ ਲਾਈਫ 'ਚ, ਬਟ ਉਹ ਅਨਹੈਲਦੀ ਚੀਜ਼ਾਂ ਹੁੰਦੀਆਂ ਨੇ।
ਸਭ ਤੋਂ ਪਹਿਲਾਂ ਹੁੰਦਾ ਹੈ ਕਿ ਅਸੀਂ ਓਵਰ ਈਟਿੰਗ ਕਰਦੇ ਹਾਂ ਬਹੁਤ ਜ਼ਿਆਦਾ, ਅਸੀਂ ਖਾਣ ਪੀਣ ਜ਼ਿਆਦਾ ਲੱਗ ਜਾਂਦੇ ਹਾਂ, ਜਾਂ ਫਿਰ ਅਸੀਂ ਬਿਲਕੁਲ ਹੀ ਘਟਾ ਦਿੰਦੇ ਹਾਂ, ਬਿਲਕੁਲ ਹੀ ਨਹੀਂ ਖਾਂਦੇ, ਕੁਝ ਵੀ ਨਹੀਂ ਖਾਣਾ ਪੀਣਾ ਛੱਡ ਦਿੰਦੇ ਹਾਂ। ਸਾਨੂੰ ਇਹ ਲੱਗਦਾ ਉਹ ਅਸੀਂ ਬਹੁਤ ਬਿਜ਼ੀ ਆ, ਖਾਣ ਪੀਣ ਦਾ ਕਿੱਥੇ ਸਾਡੇ ਕੋਲ ਟਾਈਮ ਹੈ, ਸੋ ਅਸੀਂ ਇਹ ਚੀਜ਼ਾਂ ਕਰਦੇ ਹਾਂ। ਸੈਕੰਡ ਚੀਜ਼ ਹੈ ਅਸੀਂ ਆਪਣੇ ਫੈਮਿਲੀ ਔਰ ਫਰੈਂਡਸ ਨਾਲ ਗੱਲਾਂ ਕਰਨੀਆਂ ਬੰਦ ਕਰ ਦਿੰਦੇ ਹਾਂ, ਅਸੀਂ ਕਹਿੰਦੇ ਸਾਡੇ ਕੋਲ ਨਹੀਂ ਟਾਈਮ ਹੈਗਾ ਬੈਠਣ ਦਾ, ਅਸੀਂ ਬਹੁਤ ਬਿਜ਼ੀ ਹੈਗੇ ਆ। ਹੋਰ ਹੋ ਸਕਦਾ ਅਸੀਂ ਕੀ ਕਰਦੇ ਹਾਂ, ਅਸੀਂ ਸੌਂਦੇ ਆ ਬਹੁਤ ਜ਼ਿਆਦਾ ਜਾਂ ਬਿਲਕੁਲ ਹੀ ਘੱਟ, ਸੋ ਇਹ ਵੀ ਸਾਡੀ ਸਲੀਪ ਅਫੈਕਟ ਹੁੰਦੀ ਹੈ। ਹੋਰ ਹੁੰਦਾ ਹੈ ਕਿ ਅਸੀਂ ਸਮੋਕਿੰਗ ਜਾਂ ਡਰੱਗਸ, ਕਈ ਲੋਕ ਜਿਹੜੇ ਨਹੀਂ ਕਰਦੇ ਜਾਂ ਤਾਂ ਉਹ ਪਿਕਅਪ ਕਰ ਲੈਂਦੇ ਨੇ ਉਸ ਚੀਜ਼ ਤੇ, ਜਾਂ ਫਿਰ ਇਨਕਰੀਜ਼ ਹੋ ਜਾਂਦੀ ਹੈ ਉਹ ਚੀਜ਼। ਅਲੱਗ ਚੀਜ਼ ਨੈਕਸਟ ਚੀਜ਼ ਹੁੰਦੀ ਹੈ ਐਲਕੋਹਲ, ਆਫ ਕੋਰਸ ਐਲਕੋਹਲ, ਜਾਂ ਤਾਂ ਹੁੰਦਾ ਹੈ ਕਿ ਅਸੀਂ ਬਹੁਤ ਸਟ੍ਰੈਸ ਚ ਆ, ਚਲੋ ਕਈ ਐਲਕੋਹਲ ਵੱਲ ਜਾਂਦੇ ਨੇ ਜਾਂ ਸਟਾਰਟ ਕਰਦੇ ਨੇ, ਜਾਂ ਫਿਰ ਉਹਨਾਂ ਦੀ ਪਹਿਲਾਂ ਨਾਲੋਂ ਇਨਕਰੀਜ਼ ਹੋ ਜਾਂਦੀ ਹੈ। ਨੈਕਸਟ ਹੁੰਦਾ ਅਸੀਂ ਟੀਵੀ ਜਾਂ ਕੰਪਿਊਟਰ ਦੇ ਅੱਗੇ ਬੈਠੇ ਰਹਿੰਦੇ ਆ, ਬਹੁਤ ਜ਼ਿਆਦਾ ਟਾਈਮ ਬਿਤਾਉਂਦੇ ਆ ਉਹਦੇ ਅੱਗੇ, ਸੋ ਇਹ ਵੀ ਅਨਹੈਲਦੀ ਹੁੰਦਾ ਹੈ। ਅਸੀਂ ਜ਼ੋਨ ਆਊਟ ਹੋ ਜਾਂਦੇ ਆ ਕਿ ਉਹ ਇਟਸ ਅਸੀਂ ਕੁਝ ਕਰ ਨਹੀਂ ਰਹੇ ਹੈਗੇ, ਟੀਵੀ ਤੇ ਕੁਝ ਦੇਖ ਵੀ ਨਹੀਂ ਰਹੇ, ਬਸ ਬੈਠੇ ਆ, ਸਟ੍ਰੈਸ ਨੂੰ ਡੀਲ ਨਹੀਂ ਕਰਨਾ ਚਾਹੁੰਦੇ, ਉਹਨੂੰ ਕੋਪ ਨਹੀਂ ਕਰਨਾ ਚਾਹੁੰਦੇ, ਬਸ ਇੱਕ ਜਗ੍ਹਾ ਬੈਠੇ ਆ, ਸੋ ਉਹ ਵੀ ਇੱਕ ਅਨਹੈਲਦੀ ਵੇ ਹੈਗਾ। ਲਾਸਟ ਹੁੰਦਾ ਹੈ ਕਿ ਅਸੀਂ ਸਾਈਕੋਲੋਜੀਕਲੀ ਉਹਨੂੰ ਕਹਿੰਦੇ ਆ ਡਿਸਪਲੇਸਮੈਂਟ। ਬੇਸਿਕਲੀ ਅਸੀਂ ਆਪਣਾ ਸਟ੍ਰੈਸ, ਆਪਣਾ ਫਰਸਟ੍ਰੇਸ਼ਨ, ਐਂਗਰ ਕਿਸੇ ਹੋਰ ਤੇ ਕੱਢਦੇ ਆ। ਜਿਵੇਂ ਅਗਰ ਸਾਨੂੰ ਕੰਮ ਤੇ ਕੁਝ ਨਹੀਂ ਹੋ ਰਿਹਾ, ਕੋਈ ਅਸਾਈਨਮੈਂਟਸ ਹੋ ਰਹੀਆਂ, ਤਾਂ ਅਸੀਂ ਘਰ ਆ ਕੇ ਕਿਸੇ ਤੇ ਕੱਢਦੇ ਆ, ਆਪਣੇ ਬੱਚਿਆਂ ਤੇ, ਆਪਣੀ ਸਪਾਊਸ ਤੇ, ਕਿਸੇ ਤੇ ਵੀ ਅਸੀਂ ਉਹ ਐਂਗਰ ਫਰਸਟ੍ਰੇਸ਼ਨ ਉਹਨਾਂ ਤੇ ਕੱਢਦੇ ਆ, ਜਾਂ ਫਿਰ ਗੁੱਸਾ ਕਰਕੇ, ਜਾਂ ਫਿਰ ਕਈ ਵਾਰ ਬਹੁਤ ਹੀ ਜ਼ਿਆਦਾ ਵਿਗੜ ਜਾਂਦੀ ਹੈ ਤੇ ਗੱਲ ਹੱਥ ਵਗੈਰਾ ਵੀ ਚੱਕ ਹੋ ਜਾਂਦਾ। ਤੁਸੀਂ ਸਟੋਰੀ ਸੁਣੀਆਂ ਹੋਣੀਆਂ, ਇਟਸ ਐਕਸਪੀਰੀਅੰਸ ਤੇ ਗੱਲ ਹੈ। ਸੋ ਇਹ ਸਾਰੇ ਅਨਹੈਲਦੀ ਵੇਜ਼ ਨੇ ਸਟ੍ਰੈਸ ਨੂੰ ਡੀਲ ਕਰਨ ਲਈ। ਸੋ ਹੁਣ ਤੱਕ ਕਿਸੇ ਨੇ ਕੁਝ ਕੰਟਰੀਬਿਊਟ ਕਰਨਾ ਹੋਵੇ ਜਾਂ ਫਿਰ ਐਕਸਪੀਰੀਅੰਸ ਸ਼ੇਅਰ ਕਰਨਾ ਹੋਵੇ ਤਾਂ ਕਰ ਸਕਦੇ ਆ, ਨਹੀਂ ਤਾਂ ਫਿਰ ਅੱਗੇ ਅਸੀਂ ਵੀ ਕੈਨ ਸਟਾਰਟ ਡਿਸਕਸਿੰਗ ਕਿ ਹੈਲਦੀ ਤਰੀਕੇ ਕੀ ਹੋ ਸਕਦੇ ਨੇ। ਹਾਂਜੀ ਇੰਦਰ ਭਾਜੀ, ਕੋਈ ਕੁਐਸਚਨ ਹੋਵੇ ਤੁਹਾਡਾ? ਕੁਐਸਚਨ ਨਹੀਂ ਹੈਗਾ, ਆਈ ਬੀਨ ਥਰੂ ਸਟ੍ਰੈਸ, ਤੇ ਇਸ ਲਈ I mean, ਮੈਂ ਥੋੜੀ ਜਿਹੀ ਇਨਫੋਰਮੇਸ਼ਨ ਦੇਣਾ ਚਾਹੁੰਦਾ which will help other people, ਠੀਕ ਹੈ ਨਹੀਂ? ਹਾਂਜੀ। ਤੇ ਮੈਂ I'm just going to tell you what happened. ਦੋ ਵਾਰੀ ਮੈਂ it was in stress, ਮੈਂ actually deeply ਚਲ ਗਿਆ ਸਾ, beyond stress I went into a depression 2 times. Okay. 2016 then I got better. ਤੇ ਉਸ ਤੋਂ ਬਾਅਦ about like 2 years ago ਫਿਰ ਉਹੀ ਹੋ ਗਿਆ। ਤੇ ਹੋਇਆ ਸੀ mainly it was like the stress. ਤੇ I think ਤੇ main problem ਇਹ ਸੀ, they were giving me medication, ਜਿਹੜੀ ਮੈਨੂੰ medication ਦਿੰਦੇ ਸੀਗੇ ਨਾ, ਮੇਰੀ stomach ਜੋ ਸੀ ਨਾ, that was so sensitive. ਤੇ ਕੋਈ ਵੀ ਦਵਾਈ ਉਹ ਚੇਂਜ ਕਰ ਦਿੰਦੇ ਸੀਗੇ, ਚੇਂਜ ਕਰਨਾ ਹੁਣ my own experience, it was a really bad experience, ਉਹ ਹਫ਼ਤੇ ਬਾਅਦ ਚੇਂਜ ਕਰ ਦਿੰਦੇ ਸੀਗੇ। ਜਦੋਂ ਉਹ ਮੈਨੂੰ ਦਵਾਈ ਦਿੰਦੇ ਸੀਗੇ ਨਾ, ਤੇ ਮੇਰਾ ਬੁਰਾ ਹਾਲ ਹੋ ਜਾਂਦਾ ਸੀਗਾ, ਚਾਹੇ ਤਾਂ ਮੈਂ ਸੁੱਤਾ ਪਿਆ ਰਹਿੰਦਾ ਹੁੰਦਾ ਸੀ, ਉੱਠਣਾ ਹੀ ਨਹੀਂ ਤੇ ਇਮੈਜਿਨ ਕਿ ਜਦੋਂ ਤੁਸੀਂ ਉਸ ਪੋਜੀਸ਼ਨ ਚਲ ਜਾਂਦੇ ਆ, ਤੁਹਾਡਾ ਕੀ ਹਾਲ ਹੁੰਦਾ। ਫਿਰ ਤੁਸੀਂ ਕੀ ਸੋਚਣ ਲੱਗ ਪੈਂਦੇ ਆ, ਤੁਸੀਂ ਸੋਚਦੇ ਆ ਕਿ ਇਹਦੇ ਨਾਲੋਂ ਲਾਈਫ ਵੀ ਬੈਟਰ ਨਾਟ, ਮਤਲਬ ਕਿ ਲਾਈਫ ਨੂੰ ਯੂ ਡੋਨਟ ਲਾਈਕ ਦ ਲਾਈਫ, ਰਾਈਟ? ਠੀਕ ਹੈ ਕਿ ਨਹੀਂ? ਤੇ ਉਹ ਤੋਂ ਬਾਅਦ ਤੁਸੀਂ ਇਹ ਕਰਦੇ ਹੈਗੇ ਆ, ਉਧਰ ਨੂੰ ਤੁਹਾਡੀਆਂ ਥੋਟਸ ਜਾਣ ਲੱਗ ਪੈਂਦੀਆਂ ਕਿ ਜ਼ਿੰਦਗੀ ਕੁਛ ਨਹੀਂ ਹੈਗੀ। ਇੱਥੇ ਤੱਕ ਵੀ ਕਿ ਮੈਂ I thought of myself like hurting myself, ਨਾ ਕਿ ਜ਼ਿੰਦਗੀ ਨੂੰ ਖਤਮ ਕਰ ਦਿੱਤਾ ਜਾਵੇ, ਰਾਈਟ? ਤੇ I'm going to make it really short ਕਿ ਹੋਇਆ ਕਿ ਦੋ ਤਿੰਨ ਡਾਕਟਰਾਂ ਦੇ ਥਰੂ ਗਿਆ। The final doctor that I have to go see him every 3 months. ਉਹਨਾਂ ਨੇ ਮੈਨੂੰ ਕੀ ਦਿੱਤਾ ਨਾ, ਉਹ ਪੈਚ ਦਿੱਤਾ ਹੁਣ, ਰਾਈਟ? It's a medication, ਉਹ ਹੁਣ ਮੈਂ every day I put it on my shoulder, either on this side, switch around. ਤੇ ਉਹਦੇ ਚ ਮੈਡੀਕੇਸ਼ਨ ਹੈ, ਉਹ ਮੈਡੀਕੇਸ਼ਨ ਮੇਰੇ ਸਿਸਟਮ 'ਚ ਜਾਂਦੀ ਹੈਗੀ ਆ, instead of going to my stomach, ਠੀਕ ਹੈ ਨਹੀਂ? ਪਹਿਲਾਂ ਜਦੋਂ ਮੇਰੇ ਉਹ ਮਤਲਬ ਕਿ ਦਵਾਈ ਸਟਮਕ ਜਾਂਦੀ ਸੀ ਮੈਨੂੰ, my stomach was bad already, ਤਾਂ ਮੇਰੇ ਕੋਲ ਸਾਰੀ ਨਹੀਂ ਸੀ ਜਾਂਦੀ। ਤੇ ਫਿਰ ਉਹ ਮਤਲਬ ਕਿ I like too much, I don't want to take too much of your time. ਸ਼ਾਇਦ if you have a question later on you can do that. ਤੇ ਫਿਰ make the long story short, ਤੇ finally ਉਹਨੇ ਨਾ ਮੈਨੂੰ ਪੈਚ ਦਿੱਤਾ। The patch cost about $2,000.
ਉਹਦਾ ਨਾਂ ਹੈਗਾ I don't know exactly the name. It's a simply clear patch. You put it over here. I might even have one like this. I'm supposed to change it now. It looks like this. Okay. So ਦੂਸਰੇ ਦਿਨ ਮੈਂ ਇੱਧਰ ਲਾ ਦੇਣਾ ਸ਼ਾਮ ਨੂੰ, right? This worked after 6 weeks. ਮੈਂ ਫਿਰ ਕਹਿੰਦਾ ਘਰੋਂ ਅਸੀਂ ਨਿਕਲਦਾ, I was home for like 2 months. No, I mean 1.5 year, almost 2 months, years. ਤੇ ਜਦੋਂ ਇਹ 6 ਹਫ਼ਤੇ ਤੋਂ ਬਾਅਦ ਆਪਣੇ ਆਪ ਇਹਨੇ ਕੰਮ ਕਰਨਾ ਸ਼ੁਰੂ ਕੀਤਾ, probably a chemical unbalance, ਤੇ ਉਹ ਤੋਂ ਬਾਅਦ ਮੇਰਾ ਫਿਰ ਦਿਲ ਕਰਦਾ ਸੀਗਾ ਕਿ ਮੈਂ ਘਰ ਬੈਠਾ ਕੀ ਕਰ ਰਿਹਾ। ਇੱਕ ਟਾਈਮ ਉਹ ਸੀ I did not even want to go out, ਜਦੋਂ ਮੇਰੇ ਦੇ ਵਿੱਚ ਕੋਈ I don't know ਕਿ ਕੀ ਚੀਜ਼ ਹੈਗੀ ਹੈ, ਜਦੋਂ ਮੇਰੇ 'ਚ ਐਨਰਜੀ ਆ ਗਈ, plus I did not have any energy, ਇੱਕ ਬਲਾਕ ਮੈਨੂੰ ਸੀ, ਮੈਂ ਤੁਰ ਸਕਦਾ ਹੈਗਾ। ਤੇ this thing worked, thank God. Hopefully ਉਹ ਕਹਿੰਦੇ ਨੇ ਕਿ should I have to use this forever. Okay. Hope. Thank you for sharing. ਹਾਂਜੀ, thank you. You are. ਹਾਂਜੀ, ਮੇਰਾ ਇੱਕ ਕੁਐਸਚਨ ਹੈਗਾ। ਹਾਂਜੀ ਹਾਂਜੀ, ਕਈ ਵਾਰੀ ਮੈਨੂੰ ਲੱਗਦਾ ਵੀ lot of people don't know they are in stress. So how you find out you are in stress? That's a very good question, actually. So ਹਰ ਬੰਦਾ ਦੀ stress reaction different ਹੁੰਦਾ। ਕਈ ਲੋਕ ਹੁੰਦੇ ਆ ਬਹੁਤ irritable ਹੋ ਜਾਂਦੇ ਨੇ, so that's one of the things ਜਿਹੜਾ behavior ਦੇ form ਚ ਆਉਂਦਾ। ਕਈ ਹੁੰਦਾ ਹੈ ਤੁਹਾਡਾ like stress ਕਰਕੇ ਤੁਹਾਡਾ heart rate race ਹੋਣ ਲੱਗ ਜਾਂਦਾ, ਤੁਹਾਨੂੰ ਐ ਲੱਗਦਾ ਤੁਸੀਂ ਬਹੁਤ anxious ਹੋ, ਉਹ ਹੋ ਸਕਦਾ ਇੱਕ ਸਾਈਨ। ਇੱਕ ਹੁੰਦਾ ਹੈ ਕਿ ਤੁਸੀਂ stress ਚ ਹੋ but like ਤੁਹਾਨੂੰ ਕੁਝ ਕਰਨ ਦਾ ਮਨ ਨਹੀਂ ਕਰ ਰਿਹਾ, ਤੁਹਾਡਾ behavior like you don't want to do anything, ਤੁਹਾਨੂੰ ਐ ਲੱਗਦਾ ਹੈ ਕਿ ਨਾ ਤੁਸੀਂ ਜਿਹੜਾ like ਤੁਹਾਡਾ normal ਤੋਂ behavior change ਹੋ ਸਕਦਾ ਹੈ। like ਅਗਰ even if you don't realize, ਤੁਹਾਡੇ ਆਸ-ਪਾਸ ਜਿਹੜੇ ਲੋਕ ਨੇ ਉਹ realize ਕਰਕੇ ਤੁਹਾਨੂੰ ਦੱਸ ਸਕਦੇ ਨੇ ਕਿ ਤੁਸੀਂ ਕਿਸੇ ਟੈਨਸ਼ਨ ਚੋਂ, ਤੁਸੀਂ notice ਕੀਤਾ ਹੋਏਗਾ, ਜਿਹੜੇ ਤੁਹਾਡੇ ਨਾਲ ਹੋਣਗੇ ਉਹ ਤੁਹਾਨੂੰ ਕਹਿਣਗੇ ਕਿ ਤੁਸੀਂ ਕਿਸੇ ਟੈਨਸ਼ਨ ਚੋਂ। so it is quite obvious like ਕਿ ਤੁਹਾਡੇ face ਤੋਂ ਦਿਖਦਾ ਹੈ ਕਿ ਤੁਸੀਂ ਕਿਸੇ stress ਚ ਹੈਗੇ ਹੋ। even like ਕਈ ਵਾਰ ਹੁੰਦਾ stress noticeable ਨਹੀਂ ਹੁੰਦਾ, minor stresses ਹੁੰਦੇ ਨੇ life ਚ, ਜਿਵੇਂ work ਚ ਹੁੰਦਾ, ਜਿਵੇਂ ਤੁਸੀਂ ਕੋਈ assignment ਬਣਾਉਣੀ ਹੈ, so ਤੁਹਾਨੂੰ ਉਹਦਾ stress ਹੈਗਾ, not ਇੰਨਾ stress ਨਹੀਂ ਹੈਗਾ ਕਿ ਤੁਹਾਡਾ ਸਿਰ ਦੁਖਣ ਲੱਗ ਜੇ ਜਾਂ ਫਿਰ ਤੁਹਾਡੀ like ਤੁਸੀਂ anxious feel ਕਰੋ, but ਉਹ ਥੋੜਾ ਬਹੁਤਾ stress ਹੁੰਦਾ ਹੈ life ਦਾ। so ਤੁਸੀਂ ਫਿਰ ਉਹਨੂੰ ਜਦ ਤੱਕ ਤੁਸੀਂ cope ਕਰ ਸਕਦੇ ਹੋ, ਤੁਹਾਨੂੰ ਨਹੀਂ ਪਤਾ ਲੱਗੇਗਾ ਕਿ ਤੁਸੀਂ stress ਚ ਵੀ ਹੈਗੇ ਹੋ। ਪਰ ਅਸੀਂ ਉਸ point ਤੋਂ ਬਚਾਉਣਾ ਆਪਣੇ ਆਪ ਨੂੰ ਕਿ ਤੁਹਾਡਾ ਸਟ੍ਰੈਸ ਹੌਲੀ ਹੌਲੀ ਇੰਨਾ ਜ਼ਿਆਦਾ ਨਾ ਵੱਜੇ ਜੋ ਕਿ ਜਿਵੇਂ ਤਾਂ ਕਿ ਤੁਸੀਂ ਡਿਪਰੈਸ਼ਨ ਚ ਨਾ ਚਲ ਜਾਓ ਬੇਸਿਕਲੀ। ਸੋ ਤੁਹਾਨੂੰ ਤਾਂ ਕਿ ਤੁਸੀਂ ਪ੍ਰੋਐਕਟਿਵਲੀ ਹੈਲਪ ਕਰ ਸਕੋ ਆਪਣੀ, ਸੋ ਤੁਸੀਂ ਥੋੜੀ ਬਹੁਤੀ ਚੀਜ਼ਾਂ ਆਪਣੀ ਡੇਲੀ ਲਾਈਫ ਚ ਇਨਕੋਰਪੋਰੇਟ ਕਰ ਸਕਦੇ ਹੋ ਤਾਂ ਕਿ ਤੁਸੀਂ ਇਵੈਂਚੁਅਲੀ ਤੁਹਾਡੀ ਫਿਜ਼ੀਕਲ ਇਫੈਕਟਸ ਨਾ ਦਿਖਣ। ਠੀਕ ਹੈ, ਹਾਂਜੀ ਨਹੀਂ ਇਹ ਬਿਲਕੁਲ ਸਹੀ, ਇਹੀ ਅੱਜ ਦਾ ਮਕਸਦ ਇਹੀ ਹੈ ਕਿ ਆਪਾਂ ਪ੍ਰੋਐਕਟਿਵ ਸਾਈਡ ਤੇ ਰਹਿਣਾ, ਕਿੱਦਾਂ ਆਪਾਂ ਅਵੋਇਡ ਕਰੀਏ ਤਾਂ ਕਿ ਸਟ੍ਰੈਸ ਹੋਵੇ ਹੀ ਨਾ। ਉਸ ਤਰੀਕੇ ਬਾਰੇ ਸਾਨੂੰ ਨੌਲੇਜ ਵੀ ਚਾਹੀਦੀ ਹੈ ਤਾਂ ਕਿ ਆਪਾਂ ਸਾਡੀ ਕਮਿਊਨਿਟੀ ਹੈਲਥੀ ਰਵੇ, ਮੈਂਟਲੀ ਐਂਡ ਫਿਜ਼ੀਕਲੀ ਸਟਰੋਂਗ ਰਹਿਣ। ਇਹਦੇ ਬਾਰੇ ਪ੍ਰੋਐਕਟਿਵ ਆਪਾਂ ਕੀ ਕਰ ਸਕਦੇ ਹਾਂ, ਇਸ ਪਾਸੇ ਵੀ ਮੈਂ ਚਾਹੁੰਦਾ ਕਿ ਜ਼ਿਆਦਾ ਕਰੀਏ। ਹਾਂਜੀ, ਸੋ ਮੈਂ ਉੱਥੋਂ ਸ਼ੁਰੂ ਕਰ ਸਕਦੀ ਹਾਂ ਐਕਚੁਅਲੀ। ਸੋ ਅਸੀਂ ਕਿਵੇਂ ਮੈਨੇਜ ਕਿਵੇਂ ਕਰ ਸਕਦੇ ਹਾਂ ਜਾਂ ਫਿਰ ਕੋਪ ਕਿਵੇਂ ਕਰ ਸਕਦੇ ਹਾਂ ਸਟ੍ਰੈਸ ਨਾਲ। ਸਭ ਤੋਂ ਪਹਿਲਾਂ ਦੋ ਚੀਜ਼ਾਂ ਹੋ ਸਕਦੀਆਂ ਨੇ, ਜਾਂ ਤਾਂ ਤੁਸੀਂ ਸਿਚੁਏਸ਼ਨ ਨੂੰ ਚੇਂਜ ਕਰੋ ਆਪਣੀ, ਜਾਂ ਫਿਰ ਦੂਜੀ ਹੈ ਕਿ ਤੁਸੀਂ ਆਪਣਾ ਰਿਐਕਸ਼ਨ ਬਦਲੋ ਸਿਚੁਏਸ਼ਨ ਦਾ। ਸੋ ਇਹਦੇ ਕਰਕੇ ਅਸੀਂ ਲਾਈਕ 4 A's ਹੁੰਦੇ ਨੇ ਮੋਸਟਲੀ ਲਾਈਕ ਜੋ ਤੁਸੀਂ ਅਜ਼ਮਾ ਸਕਦੇ ਹੋ। ਪਹਿਲੀ ਗੱਲ ਹੈ ਅਵੋਇਡ ਕਰ ਸਕਦੇ ਹੋ ਸਟ੍ਰੈਸਰ ਨੂੰ, ਜੋ ਵੀ ਤੁਹਾਡਾ ਮੇਨ ਸਟ੍ਰੈਸਰ ਹੈ ਤੁਸੀਂ ਉਹਨੂੰ ਅਵੋਇਡ ਕਰ ਸਕਦੇ ਹੋ। ਕਿਵੇਂ ਕਰ ਸਕਦੇ ਹੋ ਉਹਦੇ ਬਾਰੇ ਗੱਲ ਕਰ ਸਕਦੇ ਹਾਂ ਅੱਗੇ ਅਸੀਂ। ਇੱਕ ਹੋ ਸਕਦਾ ਤੁਸੀਂ ਆਲਟਰ ਕਰ ਸਕਦੇ ਹੋ, ਚੇਂਜ ਕਰ ਸਕਦੇ ਹੋ ਆਪਣੇ ਸਟ੍ਰੈਸਰ ਨੂੰ। ਸੋ ਅਵੋਇਡ, ਆਲਟਰ, ਫਿਰ ਅੱਗੇ 2 ਹੈਗੇ ਅਡੈਪਟ ਤੇ ਐਕਸੈਪਟ। ਅਸੀਂ ਇੱਕ ਬਾਰੇ ਗੱਲ ਕਰਾਂਗੇ। ਸੋ ਪਹਿਲਾ ਹੈ ਅਵੋਇਡ ਦ ਸਟ੍ਰੈਸਰ। ਉਹਦੇ ਚ ਕੀ ਹੋ ਸਕਦਾ, ਤੁਸੀਂ ਨੋ ਕਹਿਣਾ ਸਿੱਖੋ ਪਹਿਲਾਂ ਤਾਂ। ਲਾਈਕ ਕਿ ਤੁਸੀਂ ਤੁਹਾਨੂੰ ਆਪਣੀ ਲਿਮਿਟਸ ਪਤਾ ਹੋਣੀਆਂ ਚਾਹੀਦੀਆਂ ਕਿ ਤੁਸੀਂ ਇਸ ਤੋਂ ਜ਼ਿਆਦਾ ਕੰਮ ਨਹੀਂ ਕਰ ਸਕਦੇ ਜਾਂ ਫਿਰ ਤੁਸੀਂ ਇਸ ਤੋਂ ਜ਼ਿਆਦਾ ਕਿਸੇ ਨੂੰ ਆਪਣਾ ਟਾਈਮ ਨਹੀਂ ਦੇ ਸਕਦੇ। ਸੋ ਤੁਹਾਨੂੰ ਆਪਣੀ ਲਿਮਿਟਸ ਪਤਾ ਹੋਣੀਆਂ ਚਾਹੀਦੀਆਂ ਐਂਡ ਯੂ ਸ਼ੁਡ ਲਰਨ ਟੂ ਸੇ ਨੋ। ਨੋ ਇਜ਼ ਵੈਰੀ ਇੰਪੋਰਟੈਂਟ ਟੂ ਸੇ। ਅਸੀਂ ਹਮੇਸ਼ਾ ਇਹ ਨਹੀਂ ਕਹਿ ਸਕਦੇ ਕਿ ਅਗਰ ਕੋਈ ਸਾਨੂੰ ਟਾਈਮ ਦੇ ਰਿਹਾ ਤਾਂ ਸਾਨੂੰ ਵੀ ਉਨਾ ਹੀ ਟਾਈਮ ਦੇਣਾ ਪਏਗਾ। ਜ਼ਰੂਰੀ ਨਹੀਂ ਹੈ। ਤੁਸੀਂ ਆਪਣੇ ਟਾਈਮ ਕੰਸਟ੍ਰੇਂਟਸ ਦੇ ਹਿਸਾਬ ਨਾਲ ਆਪਣੀ ਫਿਜ਼ੀਕਲ ਜਿੰਨੇ ਤੁਸੀਂ ਦੇ ਸਕਦੇ ਹੋ ਟਾਈਮ ਬੇਸਿਕਲੀ ਤੁਸੀਂ ਉਨਾ ਹੀ। ਸੋ ਨੋ ਕਹਿਣਾ ਸਭ ਤੋਂ ਇੰਪੋਰਟੈਂਟ ਹੈ। ਸਭ ਤੋਂ ਸੈਕਿੰਡ ਗੱਲ ਹੈ ਤੁਸੀਂ ਪੀਪਲ ਨੂੰ ਅਵੋਇਡ ਕਰਨਾ ਸਿੱਖੋ।
ਕਿ ਜਿਹੜੇ ਪੀਪਲ ਤੁਹਾਨੂੰ ਸਟ੍ਰੈਸ ਦਿੰਦੇ ਨੇ, ਜਿਨ੍ਹਾਂ ਨੂੰ ਲੱਗਦਾ ਕਿ ਤੁਸੀਂ ਜਿਹਦੇ ਨਾਲ ਗੱਲ ਕਰਕੇ ਤੁਹਾਨੂੰ ਗੁੱਸਾ ਆ ਜਾਂਦਾ ਹੈ, ਜਾਂ ਫਿਰ ਤੁਸੀਂ ਇਰੀਟੇਬਲ ਹੋ ਜਾਂਦੇ ਹੋ, ਜਿਨ੍ਹਾਂ ਦੀਆਂ ਗੱਲਾਂ ਤੁਹਾਨੂੰ ਪਸੰਦ ਨਹੀਂ ਹੈਗੀਆਂ, ਜਿਹੜਾ ਤੁਹਾਨੂੰ ਲੱਗਦਾ ਜਿਹੜਾ ਤੁਹਾਨੂੰ ਗੁੱਸਾ ਕਰ ਸਕਦੇ ਨੇ, ਜਾਂ ਫਿਰ ਤੁਹਾਨੂੰ ਉਦਾਸ ਕਰ ਦਿੰਦੇ ਨੇ, ਤੁਹਾਡੀ ਸੈਲਫ ਰਿਸਪੈਕਟ ਨੂੰ ਹਰਟ ਕਰਦੇ ਨੇ, ਸੋ ਬੰਦਿਆਂ ਤੋਂ ਅਵੋਇਡ ਕਰਨਾ ਸਿੱਖੋ। ਉਸ ਬੰਦਾ ਤੇ ਸੋ ਕਈ ਵਾਰ ਹੁੰਦਾ ਹੈ ਰਿਲੇਸ਼ਨਸ਼ਿਪਸ ਕਾਫੀ ਨੀਅਰ ਦੇ ਵਾਲੇ ਹੁੰਦੇ ਨੇ, ਸੋ ਤੁਸੀਂ ਉਹਨਾਂ ਨੂੰ ਟੋਟਲੀ ਅਵੋਇਡ ਨਹੀਂ ਕਰ ਸਕਦੇ, ਬਟ ਤੁਸੀਂ ਜੋ ਕਰ ਸਕਦੇ ਹੋ ਇਹ ਕਰ ਸਕਦੇ ਹੋ ਕਿ ਤੁਸੀਂ ਉਹਨਾਂ ਨਾਲ ਟਾਈਮ ਥੋੜਾ ਘਟਾ ਸਕਦੇ ਹੋ। ਇਨਸਟੈਡ ਆਫ 2 ਘੰਟੇ ਉਹਨਾਂ ਨਾਲ ਰਹਿਣਾ, ਤੁਸੀਂ 15 ਮਿੰਟ ਰਹਿ ਸਕਦੇ ਹੋ, ਤਾਂ ਕਿ ਤੁਹਾਡੇ ਤੇ ਇਫੈਕਟ ਪੈਣਾ ਬੰਦ ਹੋਵੇ ਉਹਦਾ। ਹੋਰ ਕੀ ਹੋ ਸਕਦਾ, ਤੁਸੀਂ ਆਪਣੀ ਟੇਕ ਕੰਟਰੋਲ ਆਫ ਯੋਰ এনवायरमेंट, ਲਾਈਕ ਇਨ ਦ ਸੈਂਸ ਕਿ ਸਪੋਜ਼ ਕਰੋ ਤੁਸੀਂ ਸਵੇਰੇ ਉੱਠ ਕੇ ਨਿਊਜ਼ ਦੇਖਦੇ ਹੋ, ਠੀਕ ਹੈ, ਨਿਊਜ਼ ਚ ਇੰਨੀ ਜ਼ਿਆਦਾ ਲਾਈਕ ਜਿਵੇਂ ਕਿਤੇ ਵਾਰ ਹੋ ਰਹੀ ਹੈ, ਕਿਸੇ ਤੇ ਬੰਬਸ ਹੋ ਰਹੇ ਨੇ, ਲਾਈਕ ਸਮਨ ਗॉट, ਕਿਸੇ ਦਾ ਮਰਡਰ ਹੋ ਰਿਹਾ ਹੈ, ਅੱਜ ਕੱਲ ਕੋਵਿਡ ਦਾ ਇੰਨੀਆਂ ਜ਼ਿਆਦਾ ਡੈਥਸ ਹੋ ਰਹੀਆਂ। ਸੋ ਤੁਸੀਂ ਆਪਣਾ ਡੇ, ਜ਼ਰੂਰੀ ਨਹੀਂ ਹੈ ਤੁਸੀਂ ਸਟਾਰਟ ਉਵੇਂ ਕਰਨਾ ਹੈ ਉਹ ਸਾਰੀ ਨਿਊਜ਼ ਸੁਣ ਕੇ, ਜਾਂ ਫਿਰ ਤੁਸੀਂ ਐਂਡ ਉਵੇਂ ਕਰਨਾ ਹੈ ਸਾਰਾ ਟਾਈਮ ਨਿਊਜ਼ ਸੁਣ ਕੇ। ਤੁਸੀਂ ਮਿਡਲ ਆਫ ਦ ਡੇ ਚ ਕਰ ਸਕਦੇ ਹੋ ਆਪਣੀ ਨਿਊਜ਼ ਦਾ ਟਾਈਮ, ਜਿਹਦੇ ਕਰਕੇ ਤੁਹਾਨੂੰ ਸਟ੍ਰੈਸ ਲੈਵਲ ਸਵੇਰੇ ਔਰ ਰਾਤੀ ਸੌਣ ਵੇਲੇ ਨਾ ਹੋਵੇ, ਪਰ ਤੁਸੀਂ ਦੁਪਹਿਰ ਤੋਂ ਯੂ ਕੈਨ ਸਟੇ ਅਪਡੇਟਡ, ਬਟ ਜ਼ਰੂਰੀ ਨਹੀਂ ਹੈ ਕਿ ਤੁਸੀਂ ਮਾਰਨਿੰਗ ਟਾਈਮ ਜਾਂ ਈਵਨਿੰਗ ਟਾਈਮ ਸੁਣਨੀ ਹੈ ਨਿਊਜ਼। ਇੱਕ ਟਾਈਮ ਰੱਖ ਲਓ ਐਂਡ ਜੋ ਕਿ ਮਿਡਲ ਆਫ ਦ ਡੇ ਹੋਵੇ। ਹੋਰ ਹੋ ਸਕਦਾ ਹੈ ਮੇਬੀ ਤੁਹਾਨੂੰ ਗਰੋਸਰੀ ਜਾਣਾ, ਸਪੋਜ਼ ਕਰੋ ਤੁਹਾਨੂੰ ਬਹੁਤ ਜ਼ਿਆਦਾ ਰਸ਼ ਹੈ, ਤੁਹਾਨੂੰ ਇੰਨੇ ਰਸ਼ ਨਹੀਂ ਪਸੰਦ, ਟ੍ਰੈਫਿਕ ਬਹੁਤ ਜ਼ਿਆਦਾ ਹੈ, ਸੋ ਗਰੋਸਰੀ ਤੁਸੀਂ ਆਨਲਾਈਨ ਕਰ ਸਕਦੇ ਹੋ, ਦੈਟਸ ਵਨ ਆਫ ਦ ਥਿੰਗਸ। ਫਿਰ ਅਗਰ ਤੁਹਾਨੂੰ ਲੱਗਦਾ ਹੈ ਟ੍ਰੈਫਿਕ ਬਹੁਤ ਹੈ ਇੱਕ ਜਗ੍ਹਾ, ਤੇ ਤੁਸੀਂ ਕੋਈ 10 ਮਿੰਟ ਐਡ ਕਰਕੇ ਕੋਈ ਐਵੇਂ ਦਾ ਰਾਊਟ ਲੈ ਲਓ ਘਰ ਦਾ ਜਾਂ ਫਿਰ ਵਰਕ ਦਾ, ਜਿੱਥੇ ਟ੍ਰੈਫਿਕ ਘੱਟ ਹੋਵੇ, ਅਗਰ ਤੁਹਾਨੂੰ ਉਹ ਬੋਦਰ ਕਰ ਰਿਹਾ। ਸੋ ਕੁਝ ਐਵੇਂ ਦੀਆਂ ਛੋਟੀ ਮੋਟੀ ਚੀਜ਼ਾਂ ਤੁਸੀਂ ਇਨਕੋਰਪੋਰੇਟ ਕਰ ਸਕਦੇ ਹੋ ਆਪਣੀ ਲਾਈਫ 'ਚ। ਨੈਕਸਟ ਚੀਜ਼ ਹੈ ਤੁਸੀਂ ਅਵੋਇਡ ਹੌਟ ਟੌਪਿਕਸ, ਲਾਈਕ ਅਗਰ ਤੁਹਾਨੂੰ ਲੱਗਦਾ ਤੁਸੀਂ ਪੋਲਿਟਿਕਸ ਜਾਂ ਰਿਲੀਜਨ ਦੇ ਜਦ ਤੁਸੀਂ ਗੱਲ ਕਰਦੇ ਹੋ, ਤੁਸੀਂ ਬਹੁਤ ਜ਼ਿਆਦਾ ਐਂਕਸ਼ੀਅਸ ਹੋ ਜਾਂਦੇ ਹੋ, ਬਹੁਤ ਜ਼ਿਆਦਾ ਤੁਸੀਂ ਓਵਰਵੈਲਮਡ ਹੋ ਜਾਂਦੇ ਹੋ, ਹੈਲਪ ਨਹੀਂ ਕਰ ਸਕਦੇ ਤੁਸੀਂ, ਬਟ ਤੁਸੀਂ ਉਹ ਟੌਪਿਕਸ ਨੂੰ ਕਨਵਰਸੇਸ਼ਨਸ ਚੋਂ ਆਪਣੀ ਕਢਾ ਸਕਦੇ ਹੋ। ਤੁਹਾਨੂੰ ਜ਼ਰੂਰੀ ਨਹੀਂ ਹੈ ਤੁਸੀਂ ਉਸ ਬਾਰੇ ਗੱਲ ਕਰਨੀ ਹੈ, ਤੁਸੀਂ ਉਹ ਘਟਾ ਦਿਓ, ਇੰਸਟੈਡ ਆਫ ਡੇਲੀ ਉਹਦੇ ਨਾਲ ਗੱਲ ਕਰਨ ਦੇ ਤੁਸੀਂ ਬਿਲਕੁਲ ਘਟਾ ਦਿਓ ਚੀਜ਼ਾਂ। ਪਤਾ ਹੁੰਦੀਆਂ ਮੋਸਟਲੀ, ਜਿਵੇਂ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਬਹੁਤ ਜ਼ਿਆਦਾ ਹਾਈਪਰ ਹੋ ਜਾਂਦੇ ਹੋ, ਲਾਈਕ ਤੁਹਾਨੂੰ ਗੁੱਸਾ ਚੱਲ ਜਾਂਦਾ, ਤੁਸੀਂ ਬਹੁਤ ਜ਼ਿਆਦਾ ਐਂਥੂਸੀਆਸਟਿਕ, ਇੱਕ ਹੁੰਦਾ ਐਂਥੂਸੀਆਜ਼ਮ, ਤੁਹਾਨੂੰ ਪੈਸ਼ਨ ਹੈ, ਇੱਕ ਹੁੰਦਾ ਤੁਹਾਨੂੰ ਅਫੈਕਟ ਕਰ ਰਹੀ ਹੈ ਉਹ ਗੱਲ। ਸੋ ਉਹ ਆਪਣੇ ਆਪ ਨੂੰ ਸਮਝਣਾ ਜ਼ਰੂਰੀ ਹੁੰਦਾ ਹੈ ਹਰ ਟੌਪਿਕ ਤੇ। ਸੋ ਦੈਟਸ ਵਨ ਆਫ ਦ ਥਿੰਗਸ। ਲਾਸਟ ਥਿੰਗ ਜਿਹੜੀ ਅਵੋਇਡ ਚ ਹੈਗੀ ਹੈ ਉਹ ਹੈ ਟੂ ਡੂ ਲਿਸਟ। ਲਾਈਕ ਤੁਹਾਨੂੰ ਸਪੋਜ਼ ਕਰੋ ਤੁਸੀਂ ਸੈਟਰਡੇ ਸੰਡੇ ਵੀਕਐਂਡ ਦੀ ਲਿਸਟ ਬਣਾਈ, ਟੂ ਡੂ ਲਿਸਟ ਹੈਗੀ ਹੈ ਤੁਹਾਡੀ, ਕੰਮ ਹੈਗੇ ਆ ਬਹੁਤ ਜ਼ਿਆਦਾ ਕਰਨ ਵਾਲੇ, ਤੁਹਾਨੂੰ ਐ ਲੱਗਦਾ ਕਿ ਓ ਮਾਈ ਗॉड ਇੰਨੇ ਜ਼ਿਆਦਾ ਕੰਮ ਨੇ, ਇਹ ਤਾਂ ਕਿਵੇਂ ਹੋਣਗੇ। ਸੋ ਆਈ ਥਿੰਕ ਕੈਟਾਗਰਾਈਜ਼ ਕਰ ਸਕਦੇ ਹਾਂ ਉਹ ਕੰਮਾਂ ਨੂੰ ਅਸੀਂ। ਇੱਕ ਹੁੰਦਾ ਹੈ ਕੰਮ ਜਿਹੜਾ ਤੁਹਾਨੂੰ ਕਰਨਾ ਹੀ ਪੈਣਾ ਹੈ, ਯੂ ਸ਼ੁੱਡ ਡੂ ਇਟ, ਐਂਡ ਇੱਕ ਹੁੰਦਾ ਯੂ ਮਸਟ ਡੂ ਇਟ। ਯੂ ਸ਼ੁੱਡ ਡੂ ਇਟ ਹੈ ਕਿ might or might not do it, है ना। you must मतलब prioritize ਕਰ ਸਕਦੇ ਹੋ, ਜਿਹੜੇ ਕੰਮ ਕਰਨੇ ਹੀ ਕਰਨੇ ਹੈ ਉਹ ਅਲੱਗ ਕਾਲਮ ਚ ਪਾ ਦਿਓ, ਜਿਹੜਾ ਤੁਹਾਨੂੰ ਲੱਗਦਾ ਤੁਸੀਂ ਕਰਨਾ ਚਾਹੁੰਦੇ ਹੋ ਜਾਂ ਫਿਰ ਕਰ ਲੈਣਾ ਚਾਹੀਦਾ ਹੈ, ਉਹਨਾਂ ਨੂੰ ਤੁਸੀਂ ਥੋੜਾ ਆਪਣਾ ਲੋ ਪ੍ਰਾਇੋਰਿਟੀ ਤੇ ਰੱਖ ਸਕਦੇ ਹੋ। ਸੋ ਪ੍ਰਾਇੋਰਟਾਈਜ਼ ਕਰ ਸਕਦੇ ਹੋ ਆਪਣੇ ਕੰਮਾਂ ਨੂੰ। ਸੋ ਇਹ ਸਾਰੇ ਹੈ ਅਵੋਇਡ ਕਰਨ ਦੇ ਚੀਜ਼ਾਂ। ਨੈਕਸਟ ਆਪਾਂ ਕਹਾਂਗੇ ਆਲਟਰ ਕਰਨ ਲਈ। ਆਲਟਰ ਮਤਲਬ ਚੇਂਜ ਕਰਨੀਆਂ ਸਿਚੁਏਸ਼ਨਸ ਥੋੜੀ ਜੀਆਂ। ਉਹਦੇ ਲਈ ਕੀ ਹੈ, ਆਪਣੀ ਸਪੋਜ਼ ਕਰੋ ਤੁਹਾਡਾ ਕੋਈ ਮੈਂ ਮੋਸਟਲੀ ਕਾਲਜ ਰੂਮਮੇਟ ਦਾ ਐਗਜ਼ਾਮਪਲ ਦਿੰਦੀ ਹੁੰਦੀ ਆ ਕਿ ਤੁਸੀਂ ਐਕਸਪ੍ਰੈਸ ਕਰੋ ਆਪਣੀਆਂ ਫੀਲਿੰਗਸ ਬੇਸਿਕਲੀ ਜ਼ਿਆਦਾ। ਅਗਰ ਤੁਹਾਨੂੰ ਸਪੋਜ਼ ਕਰੋ 2 ਰੂਮਮੇਟਸ ਨੇ, ਇੱਕ ਰੂਮਮੇਟ ਦੋਨਾਂ ਦੀ ਆਪਸ ਚ ਬਹੁਤ ਲੜਾਈ ਹੁੰਦੀ ਹੈ ਸਿਰਫ ਇਸ ਗੱਲ ਦੇ ਪਿੱਛੇ ਕਿ ਇੱਕ ਨੇ ਪੜ੍ਹਨਾ ਹੈ, ਦੂਸਰਾ ਉਹਨੂੰ ਪੜ੍ਹਨ ਨਹੀਂ ਦੇ ਰਿਹਾ। ਸੋ ਉਹਨੂੰ ਐਕਸਪ੍ਰੈਸ ਕਰਨੀਆਂ ਚਾਹੀਦੀਆਂ ਆਪਣੀਆਂ ਫੀਲਿੰਗਸ, ਰਾਦਰ ਦੈਨ ਕਿ ਉਹ ਡੇਲੀ ਆਪਣੇ ਆਪ ਨੂੰ ਸਟ੍ਰੈਸ ਲੇ, ਉਹ ਮੈਂ ਇੰਨਾ ਜ਼ਿਆਦਾ ਡਿਸਟਰਬ ਹੋ ਰਿਹਾ ਤਾਂ ਗੱਲਾਂ ਹੀ ਕਰਦਾ ਰਹਿੰਦਾ। ਸੋ ਐਵੇਂ ਲਾਈਕ ਤੁਸੀਂ ਐਗਜ਼ਾਮਪਲ ਦਾ ਮੈਂ ਕਾਲਜ ਵਾਲਾ ਦਿੰਦੀ ਹਾਂ, ਬਟ ਲਾਈਕ ਤੁਸੀਂ ਆਪਣੀ ਲਾਈਫ ਚੋਂ ਐਗਜ਼ਾਮਪਲਸ ਲੱਭ ਸਕਦੇ ਹੋ ਕਿ ਤੁਹਾਨੂੰ ਬੇਸਿਕਲੀ ਤੁਸੀਂ ਆਪਣੀ ਫੀਲਿੰਗਸ ਐਕਸਪ੍ਰੈਸ ਕਰੋ ਕਿਸੇ ਨੂੰ। ਇੱਕ ਬਹੁਤ ਹੀ ਕਾਮ ਵੇ ਨਾਲ ਵੀ ਕੀਤੀਆਂ ਜਾ ਸਕਦੀਆਂ, ਲੜਾਈ ਕਰਨ ਤੱਕ ਦਾ ਨੌਬਤ ਨਹੀਂ ਆਣੀ ਚਾਹੀਦੀ। ਸੋ ਤੁਹਾਨੂੰ ਜਦੋਂ ਇਹ ਇਫੈਕਟ ਤੁਹਾਨੂੰ ਲੱਗਦਾ ਕਿ ਕਿਸੇ ਦਾ ਇਫੈਕਟ ਹੋ ਰਿਹਾ, ਤੁਸੀਂ ਉਹਦੇ ਨਾਲ ਆਰਾਮ ਨਾਲ ਬੈਠ ਕੇ ਰਿਸਪੈਕਟਫੁਲੀ ਆਪਣੀ ਗੱਲ ਸ਼ੇਅਰ ਕਰੋ, ਐਂਡ ਉਹਦੇ ਨਾਲ ਕਾਫੀ ਫਰਕ ਪੈ ਜਾਂਦਾ, ਦੂਸਰੇ ਨੂੰ ਵੀ ਪਤਾ ਲੱਗ ਜਾਂਦਾ ਕਿ ਤੁਸੀਂ ਕੀ ਸੋਚ ਰਹੇ ਹੋ। ਫਿਰ ਹੈ also be willing to compromise in the sense ਕਿ ਜਦ ਅਸੀਂ ਕਿਸੇ ਤੋਂ ਚੇਂਜ ਐਕਸਪੈਕਟ ਕਰਦੇ ਹਾਂ, ਸੋ ਸਾਨੂੰ ਆਪਣੇ ਆਪ ਚ ਵੀ ਚੇਂਜ ਲਿਆਉਣਾ ਪੈਂਦਾ ਹੈ। ਨਹੀਂ ਤਾਂ ਅਸੀਂ ਹਮੇਸ਼ਾ ਇਹ ਨਹੀਂ ਐਕਸਪੈਕਟ ਕਰ ਸਕਦੇ ਕਿ ਸਾਡੇ ਅਰਾਊਂਡ ਵਰਲਡ ਚੇਂਜ ਹੋ ਜਾਏ। ਦੈਟ ਇਜ਼ not true, and ਨਾ ਹੁੰਦਾ ਨਾ ਜਦ ਤੱਕ ਅਸੀਂ ਖੁਦ ਆਪਣੇ ਆਪ ਨੂੰ ਮੋਡੀਫਾਈ ਨਹੀਂ ਕਰਾਂਗੇ, ਸਿੱਖਾਂਗੇ ਨਹੀਂ ਆਪਣੇ, ਉਦੋਂ ਤੱਕ ਕੋਈ ਨਹੀਂ ਬਦਲੇਗਾ ਤੁਹਾਡੇ ਆਸ-ਪਾਸ, ਨਾ ਕੋਈ ਸਿਚੁਏਸ਼ਨਸ ਬਦਲਣਗੀਆਂ। ਸੋ everyone should be ready ਕਿ ਹਾਂ ਅਸੀਂ ਵੀ ਆਪਣੇ ਆਪ ਨੂੰ ਥੋੜਾ ਮੋਡੀਫਾਈ ਕਰ ਸਕਦੇ ਹਾਂ। ਸੋ when you're ready for that, ਫਿਰ ਉਸ ਟਾਈਮ ਤੁਹਾਡੇ ਆਸ-ਪਾਸ ਚੇਂਜ ਹੁੰਦਾ ਹੈ ਪੱਕਾ। ਨੈਕਸਟ ਹੈ ਆਪਣਾ ਟਾਈਮ ਮੈਨੇਜਮੈਂਟ ਥੋੜੀ ਬੈਟਰ ਹੋ ਸਕਦੀ ਹੈ। ਲਾਈਕ ਤੁਸੀਂ ਆਪਣੀ ਕਿਉਂਕਿ ਇਹ ਮੈਂ ਪਹਿਲਾਂ ਵੀ ਆਈ ਥਿੰਕ I might repeat it
ਬਹੁਤ ਵਾਰੀ ਕਿ ਟਾਈਮ ਮੈਨੇਜਮੈਂਟ ਬਹੁਤ ਜ਼ਰੂਰੀ ਹੈ। ਤੁਹਾਨੂੰ ਕਈ ਵਾਰ ਅਸੀਂ ਆਪਣੇ ਆਪ ਤੇ ਬਹੁਤ ਜ਼ਿਆਦਾ ਰਿਸਪੌਂਸਿਬਿਲਿਟੀਜ਼ ਲੈ ਲੈਂਦੇ ਆ ਵਿਦਆਊਟ ਸੀਇੰਗ ਕਿ ਸਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ। ਸੋ ਅਸੀਂ ਆਪਣੇ ਆਪ ਨੂੰ ਓਵਰਬਰਡਨ ਕਰ ਲੈਂਦੇ ਆ ਜ਼ਿਆਦਾ ਰਿਸਪੌਂਸਿਬਿਲਿਟੀਜ਼ ਲੈ ਕੇ, ਜਾਂ ਕਰ ਸਕਦੇ ਹਾਂ ਅਸੀਂ ਉਹ ਸਾਰੀ ਰਿਸਪੌਂਸਿਬਿਲਿਟੀਜ਼, ਬਟ ਅਗਰ ਸਾਡੇ ਕੋਲ ਉਨਾ ਟਾਈਮ ਹੈਗਾ। ਸੋ ਟਾਈਮ ਮੈਨੇਜਮੈਂਟ ਬਹੁਤ ਜ਼ਰੂਰੀ ਹੈ। ਅਗਰ ਤੁਸੀਂ ਉਹ ਟਾਈਮਲੀ ਸਭ ਕੁਝ ਕਰ ਸਕਦੇ ਹੋ ਦੈਟਸ ਗੁੱਡ, ਬਟ ਅਗਰ ਟਾਈਮਲੀ ਨਹੀਂ ਕਰ ਸਕਦੇ, ਆਪਣੇ ਆਪ ਨੂੰ ਪਰਫੈਕਸ਼ਨਿਸਟ ਕੋਈ ਨਾ, ਇਸ ਦੁਨੀਆ 'ਚ ਕੋਈ ਪਰਫੈਕਟ ਹੈ ਨਾ ਹੋਏਗਾ। ਸੋ ਆਪਣੇ ਆਪ ਨੂੰ ਪਰਫੈਕਸ਼ਨਿਸਟ ਨਹੀਂ ਬਣਾਉਣਾ ਚਾਹੀਦਾ। ਯੂ ਸ਼ੁੱਡ ਬੀ ਗੁੱਡ ਇਨਫ, ਲਾਈਕ ਤੁਸੀਂ ਉਨਾ ਕਰ ਲਿਆ ਕਿ ਯੂ ਆਰ ਗੁੱਡ ਇਨਫ, ਦੈਟਸ ਇਨਫ। ਸੋ ਇਹ ਹੈਗੀਆਂ ਸਿਚੁਏਸ਼ਨਸ ਨੂੰ ਆਲਟਰ ਕਰਨ ਲਈ। ਨੈਕਸਟ ਹੈਗਾ ਕਿ ਅਡੈਪਟ। ਬੇਸਿਕਲੀ ਅਡੈਪਟ ਕਰਨ ਦੀ ਇਹ ਹੈ ਕਿ ਤੁਸੀਂ ਇੱਕ ਰੀਫਰੇਮ ਕਰ ਸਕਦੇ ਹੋ ਸਿਚੁਏਸ਼ਨਸ। ਇਹ ਵੀ ਲਾਈਕ ਟ੍ਰੈਫਿਕ ਵਾਈਜ਼ ਹੈਗਾ ਕਿ ਲਾਈਕ ਟ੍ਰੈਫਿਕ ਫॉर ਐਗਜ਼ਾਮਪਲ ਤੁਸੀਂ ਟ੍ਰੈਫਿਕ ਬਹੁਤ ਜ਼ਿਆਦਾ ਹੈ, ਤੁਸੀਂ ਟ੍ਰੈਫਿਕ ਨੂੰ ਨਹੀਂ ਰੋਕ ਸਕਦੇ, ਬਟ ਤੁਸੀਂ ਉਸ ਟਾਈਮ ਕੁਝ ਹੋਰ ਕਰ ਸਕਦੇ ਹੋ। ਤੁਸੀਂ ਕਿਸੇ ਨਾਲ ਗੱਲ ਕਰ ਸਕਦੇ ਹੋ ਫੋਨ ਤੇ ਤਾਂ ਕਿ ਤੁਹਾਡਾ ਟਾਈਮ ਨਿਕਲ ਜੇ। ਤੁਸੀਂ ਬਹੁਤ ਜ਼ਿਆਦਾ ਦੇਰ ਹੋ ਗਈ ਹੈ, ਤੁਸੀਂ ਕੋਈ 뮤직 ਨਹੀਂ ਸੁਣਿਆ, ਕੋਈ ਰੇਡੀਓ ਸਟੇਸ਼ਨ ਨਹੀਂ ਸੁਣਿਆ, ਕੋਈ ਪੋਡਕਾਸਟ ਨਹੀਂ ਸੁਣਿਆ, ਸੋ ਤੁਸੀਂ ਉਸ ਟਾਈਮ ਉਹ ਟਾਈਮ ਆਪਣਾ ਯੂਜ਼ ਕਰ ਸਕਦੇ ਹੋ, ਯੂਟਿਲਾਈਜ਼ ਕਰ ਸਕਦੇ ਹੋ ਉਸ ਚੀਜ਼ਾਂ ਲਈ। ਸੋ ਕੁਝ ਐਵੇਂ ਦੀ ਐਕਟੀਵਿਟੀ ਤੁਸੀਂ ਰੱਖ ਸਕਦੇ ਹੋ ਜਿਹਦੇ ਕਰਕੇ ਤੁਸੀਂ ਥੋੜਾ ਹੈਪੀ ਫੀਲ ਕਰੋ, ਅਗਰ ਤੁਸੀਂ ਸਿਚੁਏਸ਼ਨ ਨਹੀਂ ਬਦਲ ਸਕਦੇ ਤਾਂ। ਨੈਕਸਟ ਹੈ ਕਿ ਤੁਸੀਂ ਇੱਕ ਬਿਗਰ ਪਿਕਚਰ ਦੇ ਹਿਸਾਬ ਨਾਲ ਕਰ ਸਕਦੇ ਹੋ। ਲਾਈਕ ਬਿਗਰ ਪਿਕਚਰ ਦੇਖ ਸਕਦੇ ਹੋ ਕਿ ਅਗਰ ਜੋ ਤੁਹਾਨੂੰ ਇਸ ਟਾਈਮ ਸਟ੍ਰੈਸਫੁਲ ਹੈ, ਕਿਆ ਉਹ 1 ਸਾਲ ਤੱਕ ਉਹਦਾ ਵਰਥ ਹੈਗੀ ਹੈ ਕਿ ਲਾਈਕ ਪਹਿਲਾ ਤਾਂ ਹੈ ਕਿ ਤੁਸੀਂ 1 ਸਾਲ ਦੇਖੋ ਕਿ ਲੌਂਗਰ ਟਰਮ ਲਈ ਜੋ ਤੁਹਾਨੂੰ ਅੱਜ ਸਟ੍ਰੈਸ ਦੇ ਰਹੀ ਹੈ, ਲੌਂਗਰ ਟਰਮ ਲਈ ਉਹ ਠੀਕ ਹੈ ਚੀਜ਼ ਤੁਹਾਡੇ ਲਈ ਕਿ ਨਹੀਂ। ਅਗਰ ਨਹੀਂ ਚੀਜ਼ ਠੀਕ, ਫਿਰ ਤੁਸੀਂ ਉਹ ਤੇ ਸਟ੍ਰੈਸ ਲੈਣ ਦੀ ਜ਼ਰੂਰਤ ਹੀ ਨਹੀਂ ਹੈ, ਤੁਸੀਂ ਛੱਡ ਸਕਦੇ ਹੋ ਗੱਲ ਨੂੰ। ਅਗਰ ਤੁਹਾਨੂੰ ਲੱਗਦਾ ਹੈ ਕਿ ਨਹੀਂ ਮੈਨੂੰ ਲੌਂਗ ਰਨ ਲਈ ਬਹੁਤ ਜ਼ਿਆਦਾ ਸਟ੍ਰੈਸ, ਲਾਈਕ ਐਗਜ਼ਾਮਸ ਦਾ ਬਹੁਤ ਹੁੰਦਾ ਹੈ, ਬਟ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਲੌਂਗਰ ਰਨ ਲਈ ਬਹੁਤ ਫਾਇਦੇਮੰਦ ਹੈ, ਸੋ ਇਟਸ ਫਾਈਨ। ਤੁਸੀਂ ਆਪਣੇ ਆਪ ਨੂੰ ਥੋੜੀ ਜਿਹੀ ਡੀਪ ਬਰੀਥਿੰਗ ਐਕਸਰਸਾਈਜ਼ ਕਰਕੇ ਯੂ ਕੈਨ ਲਾਈਕ ਕਾਈਂਡ ਆਫ, ਉਹ ਅਸੀਂ ਅੱਗੇ ਡਿਸਕਸ ਕਰਾਂਗੇ, ਬਟ ਯੂ ਕੈਨ ਜਸਟ ਗੋ ਅਹੈਡ ਕਿ ਨਹੀਂ ਆਈ ਕੈਨ ਡੂ ਇਟ ਐਂਡ ਯੂ ਹੈਵ ਟੂ ਡੂ ਇਟ। ਨੈਕਸਟ ਥਿੰਗ ਹੈ ਕਿ ਯੂ ਸ਼ੁਡ ਆਲਵੇਜ਼ ਸਟੇ ਪੋਜ਼ਿਟਿਵ, ਲਾਈਕ ਫੋਕਸ ਔਨ ਪੋਜ਼ਿਟਿਵ। ਜੋ ਤੁਹਾਡੀ ਲਾਈਫ ਸਟ੍ਰੈਸ ਹੈ ਇਸ ਟਾਈਮ, ਇਹ ਹਮੇਸ਼ਾ ਦੇਖਦੇ ਕਿ ਗਲਾਸ ਹਮੇਸ਼ਾ ਅੱਧਾ ਫੁੱਲ ਦੇਖਣਾ ਚਾਹੀਦਾ ਹੈ, ਨਾ ਕਿ ਅੱਧਾ ਐਮਟੀ। ਸੋ ਤੁਹਾਨੂੰ ਕੁਛ ਨਾ ਕੁਛ ਪੋਜ਼ਿਟਿਵ ਲੱਭਣਾ ਚਾਹੀਦਾ ਆਪਣੀ ਲਾਈਫ 'ਚ, ਜਾਂ ਫਿਰ ਅਗਰ ਤੁਹਾਡਾ ਉਸ ਟਾਈਮ ਸਭ ਕੁਛ ਨੈਗੇਟਿਵ ਹੈ ਤਾਂ ਤੁਸੀਂ ਆਪਣੀ ਜੋ ਹੁਣ ਤੱਕ ਪੋਜ਼ਿਟਿਵ ਹੋਇਆ ਤੁਹਾਡੀ ਲਾਈਫ 'ਚ, ਉਹਨੂੰ ਵਾਪਸ ਜਾ ਕੇ ਤੁਸੀਂ ਦੇਖ ਸਕਦੇ ਹੋ ਕਿ ਹੁਣ ਤੱਕ ਤੁਹਾਡੀ ਲਾਈਫ 'ਚ ਪੋਜ਼ਿਟਿਵ ਕੀ ਹੋਇਆ, ਉਹਨੂੰ ਅਪਰੀਸ਼ੀਏਟ ਕਰ ਸਕਦੇ ਹੋ, ਉਹਦੇ ਨਾਲ ਤੁਹਾਨੂੰ ਖੁਸ਼ੀ ਮਿਲ ਸਕਦੀ ਹੈ। ਨੈਕਸਟ ਚੀਜ਼ ਹੈ ਕਿ ਤੁਸੀਂ ਐਕਸੈਪਟ ਕਰੋ ਆਪਣੀ ਜੋ ਤੁਹਾਡੀ ਸਿਚੁਏਸ਼ਨਸ ਹੈ, ਉਹਨਾਂ ਨੂੰ ਐਕਸੈਪਟ ਕਰਨਾ ਵੀ ਆਉਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਕਿ ਲੁੱਕ ਔਨ ਦੀ ਅਪਸਾਈਡ। ਬੇਸਿਕਲੀ ਅਗਰ ਤੁਹਾਡੀ ਸਿਚੁਏਸ਼ਨ ਇਸ ਟਾਈਮ ਬੈਡ ਹੈ, ਉੱਤੇ ਦੋ ਚੀਜ਼ਾਂ ਹੈ, ਇੱਕ ਤਾਂ ਤੁਹਾਨੂੰ ਓਪਰਚੁਨਿਟੀ ਮਿਲ ਰਹੀ ਹੈ ਆਪਣੇ ਆਪ ਨੂੰ ਉਤੋਂ ਕੁਝ ਸਿੱਖਣ ਲਈ, ਦੂਜੀ ਚੀਜ਼ ਹੈ ਕਿ ਤੁਸੀਂ ਸਪੋਜ਼ ਕਰੋ ਤੁਸੀਂ ਕੋਈ ਪੂਅਰ ਚੋਇਸ ਕੀਤੀ ਹੈ, ਇਟਸ ਫਾਈਨ, ਪੂਅਰ ਚੋਇਸਿਸ ਸਾਰੇ ਕਰ ਸਕਦੇ ਨੇ, ਪਰ ਅਗਰ ਤੁਸੀਂ ਉਹਨੂੰ ਇੱਕ ਓਪਰਚੁਨਿਟੀ ਲਓਗੇ ਕਿ ਮੈਂ ਉਤੋਂ ਕੁਝ ਸਿੱਖਣਾ ਹੈ, ਮੈਂ ਅੱਗੇ ਤੋਂ ਨਹੀਂ ਕਰਨੀ ਇਹ ਵਾਲੀ, ਸੋ ਦੈਟਸ ਗੁੱਡ ਕਿ ਤੁਸੀਂ ਉਹ ਵਾਲੀ ਪੂਅਰ ਚੋਇਸ ਦੁਬਾਰਾ ਨਹੀਂ ਕਰੋਗੇ। ਸੋ ਅਗਰ ਤੁਸੀਂ ਉਹ ਤੋਂ ਕੁਝ ਲਰਨ ਕਰਿਆ, that's always good, ਤਾਂ ਕਿ ਤੁਸੀਂ ਅੱਗੇ ਜਾ ਕੇ ਉਹ ਰਿਪੀਟ ਨਾ ਕਰੋ। ਨੈਕਸਟ ਹੈ ਕਿ ਤੁਸੀਂ ਕਿਸੇ ਹੋਰ ਦਾ ਬਿਹੇਵੀਅਰ ਨਹੀਂ ਚੇਂਜ ਕਰ ਸਕਦੇ। ਇਹ ਐਕਸਪੈਕਟ ਨਹੀਂ ਕੀਤਾ ਜਾ ਸਕਦਾ ਕਿ ਤੁਸੀਂ, ਕਿਉਂਕਿ ਉਹ ਸਿਚੁਏਸ਼ਨ ਚੇਂਜ ਨਹੀਂ ਹੋ ਸਕਦੀ, ਯੂ ਕੈਨ ਨਾਟ ਐਕਸਪੈਕਟ ਕਿ ਕੋਈ ਹੋਰ ਚੇਂਜ ਹੋਵੇ। ਸੋ ਤੁਹਾਨੂੰ ਆਪਣੇ ਆਪ ਨੂੰ ਹੀ ਚੇਂਜ ਕਰਨਾ ਪਏਗਾ ਜਾਂ ਫਿਰ ਉਸ ਬੰਦੇ ਨੂੰ ਅਵੋਇਡ ਕਰਨਾ ਪਏਗਾ। ਸੋ ਇਹ ਖੁਦ ਤੇ ਹੁੰਦਾ ਕਿ ਅਸੀਂ ਕਿਵੇਂ ਰਿਐਕਟ ਕਰਨਾ ਹੈ ਔਰ ਕਿਵੇਂ ਕਿਸੇ ਦੀ ਗੱਲ ਸਮਝਣੀ ਹੈ। ਸੋ ਇਹ ਸਾਨੂੰ ਇਹ ਤੇ ਕਿ ਸਾਡੀ ਆਪਣੀ ਪਰਸਨੈਲਿਟੀ ਸਾਡੇ ਹੱਥ 'ਚ ਹੈ, ਬਟ ਕਿਸੇ ਹੋਰ ਦੀ ਪਰਸਨੈਲਿਟੀ ਸਾਡੇ ਹੱਥ 'ਚ ਨਹੀਂ ਹੈਗੀ, ਔਰ ਉਹਦੇ ਬਾਰੇ ਸਟ੍ਰੈਸ ਲੈਣ ਦੀ ਕੋਈ, ਸਟ੍ਰੈਸ ਲੈ ਕੇ ਵੀ ਕੀ ਹੋਏਗਾ, ਕੁਝ ਨਹੀਂ ਹੋਏਗਾ। ਸੋ ਇਹ ਸਮਝਾਉਣਾ ਬਹੁਤ ਜ਼ਰੂਰੀ ਹੁੰਦਾ ਆਪਣੇ ਆਪ ਨੂੰ। ਠੀਕ ਹੈ। ਫਿਰ ਹੁੰਦਾ ਕਿ ਲਰਨ ਟੂ ਫੋਰਗਿਵ, ਲਾਈਕ ਕਿਸੇ ਨੂੰ ਮਾਫ ਕਰਨਾ ਬਹੁਤ ਜ਼ਰੂਰੀ ਹੁੰਦਾ। ਸੋ ਅਗਰ ਕੋਈ ਤੁਹਾਡੇ ਕਿਸੇ ਨਾਲ ਐਂਗਰ ਜਾਂ ਫਿਰ ਸਟ੍ਰੈਸ ਵਾਲੀ ਚੀਜ਼ ਹੈ, ਜਾਂ ਫਿਰ ਬੌਸ ਨੇ ਡਾਂਟਿਆ, ਐਨੀਥਿੰਗ, but forgiveness is very important. That's one of the things. Okay. And one more thing, ਡਾਕਟਰ, ਜਿਵੇਂ ਕੋਈ ਫੂਡ ਬਾਰੇ ਕਿਹੜੀ ਖਾਣਾ ਚਾਹੀਦਾ, ਉਹਦੇ ਬਾਰੇ ਤੁਸੀਂ ਬਾਅਦ ਗੱਲ ਕਰਨਾ, ਉਹਦੇ ਬਾਅਦ ਜਦੋਂ ਆਉਂਗੇ ਨੈਕਸਟ ਟਾਪਿਕ। ਯਾ ਮੈਂ ਐਕਚੁਅਲੀ ਉਹ ਮੇਰਾ ਨੈਕਸਟ ਟਾਪਿਕ ਹੈਗਾ। ਓਕੇ। ਸੋ ਅਸੀਂ ਹੁਣ ਆਵਾਂਗੇ ਲਾਈਕ ਦ ਨੈਕਸਟ ਟਾਪਿਕ, ਇਹ ਸੀਗੇ 4 A's ਜਿਹੜੇ ਮੈਂ ਥੋੜੀ ਜਿਹੀ ਦੱਸਣੇ ਸੀਗੇ। ਹੁਣ ਅਸੀਂ ਆਉਂਦੇ ਹਾਂ ਕਿ ਲਾਈਕ ਮੇਕ ਟਾਈਮ ਫॉर योर fun, family and friends. It's very important. Fun, family, friends and yourself. ਤੁਹਾਨੂੰ ਆਪਣੇ ਆਪ ਨੂੰ ਟਾਈਮ ਦੇਣਾ ਬਹੁਤ ਜ਼ਰੂਰੀ ਹੈ। ਟਾਈਮ ਬਹੁਤ ਜ਼ਿਆਦਾ, ਸੋ ਇੱਕ ਰਿਲੈਕਸੇਸ਼ਨ ਟਾਈਮ ਸੈੱਟ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਆਪਣੇ ਲਾਈਫ 'ਚ ਇੱਕ ਰਿਲੈਕਸੇਸ਼ਨ ਟਾਈਮ ਸੈੱਟ ਕਰ ਲਓ ਕਿ ਤੁਹਾਨੂੰ ਇਹ ਵਾਲਾ ਟਾਈਮ ਰਿਲੈਕਸੇਸ਼ਨ ਲਈ ਹੈ, ਫੈਮਿਲੀ ਲਈ ਹੈ, ਫਨ ਲਈ ਹੈ, ਤੁਹਾਡੇ ਖੁਦ ਲਈ ਹੈ।
So go for a walk ਉਸ time ਤੇ go for a walk nature ਚ walk ਲਈ ਜਾਓ good workout ਕਰੋ ਤਾਂ ਕਿ ਤੁਸੀਂ ਆਪਣੀ tension sweat ਦੇ ਹਿਸਾਬ ਨਾਲ release ਕਰੋ you can call a good friend ਕੋਈ ਆਪਣੇ friend ਨੂੰ call ਕਰੋ tea ਚਾਹ ਕੁਛ ਵੀ ਪੀ ਸਕਦੇ ਹੋ music ਸੁਣੋ ਆਪਣੀ comedy show ਅੱਜਕੱਲ ਕਪਿਲ ਸ਼ਰਮਾ is very famous so comedy shows ਦੇਖਣੇ ਬਹੁਤ ਜ਼ਰੂਰੀ ਹੁੰਦੀ ਹੈ it's like ਆਪਣੇ ਆਪ ਚ laughter therapy ਹੈ so which is good so ਇਹ ਸਾਰੀਆਂ ਚੀਜ਼ਾਂ ਕਰ ਸਕਦੇ ਹਾਂ next ਹੈ healthy lifestyle which is I think ਸਭ ਤੋਂ ਜ਼ਰੂਰੀ ਤਾਂ ਹੀ ਮੈਂ ਸਭ ਤੋਂ end ਚ ਰੱਖਿਆ healthy lifestyle is very important ਸਭ ਤੋਂ ਪਹਿਲਾਂ of course exercise ਬਹੁਤ ਜ਼ਰੂਰੀ ਹੈ at least 30-40 minutes ਰੋਜ਼ ਦੀ ਤੁਹਾਡੀ ਹਾਰਟ ਹੈਲਥ ਵੀ ਜ਼ਰੂਰੀ ਹੈ ਤੁਹਾਡੀ ਮੈਂਟਲ ਹੈਲਥ ਵੀ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਐਕਸਰਸਾਈਜ਼ ਕਈ ਵਾਰ ਹੁੰਦਾ ਹੈ ਸਾਨੂੰ ਇਹ ਲੱਗਦਾ ਹੈ ਅਸੀਂ ਬਹੁਤ ਜ਼ਿਆਦਾ ਬਿਜ਼ੀ ਹਾਂ ਔਰ ਸਾਡੀ ਲਾਈਫ ਐਕਸਰਸਾਈਜ਼ ਕਰਨ ਦਾ ਟਾਈਮ ਨਹੀਂ ਹੈ you have to make time but ਅਗਰ ਟਾਈਮ ਨਹੀਂ ਵੀ ਹੁੰਦਾ ਤੁਸੀਂ ਇਨਕੋਰਪੋਰੇਟ ਕਰ ਸਕਦੇ ਹੋ ਆਪਣੀ ਲਾਈਫ ਚ ਲਾਈਕ ਸਮ ਐਗਜ਼ਾਮਪਲਸ ਹੈ ਕਿ ਜਿਵੇਂ ਤੁਸੀਂ ਬਿਲਡਿੰਗ ਚੋਂ ਲਾਈਕ ਤੁਸੀਂ instead of taking elevator ਤੁਸੀਂ stairs ਲੈ ਸਕਦੇ ਹੋ so that's one thing ਅਗਰ ਤੁਸੀਂ ਪਾਰਕਿੰਗ ਲੋਟ ਹੋ ਤੁਸੀਂ ਪਾਰਕਿੰਗ ਥੋੜੀ ਦੂਰ ਕਰ ਸਕਦੇ ਹੋ ਤਾਂ ਕਿ ਥੋੜਾ ਤੁਸੀਂ ਵਾਕ ਕਰਕੇ ਸਟੋਰ ਤੱਕ ਜਾ ਸਕੋ ਸੋ ਇਵੇਂ ਦੀਆਂ ਥੋੜੀਆਂ ਚੀਜ਼ਾਂ ਤੁਸੀਂ ਇਨਕੋਰਪੋਰੇਟ ਕਰ ਸਕਦੇ ਹੋ ਜਿਹੜੀਆਂ ਲਾਈਕ ਥੋੜੀ ਐਕਸਰਸਾਈਜ਼ ਹੋ ਸਕਦੀ ਹੈ ਉਹਦੇ ਨਾਲ ਤੁਹਾਡੀ ਨੈਕਸਟ ਹੈ ਕਿ ਹੈਲਦੀ ਡਾਇਟ ਬਹੁਤ ਜ਼ਰੂਰੀ ਹੈ ਇੱਕ ਹੈ ਨਿਊਟ੍ਰੀਸ਼ਨ ਲਾਈਕ ਨਿਊਟ੍ਰੀਸ਼ੀਅਸ ਫੂਡ ਖਾਣਾ ਚਾਹੀਦਾ ਸ਼ੂਗਰ ਔਰ ਫਰਾਈਡ ਫੂਡ ਘੱਟ ਖਾਣਾ ਚਾਹੀਦਾ ਇਹਦਾ ਇੱਕ ਤੁਹਾਨੂੰ ਮੈਂ ਲਾਈਕ ਆਈ ਥਿੰਕ ਫਨ ਫੈਕਟ ਸੀਗਾ ਮੇਰੇ ਲਈ ਜਦ ਮੈਂ ਇਹਦੇ ਬਾਰੇ ਥੋੜਾ ਜਿਹਾ ਪੜਿਆ ਸੀਗਾ ਕਿ ਜਦ ਅਸੀਂ ਬਹੁਤ ਜ਼ਿਆਦਾ ਫਰਾਈਡ ਫੂਡ ਔਰ ਬਹੁਤ ਜ਼ਿਆਦਾ ਹੈਵੀ ਫੂਡ ਖਾਂਦੇ ਆ ਤਾਂ ਕੀ ਹੁੰਦਾ ਕਿ ਸਾਡੀ ਬੋਡੀ ਨੂੰ ਡਾਈਜੈਸਟ ਕਰਨ ਲਈ ਵੀ એનર્ਜੀ ਚਾਹੀਦੀ ਹੈ ਸੋ ਜਦ ਅਸੀਂ ਇੰਨਾ ਜ਼ਿਆਦਾ ਹੈਵੀ ਫੂਡ ਖਾਂਦੇ ਆ ਤਾਂ ਸਾਡੀ ਜਿਹੜੀ એનર્ਜੀ ਹੈ ਸਾਰੀ ਉਹਦੇ 'ਚ ਹੀ ਲੱਗ ਜਾਂਦੀ ਹੈ ਸੋ ਸਾਨੂੰ ਫੀਲ ਨਹੀਂ ਹੁੰਦਾ ਤੁਸੀਂ ਖੁਦ ਨੋਟਿਸ ਕੀਤਾ ਹੋਏਗਾ ਅਸੀਂ ਜਦ ਵੀ ਆਲੂ ਪਰੌਂਠੇ ਖਾਂਦੇ ਆ ਪੂੜੀ ਛੋਲੇ ਖਾਂਦੇ ਆ ਉਸ ਤੋਂ ਬਾਅਦ ਸਾਨੂੰ ਲੱਗਦਾ ਕਿ ਬਸ ਹੁਣ ਸੋ ਜਾਓ ਕਿਉਂਕਿ ਤੁਹਾਨੂੰ ਜਿਹੜੀ ਬੋਡੀ ਹੈ ਉਹਨੂੰ એનર્ਜੀ ਸਾਰੀ ਉਹਨੂੰ ਡਾਈਜੈਸਟ ਕਰਨ ਚ ਲੱਗ ਰਹੀ ਹੈ ਤਾਂ ਤੁਸੀਂ ਕੁਝ ਹੋਰ ਕਰਨ ਦੀ ਤੁਹਾਡੀ એનર્ਜੀ ਨਹੀਂ ਰਹਿੰਦੀ ਤੁਹਾਨੂੰ ਇਹ ਲੱਗਦਾ ਬਸ ਹੁਣ ਸੋ ਜਾਓ ਹੁਣ ਹੋਰ ਨਹੀਂ ਕਰ ਸਕਦੇ ਕੁਝ ਸੋ ਇਸ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਸਮਾਲ ਫ੍ਰੀਕੁਐਂਟ ਮੀਲਸ ਲੈ ਸਕਦੇ ਹੋ ਜਿਹਦੇ ਕਰਕੇ એનર્ਜੀ ਤੁਹਾਡੀ ਬਾਕੀ ਚੀਜ਼ਾਂ ਚ ਲੱਗੇ ਸੋ ਦੈਟਸ ਵੈਰੀ ਇੰਟਰਸਟਿੰਗ ਫਿਰ ਹੈ ਕਿ ਤੁਸੀਂ you should reduce caffeine ਔਰ caffeine alcohol ਇਹ ਸਾਰੀ ਚੀਜ਼ਾਂ ਥੋੜੀਆਂ ਘਟਾ ਸਕਦੇ ਆ ਇੱਕ ਹੁੰਦਾ ਕਿ sleep is very important sleep ਸਭ ਤੋਂ ਜ਼ਿਆਦਾ important ਹੈ ਸੋ sleep hygiene ਸਾਡੇ ਲਈ ਬਹੁਤ ਜ਼ਰੂਰੀ ਹੁੰਦੀ ਹੈ ਉਹਦੇ ਲਈ ਕੀ ਹੁੰਦਾ exercise affects the sleep exercise ਇੱਕ ਹੁੰਦਾ ਕਿ ਇੱਕ ਮਿਸਕਨਸੈਪਸ਼ਨ ਹੁੰਦੀ ਹੈ ਕਿ exercise ਅਗਰ ਅਸੀਂ ਸ਼ਾਮੀ ਕਰਾਂਗੇ ਤਾਂ ਅਸੀਂ ਥੱਕ ਕੇ ਸੋ ਸਕਦੇ ਹਾਂ which is very wrong like ਐਕਸਰਸਾਈਜ਼ ਨਾਲ ਕੀ ਹੁੰਦਾ ਹੈ ਕਿ ਤੇਰੇ ਦਿਮਾਗ 'ਚ ਐਂਡੋਰਫਿਨਸ ਰਿਲੀਜ਼ ਹੁੰਦੇ ਨੇ ਜਿਹਦੇ ਕਰਕੇ ਤੁਹਾਡਾ ਦਿਮਾਗ ਐਕਟੀਵੇਟ ਹੋ ਜਾਂਦਾ ਸੋ ਇਟਸ ਵੈਰੀ ਇੰਪੋਰਟੈਂਟ ਕਿ ਤੁਸੀਂ ਐਕਸਰਸਾਈਜ਼ ਸਵੇਰੇ ਕਰੋ ਜਾਂ ਦੁਪਹਿਰੇ ਨਾ ਕਿ ਸ਼ਾਮੀ ਇਟਸ ਵੈਰੀ ਰੋਂਗ ਸ਼ਾਮੀ ਨਹੀਂ ਕਰਨੀ ਚਾਹੀਦੀ ਐਕਸਰਸਾਈਜ਼ ਸਵੇਰੇ ਕਰਨੀ ਚਾਹੀਦੀ ਹੈ ਫਿਰ ਹੈ ਡਾਇਟ ਆਫ ਕੋਰਸ ਜਿਹੜੀ ਅਸੀਂ ਹੁਣੇ ਡਿਸਕਸ ਕੀਤੀ ਹੈ ਇੱਕ ਹੁੰਦਾ ਹੈ ਕੈਫੀਨ ਜਿਹੜੀ ਹੈ ਤੁਸੀਂ ਸਵੇਰੇ ਔਰ ਦੁਪਹਿਰੇ ਤੱਕ ਮਤਲਬ ਮੈਕਸਿਮਮ ਆਈ ਨੋ ਸਾਡੇ ਲਾਈਕ ਕਲਚਰ 'ਚ ਲਾਈਕ ਅਸੀਂ ਈਵਨਿੰਗ ਚਾਹ ਬਹੁਤ ਪੀਂਦੇ ਆ ਹੈ ਨਾ ਤਾਂ ਲਾਈਕ ਆਈ ਥਿੰਕ ਇਟ ਸ਼ੁੱਡ ਬੀ ਕਿ 3-4 ਵਜੇ ਤੱਕ ਤੁਸੀਂ ਉਹ ਚਾਹ ਪੀ ਲਓ ਐਂਡ ਉਸ ਤੋਂ ਬਾਅਦ ਤੁਸੀਂ ਆਪਣਾ ਕੈਫੀਨ ਘਟਾ ਦਿਓ ਤਾਂ ਕਿ ਤੁਹਾਡੀ ਸਲੀਪ ਤੇ ਫਰਕ ਨਾ ਪਏ ਨਹੀਂ ਤਾਂ ਰਾਤ ਤੱਕ ਸਾਨੂੰ 11-12 ਵਜੇ ਤੱਕ ਨੀਂਦ ਹੀ ਨਹੀਂ ਆਉਂਦੀ ਨੈਕਸਟ ਹੁੰਦਾ ਹੈ ਕਿ ਆਪਣਾ ਇੱਕ ਸੈਟ ਸਲੀਪ ਸ਼ੈਡਿਊਲ ਹੋਣਾ ਚਾਹੀਦਾ ਹੈ ਇਨ ਦ ਵੇ ਕਿ ਤੁਹਾਡਾ ਉਸੇ ਟਾਈਮ ਉੱਠੋ ਉਸੇ ਟਾਈਮ ਸੋ ਜਿਹੜਾ ਤੁਸੀਂ ਬੈਡ ਯੂਜ਼ ਕਰਦੇ ਹੋ ਸ਼ੁੱਡ ਬੀ ਓਨਲੀ ਫॉर ਸਲੀਪਿੰਗ ਟੀਵੀ ਵਗੈਰਾ ਟੀਵੀ ਦੇਖਣਾ ਔਰ ਆਪਣਾ ਫੋਨ ਯੂਜ਼ ਕਰਨਾ ਐਟਲੀਸਟ ਐਨ ਆਵਰ ਪਹਿਲਾਂ ਤੁਸੀਂ ਬੰਦ ਕਰ ਦਿਓ ਤਾਂ ਕਿ ਕੀ ਹੁੰਦਾ ਹੈ ਕਿ ਉਹਦੇ ਨਾਲ ਤੁਹਾਨੂੰ ਡੀ-ਸਟ੍ਰੈਸ ਕਰਨ ਦਾ ਮੌਕਾ ਮਿਲ ਜਾਂਦਾ ਆਪਣੀ ਬੋਡੀ ਨੂੰ ਮਾਈਂਡ ਨੂੰ ਤੁਸੀਂ ਨਹੀਂ ਤਾਂ ਫੋਨ ਔਰ ਟੀਵੀ ਤੁਹਾਨੂੰ ਐਕਟੀਵੇਟ ਰੱਖਦਾ ਤੁਹਾਡੇ ਦਿਮਾਗ ਨੂੰ ਤੁਹਾਡਾ ਹਰ ਟਾਈਮ ਦਿਮਾਗ ਐਕਟੀਵੇਟ ਰਹਿੰਦਾ ਸੋ ਤੁਹਾਡੀ ਸਲੀਪ ਤੇ ਬਹੁਤ ਇਫੈਕਟ ਕਰਦਾ ਹੈ ਸੋ ਐਟਲੀਸਟ ਐਨ ਆਵਰ ਪਹਿਲਾਂ ਤੁਹਾਨੂੰ ਆਪਣਾ ਫੋਨ ਔਰ ਟੀਵੀ ਯੂਜ਼ ਕਰਨਾ ਬੰਦ ਕਰ ਦੇਣਾ ਚਾਹੀਦਾ ਐਂਡ ਇੱਕ ਹੈ ਟੈਂਪਰੇਚਰ ਬਹੁਤ ਇੰਪੋਰਟੈਂਟ ਹੁੰਦਾ ਜਿੱਥੇ ਤੁਸੀਂ ਸੋ ਰਹੇ ਹੋ ਉਹ ਕੂਲ ਹੋਣਾ ਚਾਹੀਦਾ ਡਾਰਕ ਹੋਣਾ ਚਾਹੀਦਾ ਐਂਡ ਕੁਆਇਟ ਹੋਣਾ ਚਾਹੀਦਾ ਕੂਲ ਆਈ ਥਿੰਕ ਇਟਸ ਯੂਜੂਅਲੀ ਸੈਟ ਕਿ 62 to 69 ਫਾਰਨਹਾਈਟ ਦੇ ਆਸ-ਪਾਸ ਹੋਣਾ ਚਾਹੀਦਾ ਵਿਚ ਇਜ਼ ਦ ਪਰਫੈਕਟ ਟੈਂਪਰੇਚਰ ਤੁਹਾਡੀ ਸਲੀਪ ਦੀ ਕੁਆਲਿਟੀ ਲਈ ਬਹੁਤ ਇੰਪੋਰਟੈਂਟ ਹੈ ਨੈਕਸਟ ਹੈ ਕਿ ਟਰਾਈ ਮੈਡੀਟੇਸ਼ਨ ਬਿਫੋਰ ਯੂ ਸਲੀਪ ਆਈ ਥਿੰਕ ਇਟਸ ਲਾਈਕ ਚਾਹੇ 5-10 ਮਿੰਟ ਇਟ ਡਸਨਟ ਹੈਵ ਟੂ ਬੀ ਹਾਫ ਐਨ ਆਵਰ ਬਟ ਆਈ ਥਿੰਕ ਇਟਸ ਇੰਪੋਰਟੈਂਟ ਕਿ ਤੁਸੀਂ ਮੈਡੀਟੇਸ਼ਨ ਕਰੋ I think I'm gonna end this conversation by this एक mindfulness technique है ਜਿਹੜੀ ਮੈਂ share ਕਰਨਾ ਚਾਹੁੰਦੀ ਹਾਂ it's called 5 senses
ਉਹ ਤੁਸੀਂ ਇਨਕੋਰਪੋਰੇਟ ਕਰ ਸਕਦੇ ਹੋ ਆਪਣੀ ਲਾਈਫ 'ਚ। ਆਈ ਥਿੰਕ ਇਟਸ ਵੈਰੀ ਸਿੰਪਲ ਐਂਡ ਤੁਸੀਂ ਜਿਸ ਟਾਈਮ ਤੁਸੀਂ ਐਂਕਸ਼ੀਅਸ ਹੋ, ਸਟ੍ਰੈਸਡ ਹੋ, ਤੁਸੀਂ ਯੂ ਕੈਨ ਡੂ ਇਟ। ਆਈ ਥਿੰਕ ਇਟਸ ਵੈਰੀ ਵੈਰੀ ਈਜ਼ੀ। ਉਹਦੇ ਲਈ ਲਾਈਕ ਤੁਸੀਂ ਕਿ ਆਪਣਾ ਇੱਕ ਟਾਈਮਰ ਲਗਾ ਲਓ, ਜਾਂ ਫਿਰ ਅਗਰ ਤੁਹਾਨੂੰ ਲੱਗਦਾ ਤੁਸੀਂ 10 ਮਿੰਟ ਸਪੇਅਰ ਕਰ ਸਕਦੇ ਹੋ, ਤੁਸੀਂ ਕੁਆਇਟ ਜਗ੍ਹਾ 'ਚ, ਕੰਫਰਟੇਬਲ ਜਗ੍ਹਾ 'ਚ ਚਲੇ ਜਾਓ ਆਪਣੇ, ਜਾਂ ਤਾਂ ਬਾਹਰ ਚਲੇ ਜਾਓ, ਐਨੀਵੇਅਰ ਜਦ ਯੂ ਆਰ ਕੰਫਰਟੇਬਲ। ਸੋ ਉਹਦੇ 'ਚ ਕੀ ਹੁੰਦਾ ਹੈ, ਤੁਸੀਂ ਪਹਿਲਾਂ ਡੀਪ ਬਰੀਥਿੰਗ ਐਕਸਰਸਾਈਜ਼ ਕਰੋ। ਇਨ ਲਾਈਕ ਬਰੀਥ ਇਨ, ਬਰੀਥ ਆਊਟ, ਜਿਵੇਂ ਯੋਗਾ ਕਰਦੇ ਆ ਉਵੇਂ, ਲਾਈਕ ਬੇਸਿਕਲੀ ਬਰੀਥ ਇਨ, ਬਰੀਥ ਆਊਟ, ਐਂਡ ਆਪਣੀ ਬਰੀਥਿੰਗ ਤੇ ਫੋਕਸ ਕਰੋ। ਜਸਟ ਫੋਕਸ ਔਨ ਯੋਰ ਬਰੀਥਿੰਗ, ਦੈਟਸ ਇਟ। ਇਟਸ ਹਾਰਡ। ਤੁਹਾਡੇ ਦਿਮਾਗ 'ਚ ਆਪਣੀ ਫੀਲਿੰਗਸ ਨੂੰ ਨਾ ਐਕਨੋਲੇਜ, ਇਟਸ ਨਾਟ ਕਿ ਤੁਹਾਨੂੰ ਜਿਵੇਂ ਤੁਸੀਂ ਬਰੀਥਿੰਗ ਇਨ ਐਂਡ ਆਊਟ ਕਰੋਗੇ ਤੁਹਾਨੂੰ ਲੱਗੇਗਾ ਕਿ ਤੁਸੀਂ ਕਾਮ ਹੋ, ਜ਼ਰੂਰੀ ਨਹੀਂ ਹੈ। ਮੇਬੀ ਤੁਸੀਂ ਬੋਰ ਹੋ, ਮੇਬੀ ਤੁਸੀਂ ਫਰਸਟ੍ਰੇਟਡ ਹੋ। ਸੋ ਉਹਨੂੰ ਬਸ ਆਪਣੀ ਫੀਲਿੰਗਸ ਨੂੰ ਐਕਨੋਲੇਜ ਕਰਨਾ ਉਸ ਟਾਈਮ ਇੰਪੋਰਟੈਂਟ ਹੁੰਦਾ ਕਿ ਠੀਕ ਹੈ, ਆਈ ਐਮ ਫੀਲਿੰਗ ਦਿਸ। ਨੈਕਸਟ ਹੈ ਆਪਣੀ ਬੋਡੀ ਨੂੰ ਸਕੈਨ ਕਰੋ, ਇਨ ਦ ਸੈਂਸ ਕਿ ਤੁਸੀਂ ਆਪਣੇ ਪੈਰਾਂ ਤੋਂ ਸ਼ੁਰੂ ਹੋ ਜਾਓ ਆਪਣੇ ਸਿਰ ਤੱਕ, ਹਰ ਬੋਡੀ ਪਾਰਟ ਨੂੰ ਮਹਿਸੂਸ ਕਰਨਾ ਸ਼ੁਰੂ ਕਰੋ। ਤੁਸੀਂ ਕੀ ਫੀਲ ਕਰ ਰਹੇ ਹੋ? ਮੇਬੀ ਤੁਹਾਨੂੰ ਠੰਡ ਲੱਗ ਰਹੀ ਹੈ, ਮੇਬੀ ਕਿਤੇ ਪ੍ਰੈਸ਼ਰ ਹੋ ਰਿਹਾ, ਮੇਬੀ ਕਿਤੇ ਪੇਨ ਹੋ ਰਹੀ ਹੈ। ਸੋ ਸਾਰੀਆਂ ਫੀਲਿੰਗਸ ਤੁਸੀਂ ਮਹਿਸੂਸ ਕਰੋ ਆਪਣੇ। ਸਿਰਫ ਫੋਕਸ, ਆਈ ਥਿੰਕ ਫੋਕਸ ਇਜ਼ ਇੰਪੋਰਟੈਂਟ ਕਿ ਤੁਸੀਂ ਮੇਬੀ ਜਦ ਤੁਸੀਂ ਸਟਾਰਟ ਕਰਦੇ ਹੋ ਲਾਈਕ ਇਟਸ ਯੂ ਗੈਟ ਡਿਸਟਰੈਕਟਡ ਇੱਧਰ ਉੱਧਰ, ਬਟ ਇਟਸ ਫਾਈਨ। ਅਗਰ ਤੁਸੀਂ ਦੁਬਾਰਾ ਉੱਤੇ ਆਪਣਾ ਟਰਾਈ ਟੂ ਫੋਕਸ, ਜਿੰਨਾ ਜ਼ਿਆਦਾ ਫੋਕਸ ਕਰੋਗੇ, ਜਿੰਨਾ ਜ਼ਿਆਦਾ ਜਲਦੀ ਕਰੋਗੇ, ਜਿੰਨਾ ਜ਼ਿਆਦਾ ਵਾਰ ਕਰੋਗੇ, ਉਨੀ ਵਾਰ ਤੁਹਾਨੂੰ ਆਦਤ ਪੈ ਜਾਏਗੀ। ਸੋ ਸਕੈਨ ਕਰੋ ਆਪਣੀ ਬੋਡੀ, ਪਹਿਲਾਂ ਫੀਟ ਤੋਂ ਲੈ ਕੇ ਹੈਡ ਤੱਕ, ਐਂਡ ਦੈਨ ਹੈਡ ਤੋਂ ਲੈ ਕੇ ਫੀਟ ਤੱਕ। ਐਂਡ ਦੈਨ ਲਾਸਟਲੀ ਇੱਕ ਹੁੰਦਾ 5 ਸੈਂਸਸ ਟੈਕਨੀਕ ਹੁੰਦੀ ਹੈ। 5 ਸੈਂਸਸ 'ਚ ਕੀ ਹੈ? ਇਟਸ 5 4 3 2 1 ਬੇਸਿਕਲੀ। ਆਪਣੀ ਤੁਸੀਂ ਹਰ ਸੈਂਸ ਨੂੰ ਲਾਈਕ ਬੇਸਿਕਲੀ ਹਰ ਸੈਂਸ ਨੂੰ ਯੂਜ਼ ਕਰਨਾ ਹੈ। ਉਹਦੇ 'ਚ ਕੀ ਹੈ? ਸਭ ਤੋਂ ਪਹਿਲਾਂ 5 ਹੈ, 5 ਥਿੰਗਸ ਦੈਟ ਯੂ ਕੈਨ ਸੀ। ਜਸਟ ਓਪਨ ਯੋਰ ਆਈਜ਼ ਐਂਡ 5 ਥਿੰਗਸ ਜਿਹੜੀ ਤੁਸੀਂ ਅਗਰ ਰੂਮ 'ਚੋਂ 5 ਐਵੇਂ ਦੀਆਂ ਚੀਜ਼ਾਂ ਨੋਟਿਸ ਕਰੋ ਜਿਹੜੀ ਤੁਸੀਂ ਪਹਿਲਾਂ ਕਦੇ ਨਹੀਂ ਦੇਖਿਆ। ਇਟ ਕੈਨ ਬੀ ਕੋਈ ਸਪੋਜ਼ ਕੋਈ ਕਿਤੇ ਨੁੱਕਰ 'ਚ ਕੁਛ ਲਾਈਕ ਕ੍ਰੈਕ ਹੈਗਾ, ਓਕੇ ਦੈਟਸ ਫਾਈਨ। ਕੋਈ ਪੈਟਰਨ ਹੈਗਾ ਜਿਹੜਾ ਤੁਸੀਂ ਨਹੀਂ ਨੋਟਿਸ ਕੀਤਾ ਪਹਿਲਾਂ। ਸੋ 5 ਐਵੇਂ ਦੀਆਂ ਚੀਜ਼ਾਂ ਨੋਟਿਸ ਕਰੋ ਜਿਹੜੇ ਤੁਸੀਂ ਕਦੇ ਨੋਟਿਸ ਨਹੀਂ ਕੀਤੀਆਂ। ਅਗਰ ਤੁਸੀਂ ਬਾਹਰ ਹੋ, ਕੋਈ ਐਵੇਂ ਦੀ 5 ਚੀਜ਼ਾਂ ਜਿਹੜੀਆਂ ਤੁਸੀਂ ਨਹੀਂ ਨੋਟਿਸ ਕੀਤੀਆਂ ਪਹਿਲਾਂ। 4 ਹੁੰਦਾ 4 ਥਿੰਗਸ ਦੈਟ ਯੂ ਕੈਨ ਫੀਲ। ਇਟ ਕੈਨ ਬੀ ਐਨੀਥਿੰਗ। ਤੁਸੀਂ ਕਿਤੇ ਟੱਚ ਕਰਕੇ ਦੇਖੋ, ਕੋਈ ਐਵੇਂ ਦੀ ਜਿਹੜੀ ਤੁਸੀਂ ਫੀਲ ਕਰ ਸਕਦੇ ਹੋ। ਇਟ ਕੈਨ ਬੀ ਲਾਈਕ ਆਲਸੋ ਅਗੇਨ ਕੋਈ ਐਪਲ ਤੁਹਾਡੇ ਹੱਥ 'ਚ ਹੈ, ਉਹਨੂੰ ਫੀਲ ਕਰਕੇ ਦੇਖੋ, ਜਸਟ ਸੈਂਸੇਸ਼ਨਸ ਫੀਲ ਕਰੋ। 4 ਫਿਰ ਹੈ 3 ਥਿੰਗਸ ਦੈਟ ਯੂ ਕੈਨ ਹੀਅਰ, ਕੋਈ ਵੀ ਬੈਕਗਰਾਊਂਡ ਨੋਇਜ਼ਸ। ਕਈ ਵਾਰ ਸਭ ਕੁਝ ਜਿਹੜਾ ਤੁਸੀਂ ਫਿਲਟਰ ਕਰ ਰਹੇ ਸੀ ਪਹਿਲਾਂ, ਉਹਨੂੰ ਸੁਣਨ ਦੀ ਕੋਸ਼ਿਸ਼ ਕਰੋ। ਇਟ ਕੈਨ ਬੀ ਬਰਡਸ ਚਰਪਿੰਗ, ਕਈ ਵਾਰ ਨਹੀਂ ਸੁਣਦੀਆਂ। ਦੂਰੋਂ ਕੋਈ ਕਾਰ ਦੀ ਆਵਾਜ਼, ਕੋਈ ਐਵੇਂ ਦੀ ਬਰਡਸ। ਸੋ ਲਾਈਕ 3 ਥਿੰਗਸ ਦੈਟ ਯੂ ਕੈਨ ਹੀਅਰ, ਕੋਈ ਵੀ ਬੈਕਗਰਾਊਂਡ ਨੋਇਜ਼ਸ। ਫਿਰ ਹੈ 2 ਥਿੰਗਸ ਜਿਹੜੀਆਂ ਯੂ ਕੈਨ ਸਮੈਲ। ਜ਼ਰੂਰੀ ਨਹੀਂ ਹੈ ਨਾਈਸ ਸਮੈਲ, ਇਟ ਕੈਨ ਬੀ ਟਰੈਸ਼, ਐਨੀਥਿੰਗ ਜਿੱਥੇ ਤੁਸੀਂ ਖੜੇ ਹੋ ਉਸ ਹਿਸਾਬ ਨਾਲ। ਬਟ 2 ਥਿੰਗਸ ਜਿਹੜੀਆਂ ਤੁਸੀਂ ਸਮੈਲ ਕਰ ਸਕਦੇ ਹੋ। ਅਗਰ ਤੁਹਾਡੇ ਆਸ-ਪਾਸ ਕੁਛ ਨਹੀਂ ਹੈ, ਯੂ ਕੈਨ ਜਸਟ ਪਿਕ ਅਪ ਸਮਥਿੰਗ ਐਂਡ ਯੂ ਕੈਨ ਸਮੈਲ ਦੈਟ, ਐਨੀਥਿੰਗ। ਫਿਰ ਲਾਸਟ ਹੈ 1 thing that you can taste, and that also is anything. It can be toothpaste, it can be anything. That 1 thing that you can taste. Be mindful, like अपने जब ਤੁਸੀਂ ਸਭ ਕੁਝ ਕਰ ਰਹੇ ਹੋ, be mindful of ਤੁਸੀਂ ਕੀ experience ਕੀਤਾ, ਆਪਣੇ ਆਪ ਨਾਲ share ਕਰੋ, ਉਤੇ reflect ਕਰੋ। And I think it just is a quick technique to de-stress yourself, ਕਿਉਂਕਿ at least for 10 minutes ਦੀ ਤੁਸੀਂ ਕਿਸੇ ਹੋਰ ਚੀਜ਼ ਬਾਰੇ ਨਹੀਂ ਸੋਚਿਆ, and it just rejuvenates you. ਤੁਸੀਂ ਇੱਕਦਮ refresh ਹੋ ਜਾਂਦੇ ਹੋ। And that's the end of my discussion. ਹਾਂਜੀ, ਕੋਈ ਕੁਐਸਚਨ ਹੋਵੇ ਵਿੱਚੋਂ ਆਪਣੇ? ਨਾ ਬਹੁਤ ਵਧੀਆ ਸੁਣਿਆ ਵੀ ਇੰਨਾ ਨੌਲੇਜ ਅਸੀਂ ਆਪਣੇ ਬਾਰੇ ਮਤਲਬ ਹੈਲਥ ਬਾਰੇ 40 ਸਾਲਾਂ ਚ ਨਹੀਂ ਇਕੱਠਾ ਕੀਤਾ, ਜਿੰਨਾ 40 ਮਿੰਟਾਂ ਸਾਡੇ ਦਿਮਾਗ 'ਚ ਬਹਿ ਗਿਆ। ਬਹੁਤ ਥੈਂਕ ਯੂ। Thank you. ਕਿਉਂ ਪੈਕੇਜ ਇਕੱਠਾ ਨਹੀਂ ਆਇਆ ਸੀਗਾ ਨਾ ਇਸ ਬਾਰੇ, ਜਿਹੜਾ ਇਕੱਠਾ ਪੈਕੇਜ ਇੱਕੋ ਵਾਰੀ ਆ ਗਿਆ ਤਾਂ ਸਟੋਰੇਜ ਹੋਗਾ ਫਾਈਲ ਬਣ ਗਈ ਸਾਡੇ ਕੋਲ। ਥੈਂਕ ਯੂ ਵੈਰੀ ਮਚ, ਐਪਰੀਸ਼ੀਏਟ ਦਿਸ। ਥੈਂਕ ਯੂ। ਇੰਦਰ ਭਾਜੀ, ਕੋਈ ਕੁਐਸਚਨ ਹੋਵੇ ਤੁਹਾਡੇ ਕੋਲ? ਹਾਂਜੀ, ਡਾਕਟਰ ਤਰਲੋਕ ਸਿੰਘ, ਕੋਈ ਹੋਰ? ਠੀਕ ਹੈ ਜੀ, ਓਕੇ ਥੈਂਕ ਯੂ ਮਚ। ਐਂਡ ਹਾਂਜੀ ਡਾਕਟਰ ਸਾਹਿਬ, ਕੋਈ ਕੁਐਸਚਨ ਹੋਵੇ? ਇੰਗਲਿਸ਼ ਵਿੱਚ ਵੀ ਕਹਿੰਦੇ ਨੇ ਨਾ ਬਈ God gave me the strength to change the things that I can, ਹੈ ਨਾ ਇਸ ਤਰ੍ਹਾਂ ਦਾ, and accept the things that I cannot change. And the things that I can change give me the strength to change those. Same idea, same ਖਿਆਲ ਤੁਸੀਂ ਨੇ explain ਕੀਤੇ ਨੇ ਡਿਟੇਲ ਵਿੱਚ। Thank you.
ਓਕੇ, ਥੈਂਕ ਯੂ ਡਾਕਟਰ ਯਾਸਮੀਨ। ਤੇ ਹੁਣ ਉਸ ਤੋਂ ਬਾਅਦ 'ਚ ਸਾਡੇ ਨਾਲ ਡਾਕਟਰ ਪ੍ਰੋਫੈਸਰ ਰਵੀ ਵੀ ਆਏ ਹੋਏ ਨੇ, ਤੇ ਉਹਨਾਂ ਨਾਲ ਆਪਾਂ ਗੱਲ ਕਰਾਂਗੇ ਕਰੋਨਾ ਤੋਂ ਕਿਵੇਂ ਬਚਾਅ ਕਰਨਾ। ਉਹਨਾਂ ਕੋਲੇ ਉਸ ਟੌਪਿਕ ਤੇ ਆਪਾਂ ਗੱਲ ਕਰਾਂਗੇ ਉਹਨਾਂ ਦੇ ਨਾਲ ਵੀ। ਹਾਂਜੀ ਪ੍ਰੋਫੈਸਰ ਰਵੀ ਸਾਹਿਬ, ਕੀ ਹਾਲ ਚਾਲ ਹੈ? ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਬਹੁਤ ਵਧੀਆ। ਤੁਸੀਂ ਸੁਣਾਓ ਜਸਵੀਰ ਜੀ, ਕੀ ਹਾਲ ਨੇ? ਬਸ ਠੀਕ ਹੈ, ਵਧੀਆ, ਬਹੁਤ ਠੀਕ ਵਧੀਆ। ਹੈ ਜੀ। ਆਵਾਜ਼ ਕਲੀਅਰ ਆ ਰਹੀ ਤੁਹਾਨੂੰ? ਹਾਂਜੀ ਆ ਰਹੀ ਹੈ। ਹਾਂਜੀ ਕਲੀਅਰ ਹੈ। ਕਿਉਂਕਿ ਸਾਡੇ ਇੱਥੇ ਨਾ ਇੰਡੀਆ ਨੈਟ ਦੀ ਬੜੀ ਪ੍ਰੋਬਲਮ ਹੁੰਦੀ ਆ, ਤਾਂ ਮੈਂ ਵੋਲਿਊਮ ਵਗੈਰਾ ਠੀਕ ਕਰ ਲਾਂ। ਤੇ ਆ ਰਹੀ ਆਵਾਜ਼ ਠੀਕ ਮੇਰੀ? ਹਾਂਜੀ ਆ ਰਹੀ ਹੈ, ਕਲੀਅਰ। ਠੀਕ ਹੈ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਤੇ ਮੈਂ 10 ਮਿੰਟ ਹੀ ਲਵਾਂਗਾ ਤੁਹਾਡੇ। ਤੇ ਕੁਛ, ਕਿਉਂਕਿ ਕਰੋਨਾ ਦੇ ਬਾਰੇ ਅਸੀਂ ਜਾਣਦੇ ਹਾਂ ਕਿ ਹਰ ਰੋਜ਼ ਹੀ ਕੋਈ ਨਾ ਕੋਈ ਨਵੀਂ ਰਿਸਰਚ ਹੋ ਰਹੀ ਆ, ਜਾਂ ਕੋਈ ਨਵੇਂ ਨੁਸਖੇ ਲੱਭ ਰਹੇ ਨੇ। ਨੁਸਖੇ ਜਾਂ ਪੁਰਾਣੇ ਹੁੰਦੇ ਨੇ, ਬਟ ਸਾਡੇ ਧਿਆਨ ਦੇ ਵਿੱਚ ਬਾਅਦ ਚ ਆਉਂਦੇ ਨੇ। ਤੇ ਇਸ ਕਰਕੇ ਜੋ ਗੱਲਾਂ ਅਸੀਂ ਅੱਜ ਕਰੋਨਾ ਬਾਰੇ 6 ਮਹੀਨੇ ਪਹਿਲਾਂ ਕਰਦੇ ਸੀ, ਉਸ ਤੋਂ ਬਾਅਦ ਜਿਹੜੀਆਂ ਅੱਜ ਕਰਦੇ ਆ, ਕਰੋਨਾ ਉਦਾਂ ਹੀ ਫੈਲਦਾ ਹੈਗਾ, ਬਟ ਉਹਦੀ ਜਿਹੜੀ ਟ੍ਰੀਟਮੈਂਟਸ ਨੇ ਉਹ ਚੇਂਜ ਹੋ ਰਹੇ ਨੇ ਡੇ ਬਾਏ ਡੇ। ਜੇ ਪਹਿਲਾਂ ਕਹਿ ਰਹੇ ਸੀ ਕਿ ਰੈਮਡੇਸਿਵਿਰ ਜਿਹੜੀ ਆ ਉਹ ਇੱਕ ਬੰਦੇ ਦੀ ਲਾਈਫ ਸੇਵਿੰਗ ਹੈਗੀ ਆ, ਅੱਜ ਕਿਹਾ ਜਾ ਰਿਹਾ ਕਿ ਬੜੀ ਖਤਰਨਾਕ ਹੈਗੀ ਆ। ਇਸੇ ਤਰ੍ਹਾਂ ਆਈਵਰਮੈਕਟਿਨ ਬਹੁਤ ਲੋਕਾਂ ਨੇ ਖਾਧੀ ਹੈਗੀ ਆ, ਹੋਰ ਬਹੁਤ ਸਾਰੀਆਂ ਮੈਡੀਸਿਨਸ ਖਾਧੀਆਂ ਨੇ। ਆਪਾਂ ਮੈਡੀਸਨ ਦੀ ਅੱਜ ਗੱਲ ਨਹੀਂ ਕਰਾਂਗੇ ਵੀ ਇਹ ਇੱਕ, ਕਿਉਂਕਿ ਲੇਟੈਸਟ ਹੋਣ ਕਰਕੇ ਅਜੇ ਸਹੀ ਮਾਇਨਿਆਂ ਦੇ ਵਿੱਚ ਅਸੀਂ ਇਹਨੂੰ ਪਕੜ ਨਹੀਂ ਪਾ ਰਹੇ ਕਰੋਨਾ ਨੂੰ, ਕਿ ਇਹ ਚੀਜ਼ ਕੀ ਹੈ। ਜੇ ਆਪਾਂ ਸਿੰਪਲ ਭਾਸ਼ਾ ਦੇ ਵਿੱਚ ਗੱਲ ਕਰੀਏ, ਚਾਹੇ ਸਾਇੰਟਿਸਟ ਚਾਹੇ ਡਾਕਟਰਸ ਦਾਅਵੇ ਕਰ ਰਹੇ ਨੇ, ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਮਟੀਰੀਅਲ ਪਿਆ ਹੈਗਾ, ਬਟ ਐਕਚੁਅਲ ਦੇ ਵਿੱਚ ਜਿੰਨੀ ਕੁ ਮੈਂ ਇਸ ਚੀਜ਼ ਨੂੰ ਸਮਝ ਸਕਿਆ ਵੀ ਕਰੋਨਾ ਨੂੰ ਅਸੀਂ ਕਿਉਂ ਨਹੀਂ ਪਕੜ ਪਾ ਰਹੇ, ਤਾਂ ਉਹਦਾ ਇੱਕ ਵੱਡਾ ਕਾਰਨ ਇਹ ਹੈ ਕਿ ਜਿਹੜਾ ਕਰੋਨਾ ਹੈ ਵਾਇਰਸ ਆ, ਵਾਇਰਸ ਦੀ ਗੱਲ ਕਰਦੇ ਆ। ਵਾਇਰਸ ਤਾਂ ਦੇਖੋ ਕਰੋੜਾਂ ਸਾਲ ਪਹਿਲਾਂ ਵੀ ਸੀਗਾ ਧਰਤੀ ਦੇ ਉੱਤੇ, ਸਾਡੇ ਹੋਣ ਤੋਂ ਪਹਿਲਾਂ ਵੀ ਵਾਇਰਸ ਸੀਗਾ। ਤਾਂ ਵਾਇਰਸ ਜਿਹੜਾ ਹੈ ਉਹਦੇ ਕੋਲ ਕੋਈ ਹਥਿਆਰ ਨਹੀਂ, ਕੋਈ ਟੈਕਨੋਲੋਜੀ ਨਹੀਂ। ਵਾਇਰਸ ਲੜਾਈ ਲੜ ਰਿਹਾ ਨੇਚਰ ਦੇ ਬਣਾਏ ਹੋਏ ਰੂਲਸ ਦੇ ਅਕੋਰਡਿੰਗ। ਜਿਵੇਂ ਉਹਨੂੰ ਕੁਦਰਤ ਨੇ ਪੈਦਾ ਕੀਤਾ, ਉਹ ਉਸੇ ਅਕੋਰਡਿੰਗ ਸਾਡੇ ਨਾਲ ਲੜਾਈ ਲੜ ਰਿਹਾ। ਪਰ ਇਨਸਾਨ ਨੇਚਰ ਦੇ ਅਕੋਰਡਿੰਗ ਨਹੀਂ ਲੜ ਰਿਹਾ, ਇਨਸਾਨ ਲੜ ਰਿਹਾ ਟੈਕਨੋਲੋਜੀ ਬੇਸਡ। ਸਾਡੇ ਕੋਲ ਐਂਟੀਬਾਇਓਟਿਕਸ ਨੇ, ਸਟੀਰਾਇਡਸ ਨੇ। ਤਾਂ ਜਿਹੜੀ ਸਾਡੀ ਪ੍ਰਾਣ ਸ਼ਕਤੀ ਸੀ ਆਯੁਰਵੇਦ ਦੇ ਅਕੋਰਡਿੰਗ, ਨੇਚਰ ਦੇ ਸਾਨੂੰ ਇਮਿਊਨਿਟੀ ਦਿੱਤੀ ਸੀ, ਅਸੀਂ ਉਹ ਪਿਛਲੇ ਕੁਝ 100 ਸਾਲਾਂ ਦੇ ਵਿੱਚ ਵੀਕ ਕਰ ਲਈ ਆ। ਕਿ ਅੱਜ ਪਿਛਲੇ 20-30 ਸਾਲਾਂ 'ਚ ਤਾਂ ਬਹੁਤ ਜ਼ਿਆਦਾ ਵੀਕ ਹੋ ਗਿਆ। ਪੈਸਟੀਸਾਈਡ ਪ੍ਰੋਸੈਸਡ ਫੂਡ ਹੋਣਗੇ, ਲਾਈਫ ਸਟਾਈਲ ਚੇਂਜ ਹੋ ਗਿਆ। ਜਿਨ੍ਹਾਂ ਨੇ ਨੈਚੁਰਲ ਹੈਬਿਟੇਟ ਜਿਹੜਾ ਹੈ, ਨੈਚੁਰਲ ਲਾਈਫ ਸਟਾਈਲ ਨਹੀਂ ਚੇਂਜ ਕੀਤਾ, ਚਾਹੇ ਉਹ ਜੰਗਲ ਦੇ ਵਿੱਚ ਰਹਿੰਦੇ ਨੇ, ਚਾਹੇ ਪੰਛੀ ਨੇ, ਉਹਨਾਂ ਨੂੰ ਸਾਡੇ ਨਾਲ ਪ੍ਰੋਬਲਮਸ ਕੰਪੈਰੇਟਿਵਲੀ ਘੱਟ ਨੇ। ਤਾਂ ਵੱਡਾ ਕਾਰਨ ਇਹ ਆ ਕਿ ਅਸੀਂ ਨੇਚਰ ਦੇ ਅਕੋਰਡਿੰਗ ਲੜਾਈ ਲੜਨ ਦੇ ਸਮਰੱਥ ਨਹੀਂ ਰਹੇ ਜਾਂ ਵੀਕ ਹੋ ਗਏ ਆ। ਪਰ ਵਾਇਰਸ ਅੱਜ ਵੀ ਲੜਾਈ ਲੜ ਰਿਹਾ, ਉਹ ਨੇਚਰ ਦੇ ਬਣਾਏ ਹੋਏ ਰੂਲਾਂ ਨਾਲ ਲੜ ਰਿਹਾ। ਉਹਦੇ ਕੋਲੇ ਕੋਈ ਹਥਿਆਰ ਨਹੀਂ, ਕੋਈ ਟੈਕਨੋਲੋਜੀ ਨਹੀਂ। ਤਾਂ ਅਸੀਂ ਹੁਣ ਪਿਛਲੇ 1 ਮਹੀਨੇ ਤੋਂ ਅਸੀਂ ਕਾਫੀ, ਸਾਡਾ ਇੱਕ ਗਰੁੱਪ ਆ ਜਿਹਦੇ ਡਾਕਟਰਸ ਵੀ ਨੇ, ਜਿਹਦੇ ਵਿੱਚ ਕੁਝ ਹੋਰ ਐਸਟ੍ਰੋਲੋਜੀ ਵੀ ਹੈ। ਸਾਡੇ ਕੋਲ ਇੱਕ ਬੰਦਾ ਬੜਾ ਤਕੜਾ ਐਸਟ੍ਰੋਲੋਜਰ ਆ, ਕਿ ਹਰ ਉਸ ਪਹਿਲੂ ਤੋਂ ਅਸੀਂ ਰਿਸਰਚ ਕਰ ਰਹੇ ਹਾਂ ਵੀ ਕਿਵੇਂ ਇਸ ਚੀਜ਼ ਨੂੰ ਕੰਟਰੋਲ ਕੀਤਾ ਜਾ ਸਕਦਾ, ਬਚਿਆ ਜਾ ਸਕਦਾ, ਜਾਂ ਇਹ ਫੈਲ ਕਿਵੇਂ ਰਿਹਾ। ਫੈਲਣ ਦੇ ਵੀ ਦੇਖੋ, ਰੈਸਪੀਰੇਟਰੀ ਵਾਇਰਸ ਹੈਗਾ, ਉਹੀ ਸਾਹ ਲੈਂਦੇ ਆ, ਮੂੰਹ ਰਾਹੀਂ ਲੈਂਦੇ ਆ, ਅੱਖਾਂ ਰਾਹੀਂ ਵੀ ਕਹਿੰਦੇ ਚਲਾ ਜਾਂਦਾ, ਟੱਚ ਜਦੋਂ ਕਰਦੇ ਆ, ਟੱਚ ਕਰਕੇ ਏਦਾਂ ਹੋਇਆ, ਉਹਦੇ ਨਾਲ ਚਲਾ ਗਿਆ। ਇਹ ਸਿੰਪਲ ਗੱਲਾਂ ਨੇ। ਉਸ ਤੋਂ ਵੀ ਅੱਗੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਕੁਝ ਬੰਦੇ ਇਹੋ ਜਿਹੇ ਸੀ ਜਿਹੜੇ ਬਾਹਰ ਨਹੀਂ ਗਏ ਸੀ, ਤੇ ਉਹਨਾਂ ਨੂੰ ਫਿਰ ਵੀ ਕੋਵਿਡ ਹੋ ਗਿਆ। ਜਿਸ ਤਰ੍ਹਾਂ ਇੱਕ ਤੁਸੀਂ ਨਿਊਜ਼ ਤੇ ਦੇਖਿਆ ਹੋਣਾ, ਜਲੰਧਰ ਦਾ ਕੇਸ ਸੀ, ਇੱਕ ਬੱਚਾ 20 ਦਿਨ ਦਾ ਸੀਗਾ, ਤਾਂ ਉਹ ਪੋਜ਼ਿਟਿਵ ਸੀਗਾ, 20 ਡੇਜ਼ ਦਾ ਬੱਚਾ ਜਿਹੜਾ ਸੀਗਾ, ਪਰ ਉਹਦੇ ਪੇਰੈਂਟਸ ਨੈਗੇਟਿਵ ਸੀ। ਤਾਂ ਬੜੇ ਹੈਰਾਨੀ ਵਾਲੇ ਕੇਸ ਹੁੰਦੇ ਨੇ ਕਿ ਬੱਚੇ ਦੇ ਪੇਰੈਂਟਸ, ਕਿਉਂਕਿ 20 ਦਿਨ ਦਾ ਬੱਚਾ ਆਲਵੇਜ਼ ਆਪਣੀ ਮਦਰ ਦੇ ਨਾਲ ਰਹਿੰਦਾ, ਤੇ ਉਹਦੇ ਮਦਰ ਫਾਦਰ ਜਿਹੜੇ ਸੀ ਉਹ ਨੈਗੇਟਿਵ ਸੀ। ਫਿਰ ਅਸੀਂ ਦੇਖਿਆ ਕਿ ਘਰਾਂ ਦੇ ਵਿੱਚ ਜਿਹੜੇ ਲੋਕ ਰਹਿ ਰਹੇ ਨੇ ਉਹਨਾਂ ਨੂੰ ਕਿਉਂ ਹੋ ਰਿਹਾ। ਤਾਂ ਉਹਦੇ ਤੇ ਅਸੀਂ ਬੱਚਿਆਂ ਵਾਲੀਆਂ ਰਿਸਰਚ ਵੀ ਕਰਨ ਦੀ ਕੋਸ਼ਿਸ਼ ਕੀਤੀ, ਜਿਵੇਂ ਅਸੀਂ ਕਹਿੰਦੇ ਨਾ ਬਚਕਾਨੀਆਂ ਗੱਲਾਂ ਨੇ, ਵੀ ਬੰਦੇ ਕਿੱਥੋਂ ਤੱਕ ਸੋਚ ਰਹੇ ਨੇ। ਈਵਨ ਅਸੀਂ ਦੇਖਿਆ ਕਿ ਜਿਹੜੇ ਲੋਕ ਬਾਹਰ ਦਾ ਖਾਣਾ ਨਹੀਂ ਖਾ ਰਹੇ ਗੇ, ਬਾਹਲਾ ਬਿਲਕੁਲ ਘੁੰਮ ਨਹੀਂ ਰਹੇ, ਪਰ ਦੇਖਿਆ ਫਰੂਟ ਇਨਟੇਕ ਕਿੰਨੀ ਆ। ਫਰੂਟ ਦੇ ਨਾਲ ਅਸੀਂ ਇਹ ਕੋਰਿਲੇਟ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਜਿਵੇਂ ਦਾਲਾਂ ਪੈਕ ਨੇ, ਉਹਨਾਂ ਨੂੰ 4-5 ਦਿਨ ਅਸੀਂ ਪਾਸੇ ਰੱਖ ਦਿੰਦੇ ਆ, ਕਹਿ ਦਿੰਦੇ ਆ, ਜਾਂ ਉਹਨਾਂ ਨੂੰ ਕਿਸੇ ਡਿਸਇਨਫੈਕਟੈਂਟ ਦੇ ਨਾਲ ਪੈਕਟ ਨੂੰ ਸਾਫ਼ ਕਰ ਦਿੰਦੇ ਆ। ਤੇ ਫਰੂਟ ਕਿਉਂਕਿ ਆ, ਉਹਦੇ ਵਿੱਚ ਜਿਹੜੇ ਫਾਰਮੂਲੇ ਸੀ ਵੀ ਨਮਕ ਦੇ ਪਾਣੀ ਨਾਲ ਜਾਂ ਮਿੱਠੇ ਸੋਡੇ ਨਾਲ ਜਾਂ ਕੋਈ ਹੋਰ ਟੈਕਨੀਕਸ ਨੇ ਵੀ ਫਰੂਟ ਨੂੰ ਸਾਫ਼ ਕਰੋ, ਤੇ ਕੁਝ ਇੱਕ ਫਰੂਟ ਨੇ ਜਿਹੜੇ ਖਰਾਬ ਹੋ ਜਾਂਦੇ ਆ। ਜਿਵੇਂ ਬਨਾਨਾ ਹੈਗਾ, ਜੇ ਤੁਸੀਂ 1 ਡਜ਼ਨ ਲੈ ਕੇ ਆਏ ਹੋ, ਤੁਸੀਂ ਮਿੱਠੇ ਸੋਡੇ ਦੇ ਪਾਣੀ ਦੇ ਨਾਲ ਗਰਮ ਪਾਣੀ ਨਾਲ ਧੋ ਦੋ, ਤੇ ਉਹ ਫਿਰ ਡਿਊਰੇਬਿਲਿਟੀ ਘਟ ਜਾਂਦੀ ਆ, ਖਰਾਬ ਹੋਣ ਦੇ ਚਾਂਸਸ ਹੋ ਜਾਂਦੇ ਨੇ। ਤਾਂ ਅਸੀਂ ਉਹ ਵੀ ਦੇਖਿਆ ਕੋਰਿਲੇਟ ਕਰਕੇ ਕਿ ਕੀ ਜਿਹੜੇ ਫਰੂਟ ਜ਼ਿਆਦਾ ਯੂਜ਼ ਕਰ ਰਹੇ ਨੇ ਉਹਨਾਂ ਨੂੰ ਘਰੇ ਬੈਠਿਆਂ ਨੂੰ ਤਾਂ ਨਹੀਂ ਹੋਇਆ। ਇਹ ਅੱਜ ਵੈਸੇ ਮੇਰਾ ਟੌਪਿਕ ਨਹੀਂ ਹੈ ਵੀ ਕਿਵੇਂ ਹੋ ਰਿਹਾ। ਹੁਣ ਅਸੀਂ ਜਿਹੜੀ ਮੇਨ ਗੱਲ ਆ, ਜੇ ਤੇ ਮੈਂ ਆ ਰਿਹਾ, ਉਹ ਇਹ ਹੈਗਾ ਕਿ ਕੋਵਿਡ ਜਦੋਂ ਹੋ ਜਾਂਦਾ,
ਤਾਂ ਉਹਦੀਆਂ ਜਿਹੜੀਆਂ ਕੰਪਲਿਕੇਸ਼ਨਸ, ਜਿਹੜਾ ਨਵਾਂ ਇਹ ਵੇਰੀਐਂਟ ਹੈ, ਇੰਡੀਅਨ ਵੇਰੀਐਂਟ ਜਿਹਨੂੰ ਕਹਿ ਦਿੰਦੇ ਆ, ਜਿਹੜਾ ਮਿਊਟੇਸ਼ਨ ਹੋ ਗਈ ਆ, ਬੜਾ ਖਤਰਨਾਕ ਕਿਹਾ ਜਾ ਰਿਹਾ, ਆਕਸੀਜਨ ਦੀ ਬੜੀ ਕਮੀ ਹੋ ਰਹੀ ਆ, ਤਾਂ ਉਸ ਦੇ ਵਿੱਚ ਕੀ ਕੰਪਲਿਕੇਸ਼ਨਸ ਹੋਣਗੀਆਂ ਇਹ ਪਰਮਾਤਮਾ ਜਾਣਦਾ। ਕਿਹੜਾ ਕਿੰਨਾ ਫਿਟ ਪ੍ਰੂਵ ਹੋਏਗਾ, ਕਿਹੜਾ ਅਨਫਿਟ ਪ੍ਰੂਵ ਹੋਏਗਾ, ਇਹ ਵਕਤ ਜਾਣਦਾ, ਕਿਉਂਕਿ ਬੜੇ ਲੋਕ ਜਿਹੜੇ ਫਿਟ ਸੀਗੇ ਤੇ ਉਹ ਸਰਵਾਈਵ ਨਹੀਂ ਕਰ ਪਾਏ। ਨੋਨ ਪਰਸਨਸ ਦੇ ਵਿੱਚ ਵੀ ਕੈਜੁਅਲਟੀਜ਼ ਹੋਈਆਂ ਨੇ, ਪਿਛਲੀ ਵੇਵ ਦੇ ਵਿੱਚ ਨੋਨ ਪਰਸਨਸ ਦੇ ਵਿੱਚ ਨਹੀਂ ਸੀ ਹੋਈਆਂ। ਤੇ ਅਸੀਂ ਜਿਹੜੀ ਮੇਨ ਗੱਲ ਫਾਈਂਡ ਆਊਟ ਕੀਤੀ ਆ, ਫਾਈਂਡ ਆਊਟ ਨਹੀਂ ਕੀਤੀ, ਉਹ ਤੁਸੀਂ ਵੀ ਸਾਰੇ ਸਮਝ ਰਹੇ ਹੋ ਕਿ ਉਹਦਾ ਇੱਕੋ ਹੀ ਹੱਲ ਆ ਕਿ ਕੋਵਿਡ ਤੁਹਾਨੂੰ ਹੋਵੇ ਹੀ ਨਾ, ਪਰਮਾਤਮਾ ਕਰੇ ਹੋਵੇ ਹੀ ਨਾ। ਤਾਂ ਉਸ ਨੂੰ ਹੋਣ ਤੋਂ ਬਚਾਉਣ ਲਈ ਅਸੀਂ ਕੀ ਪ੍ਰੀਕਾਸ਼ਨਸ ਲੈ ਸਕਦੇ ਹਾਂ, ਉਹ ਮੈਂ 3-4 ਤੁਹਾਡੇ ਨਾਲ ਸ਼ੇਅਰ ਕਰਨੀਆਂ ਨੇ। ਪਹਿਲਾਂ ਵੀ ਸਾਨੂੰ ਪਤਾ ਸੀ, ਪਰ ਆਪਾਂ ਉਹ ਟੌਪਿਕ ਡਿਸਕਸ ਨਹੀਂ ਕਰ ਸਕੇ। 1-2 ਚੀਜ਼ਾਂ ਮੈਨੂੰ ਬਿਲਕੁਲ ਨਵੀਆਂ ਪਤਾ ਲੱਗੀਆਂ ਨੇ ਵੀ ਕਿਸ ਤਰ੍ਹਾਂ ਕਰ ਸਕਦੇ ਹਾਂ। ਕਿਉਂਕਿ ਰੈਸਪੀਰੇਟਰੀ ਵਾਇਰਸ ਹੈਗਾ, ਤਾਂ ਇਸ ਲਈ ਜਿਹੜੀ ਚੀਜ਼ ਨੂੰ ਅਸੀਂ ਪ੍ਰੋਟੈਕਟ ਕਰਨਾ ਹੈਗਾ, ਉਹ ਸਾਡਾ ਸਭ ਤੋਂ ਜ਼ਿਆਦਾ ਮੇਨ ਹੈਗਾ ਨੋਜ਼ ਤੇ ਮਾਊਥ, ਠੀਕ ਹੈ। ਕਿਉਂਕਿ ਇਹਦੇ ਰਾਹੀਂ ਵਾਇਰਸ ਦਾ ਡੈਡ ਆ, ਉਹ ਤਾਂ ਕਿਸੇ ਸਰਫੇਸ ਤੇ ਲੱਗਿਆ, ਉਹਨੇ ਉੱਡ ਕੇ ਤੁਹਾਡੇ ਆਪਣੇ ਆਪ ਮੂੰਹ ਦੇ ਵਿੱਚ ਨਹੀਂ ਪੈਣਾ, ਆਪਣੇ ਆਪ ਉਹਨੇ ਨੱਕ ਦੇ ਰਾਹੀਂ ਅੰਦਰ ਨਹੀਂ ਜਾਣਾ। ਵਾਇਰਸ ਜਿਹੜਾ ਹੈਗਾ ਉਹਦਾ weight ਵੀ ਇੰਨਾ ਹੈਗਾ ਕਿ ਉਹ ਹਵਾ ਦੇ ਵਿੱਚ ਫਲੋਟ ਨਹੀਂ ਕਰਦਾ। ਇਹ ਉਹੀ ਨੇ ਥਿਊਰੀਜ਼ ਜਿਹੜੀਆਂ 400 ਮਾਈਕਰੋਨਸ ਤੇ 100 ਮਾਈਕਰੋਨਸ ਵਾਲੀਆਂ, ਵੀ ਕਿਹੜੀ ਚੀਜ਼ ਫਲੋਟ ਕਰਦੀ ਆ। ਤਾਂ ਕਾਰਨ ਜਿਹੜਾ ਪੰਜਾਬ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਜ਼ਿਆਦਾ ਵਾਇਰਸ ਹੋਇਆ, ਉਹ ਲੋਕਾਂ ਨੂੰ ਹੋਇਆ ਜਿਹੜੇ ਸੋਸ਼ਲ ਗੈਦਰਿੰਗਸ ਵਿੱਚ ਗਏ ਨੇ। ਟੱਚ ਸਰਫੇਸ ਵਾਲਾ ਜਿਹੜਾ ਕਾਫੀ ਬੰਦਿਆਂ ਨੂੰ ਅਸੀਂ ਮਿਲੇ ਆ, ਜਿਹੜੇ ਬੰਦਿਆਂ ਨੇ ਟੱਚ ਤੋਂ ਪਰਹੇਜ਼ ਕੀਤਾ, ਮਾਸਕ ਪਾਇਆ ਹੋਇਆ, ਉਹ ਬੰਦੇ ਕਾਫੀ ਸੇਫ ਰਹੇ ਆ। ਕਾਰਨ ਕੀ ਆ, ਕਿਉਂਕਿ ਟੱਚ ਜਦੋਂ ਤੁਸੀਂ ਜਾਂਦੇ ਹੋ, ਸਰਫੇਸ ਟੱਚ ਕਰਦੇ ਹੋ, ਤਾਂ ਤੁਸੀਂ ਕਿਤੇ ਨਾ ਕਿਤੇ ਸੈਨੀਟਾਈਜ਼ਰ ਯੂਜ਼ ਕਰ ਹੀ ਲੈਂਦੇ ਹੋ, ਜਿਹੜਾ ਬੰਦਾ ਅਵੇਅਰ ਆ, ਚਾਹੇ ਉਹ ਸ਼ਾਪ ਤੇ ਯੂਜ਼ ਕਰ ਲਏ, ਚਾਹੇ ਕਾਰ 'ਚ ਰੱਖਿਆ ਹੋਵੇ। ਤੇ ਮਾਸਕ ਵੀ ਉਹ ਜਦੋਂ ਉਤਾਰਦੇ ਨੇ, ਉਸ ਤੋਂ ਪਹਿਲਾਂ ਹੱਥ ਧੋ ਲੈਂਦੇ ਨੇ ਤੇ ਮਾਸਕ ਉਤਾਰਦੇ ਨੇ। ਤਾਂ ਉਹਨਾਂ ਲੋਕਾਂ ਨੂੰ ਜ਼ਿਆਦਾ ਹੋਇਆ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਕੋਈ ਫੰਕਸ਼ਨ ਸੀਗੇ ਜੋ ਚੱਲ ਰਹੇ, ਉਦੋਂ ਪ੍ਰੀਕਾਸ਼ਨਸ ਇੰਨੀਆਂ ਹੈ ਨਹੀਂ ਸੀ, ਗਵਰਨਮੈਂਟ ਦੇ ਰੂਲਸ ਤਾਂ ਸਖਤ ਸੀਗੇ, ਪਰ ਇੰਪਲੀਮੈਂਟੇਸ਼ਨ ਨਹੀਂ ਸੀ ਇੰਨੀ। ਉਹਨਾਂ ਲੋਕਾਂ ਨੂੰ ਹੋਇਆ, ਕਿਉਂਕਿ 2 ਗਜ ਦੀ ਦੂਰੀ ਅਸੀਂ ਕਹਿੰਦੇ ਹਾਂ, 6 ਫੀਟ ਡਿਸਟੈਂਸ, ਤਾਂ ਇੰਨਾ ਆਪਣੇ ਖਾਸ ਕਰਕੇ ਪੰਜਾਬੀਆਂ ਦੇ ਵਿੱਚ ਇੰਨਾ ਪੋਸੀਬਲ ਨਹੀਂ। ਲੋਕ ਗੱਲ ਕਰਦੇ ਕਰਦੇ ਤੁਹਾਡੇ ਬਹੁਤ ਕਲੋਜ਼ ਆ ਜਾਂਦੇ ਨੇ। ਤਾਂ ਕਲੋਜ਼ ਕੰਟੈਕਟ, ਚਾਹੇ ਉਹ ਕਿਸੇ ਵਿਆਹ ਦੇ ਵਿੱਚ ਗਏ ਨੇ, ਚਾਹੇ ਉਹ ਕਿਸੇ ਦੇ ਘਰ ਐਜ਼ ਅ ਗੈਸਟ ਮਿਲਣ ਗਏ ਨੇ, ਤਾਂ ਕਲੋਜ਼ ਕੰਟੈਕਟ ਵਿੱਚ ਜਦੋਂ ਲੋਕ ਆਉਂਦੇ ਨੇ, ਜੇ ਦੋਨਾਂ ਨੇ ਮਾਸਕ ਨਹੀਂ ਪਾਇਆ, ਬੇਸਿਕਲੀ ਜਿਹੜੇ ਮਾਸਕ ਅਸੀਂ ਪਾ ਰਹੇ ਹਾਂ ਰੈਸਪੀਰੇਟਰਸ ਨੇ, ਮਾਸਕ ਨਹੀਂ ਹੈ, ਇਹ N95 ਨਹੀਂ ਹੈਗੇ। USA ਵਿੱਚ ਤੁਸੀਂ N95 ਪਾ ਰਹੇ ਹੋ, ਮੈਨੂੰ ਨਹੀਂ ਪਤਾ, ਬਟ ਇੱਥੇ 90% ਜਿਹੜੇ ਅਸੀਂ ਮਾਸਕ ਯੂਜ਼ ਕਰ ਰਹੇ ਹਾਂ, ਚਾਹੇ ਜਿਹੜੀ ਮਰਜ਼ੀ ਕੰਪਨੀ ਦੇ ਆ, ਉਹ N95 ਨਹੀਂ ਹੈਗੇ। N95 ਦਾ ਤਾਂ ਟੈਸਟਿੰਗ ਦਾ ਇੱਕ ਪ੍ਰੋਸੀਜਰ ਹੁੰਦਾ। N95 ਈਵਨ ਜੇ ਡਾਕਟਰਸ ਜਿਹੜੇ ਯੂਜ਼ ਕਰ ਰਹੇ ਨੇ ਜਿਹੜੀਆਂ ਕੰਟਰੀਜ਼, ਤਾਂ ਆਫਟਰ 6 ਮੰਥਸ ਜਿਹੜਾ ਉਹਦਾ ਫੇਸ ਦਾ ਮੈਜ਼ਰਮੈਂਟਸ ਨੇ ਦੁਬਾਰਾ ਲਏ ਜਾਂਦੇ ਨੇ, ਵੀ ਉਹਦਾ ਫੇਸ ਦਾ ਸਾਈਜ਼ ਤਾਂ ਨਹੀਂ ਚੇਂਜ ਹੋ ਗਿਆ। ਤਾਂ ਫਿਰ ਉਸ ਡਾਕਟਰ ਨੂੰ 6 ਮਹੀਨੇ ਬਾਅਦ ਨਵੇਂ N95 ਉਹਦੇ ਫੇਸ ਦੇ ਸਾਈਜ਼ ਦੇ ਅਕੋਰਡਿੰਗ ਦਿੱਤੇ ਜਾਂਦੇ ਆ। ਫਿਰ ਉਹਨਾਂ ਦੀ ਟੈਸਟਿੰਗ ਹੁੰਦੀ ਹੈ ਕਿ N95 ਲਗਾ ਲਓ, ਸਪਰੇਅ ਮਾਰੋ, ਜੇ ਉਸ ਨੂੰ ਫ੍ਰੈਗਰੈਂਸ, ਉਹਦੀ ਸਮੈਲ ਆ ਗਈ ਸਪਰੇਅ ਦੀ, ਜਾਂ ਗਲੇ ਤੱਕ ਚਲਾ ਗਿਆ, ਇਟ ਮੀਨਸ N95 ਦਾ ਜਿਹੜਾ ਸਾਈਜ਼ ਹੈਗਾ ਉਹ ਠੀਕ ਨਹੀਂ। ਔਰ N95 ਵਾਸ਼ੇਬਲ ਵੀ ਨਹੀਂ ਹੁੰਦੇ ਹੈਗੇ, ਜਿਹੜੇ ਪ੍ਰੋਪਰ ਚਾਰਕੋਲ ਪਾਊਡਰ ਵਗੈਰਾ ਯੂਜ਼ ਕੀਤਾ ਜਾਂਦਾ। ਤਾਂ ਇਸ ਲਈ ਜਿਹੜੇ ਅਸੀਂ ਰੈਸਪੀਰੇਟਰ ਯੂਜ਼ ਕਰ ਰਹੇ ਹਾਂ, ਇਹ ਵਾਇਰਸ ਨੂੰ ਨਹੀਂ ਰੋਕਦੇ, ਬਟ ਇਹਦੇ 'ਚ ਕੀ ਫਾਇਦਾ ਹੁੰਦਾ ਕਿ ਜਿਹੜੇ ਡ੍ਰੌਪਲੇਟਸ, ਜਦੋਂ ਮੈਂ ਗੱਲ ਕਰੂੰਗਾ, ਮੈਂ ਛਿੱਕਾਂਗਾ, ਖੰਘ ਵਗੈਰਾ ਆਏਗੀ, ਤਾਂ ਡ੍ਰੌਪਲੇਟਸ ਜਿਹੜੇ ਨੇ ਉਹਨਾਂ ਨੂੰ ਰੋਕੇਗਾ। ਦੂਜਾ ਬੰਦਾ, ਉਹਨੇ ਵੀ ਮਾਸਕ ਪਾਇਆ, ਉਹਦੇ ਉੱਤੇ ਵੀ ਇਸ ਤਰ੍ਹਾਂ ਪ੍ਰੋਟੈਕਸ਼ਨ ਹੋਏਗੀ। ਤਾਂ ਪੰਜਾਬ 'ਚ ਦੇਖਣ ਦੇ ਵਿੱਚ ਆਇਆ ਕਿ ਬਹੁਤ ਸਾਰੇ ਲੋਕ ਕੀ ਕਰਦੇ ਨੇ, ਮਾਸਕ ਪਾਇਆ ਹੋਇਆ ਬਟ ਏਦਾਂ ਪਾਇਆ, ਨੋਜ਼ ਬਾਹਰ ਆ। ਈਵਨ ਮੈਂ ਤੁਹਾਡੇ ਨਾਲ ਤਾਂ ਸ਼ੇਅਰ ਕਰ ਰਿਹਾ ਕਿ ਲੋਕਾਂ ਨੂੰ ਅਵੇਅਰ ਕਰੋ ਵੀ ਜੇ ਨੋਜ਼ ਬਾਹਰ ਹੈਗਾ ਤਾਂ ਤੁਹਾਨੂੰ ਮਾਸਕ ਦਾ ਕੋਈ ਫਾਇਦਾ ਨਹੀਂ ਹੈ। ਓਕੇ, ਕਈ ਲੋਕ ਮਾਸਕ ਪਾ ਕੇ ਰੱਖ ਰਹੇ ਨੇ ਇਸ ਤਰ੍ਹਾਂ, ਪਰ ਜਦੋਂ ਉਹਨਾਂ ਨੂੰ ਕੋਈ ਕੰਮ ਹੁੰਦਾ, ਉਹ ਉਤਾਰ ਲਿਆ ਥੱਲੇ, ਜਦੋਂ ਅਨਕੰਫਰਟੇਬਲ ਫੀਲ ਕਰਦੇ ਆ, ਫਿਰ ਜਦੋਂ ਹੱਥ ਉਹਨਾਂ ਦੇ ਕਈ ਜਗ੍ਹਾ ਤੇ ਟੱਚ ਹੋਏ ਹੁੰਦੇ, ਫਿਰ ਇੱਥੋਂ ਪਕੜ ਕੇ ਫਿਰ ਇੱਥੇ ਕਰ ਲੈਂਦੇ ਨੇ ਮਾਸਕ ਨੂੰ। ਉਹ ਜਦੋਂ ਤੁਸੀਂ ਮਾਸਕ ਇੱਕ ਵਾਰ ਲਗਾ ਲਿਆ, ਤਾਂ ਜਦੋਂ ਤੁਸੀਂ ਉਹਨੂੰ ਦੁਬਾਰਾ ਹੱਥ ਲਗਾਉਣਾ ਹੈਗਾ, ਤਾਂ ਹੱਥ ਤੁਹਾਡੇ ਵਾਸ਼ ਹੋਣੇ ਚਾਹੀਦੇ ਨੇ ਪ੍ਰੋਪਰ, ਜਾਂ ਸੈਨੀਟਾਈਜ਼ ਹੋਣੇ ਚਾਹੀਦੇ ਨੇ, ਤਾਂ ਉਹ ਮਾਸਕ ਨੂੰ ਟੱਚ ਕਰੋ, ਅਦਰਵਾਈਜ਼ ਮਾਸਕ ਨੂੰ ਟੱਚ ਨਾ ਕਰੋ। ਫਿਰ ਪੰਜਾਬ ਦੇ ਵਿੱਚ ਇੱਕ ਚੀਜ਼ ਬੜੀ ਕਾਮਨ ਹੈਗੀ ਆ ਕਿ ਪੰਜਾਬੀਆਂ ਨੂੰ ਮੂੰਹ ਤੇ ਹੱਥ ਲਗਾਉਣ ਦੀ ਆਦਤ ਬਹੁਤ ਜ਼ਿਆਦਾ, ਕਿਉਂਕਿ ਪਿੰਡਾਂ ਦੇ ਵਿੱਚ ਫੈਲ ਰਿਹਾ ਹੈਗਾ। ਇਹ ਵੀ ਇੱਕ ਰਿਸਰਚ ਦਾ ਵਿਸ਼ਾ ਹੈਗਾ। ਪਿੰਡਾਂ ਦੇ ਵਿੱਚ ਚਲੋ ਮਾਸਕ ਵੀ ਲੋਕਾਂ ਨੇ ਪਾਏ, ਇਹ ਗਲਤੀ ਹੋਈ ਆ ਪਿੰਡਾਂ ਦੇ ਵਿੱਚ ਕਿ ਮਾਸਕ ਨਹੀਂ ਲੋਕਾਂ ਨੇ ਪਾਏ। ਇੱਕ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਮੁਕਾਬਲੇ ਲੋਕ ਮਿਲਦੇ ਜ਼ਿਆਦਾ ਨੇ ਇੱਕ ਦੂਜੇ ਨੂੰ, ਤੇ ਉਹਦੇ ਵਿੱਚ ਕਲੋਜ਼ ਕੰਟੈਕਟ 'ਚ ਗੱਲ ਕਰਦੇ ਨੇ। ਕਲੋਜ਼ ਕੰਟੈਕਟ ਦੇ ਵਿੱਚ ਗੱਲ ਕਰ ਰਹੇ ਹੋ, ਮਾਸਕ ਨਹੀਂ ਪਾਇਆ ਹੋਇਆ, ਇੱਕ ਅਸੀਂ ਬਾਰ-ਬਾਰ ਏਦਾਂ ਮੁੱਛਾਂ ਨੂੰ ਕਰੀ ਜਾਂਦੇ ਆ, ਇਹ ਫੇਸ ਨੂੰ ਸਾਫ਼ ਕਰ ਲਿਆ ਏਦਾਂ ਚਾਹ ਪੀਣ ਤੋਂ ਬਾਅਦ। ਇਹ ਕਈ ਕਾਰਨ ਹੈ, ਮੈਂ ਪ੍ਰੂਵ ਨਹੀਂ ਕਰ ਸਕਦਾ, ਬਟ ਸਾਡੇ ਗੈਸ ਨੇ ਵੀ ਇਹ ਮੇ ਬੀ ਇਹ ਕਾਜ਼ ਹੋ ਸਕਦੇ ਨੇ। ਹੁਣ
ਇਹ ਤਾਂ ਚਲੋ ਛੋਟੇ ਛੋਟੇ ਕਾਰਨ ਨੇ। ਹੁਣ ਆਪਾਂ ਆਪਣੇ ਆਪ ਨੂੰ ਪ੍ਰੋਟੈਕਟ ਕਿਵੇਂ ਕਰਨਾ? ਅੱਜ ਕੱਲ ਕੋਈ ਕਹਿ ਰਿਹਾ N95 ਪਾਓ, N95 ਬੜਾ ਅਨਕੰਫਰਟੇਬਲ ਫੀਲ ਕਰੋਗੇ ਤੁਸੀਂ ਬਿਲਕੁਲ ਪਾ ਕੇ, ਤੇ ਉਹ ਵੀ ਆਪਾਂ ਘਰੋਂ ਚਲੇ ਗਏ ਤੇ ਲਾਉਣਾ ਨਹੀਂ 2 ਘੰਟੇ, ਬੜਾ ਅਨਕੰਫਰਟੇਬਲ ਆ। ਫਿਰ ਉਹ ਕਹਿੰਦੇ ਨੇ ਜੀ ਅੱਜ ਕੱਲ ਜੇ ਤੁਸੀਂ ਮਾਸਕ ਪਾ ਰਹੇ ਹੋ ਤਾਂ ਡਬਲ ਮਾਸਕ ਪਾਓ, ਪਹਿਲਾਂ ਸਰਜੀਕਲ ਪਾਓ, ਉਸ ਦੇ ਉੱਤੇ ਸਿੰਪਲ ਮਾਸਕ ਪਾਓ। ਉਹ ਵੀ ਬੜਾ ਅਨਕੰਫਰਟੇਬਲ ਫੀਲ ਹੁੰਦਾ ਕਿਉਂਕਿ এনवायरमेंट 'ਚ 21% ਆਕਸੀਜਨ ਆ, ਤੇ ਮਾਸਕ ਪਾ ਲਿਆ ਅਸੀਂ ਆਪਣੀ ਉਹ ਜਿਹੜੀ ਸਾਹ ਛੱਡਿਆ ਹੋਇਆ ਉਸੇ ਨੂੰ ਦੁਬਾਰਾ ਲੈ ਰਹੇ ਆ, ਉਹ ਵੀ ਅਨਕੰਫਰਟੇਬਲ ਫੀਲ ਕਰਦਾ। ਮਾਸਕ ਤਾਂ ਪਾਉਣਾ ਹੀ ਪਾਉਣਾ, ਪਰ ਤੁਹਾਨੂੰ ਕੌਨਫੀਡੈਂਸ ਰਵੇ ਸਾਈਕੋਲੋਜੀਕਲੀ ਔਰ ਆਯੁਰਵੈਦ ਦੇ ਅਕੋਰਡਿੰਗ, ਤਾਂ ਉਸ ਦਾ ਬਹੁਤ ਵਧੀਆ ਤਰੀਕਾ ਇਹ ਹੈਗਾ ਕਿ ਤੁਸੀਂ ਨੱਕ ਦੇ ਵਿੱਚ ਕੋਈ ਵੀ ਆਇਲ, ਬੈਸਟ ਜੇ ਤੁਹਾਨੂੰ ਗਾਂ ਦਾ ਦੇਸੀ ਘਿਓ ਮਿਲ ਜੇ, ਪਰ ਤੁਸੀਂ USA ਵਿੱਚੋਂ ਨਹੀਂ ਮਿਲਦਾ, ਬਦਾਮ ਰੋਗਨ ਲੈ ਲਓ। ਬਦਾਮ ਰੋਗਨ ਨਹੀਂ ਹੈ ਤਾਂ ਸਰੋਂ ਦਾ ਤੇਲ ਲੈ ਲਓ। ਉਹਦਾ ਇੱਕ ਇੱਕ ਡ੍ਰੌਪ ਨੱਕ ਦੇ ਵਿੱਚ ਪਾਉਣਾ ਹੈਗਾ। ਮੈਂ ਦੱਸੂਗਾ ਕਦੋਂ ਪਾਉਣਾ। ਤੇ ਜਦੋਂ ਤੁਸੀਂ ਨੱਕ ਦੇ ਵਿੱਚ ਇੱਕ ਇੱਕ ਡ੍ਰੌਪ ਪਾ ਲੈਂਦੇ ਹੋ, ਜੇ ਤੁਸੀਂ ਯਾਦ ਕਰੋ ਕਿ ਸਾਡੇ ਜਿਹੜੇ ਬਜ਼ੁਰਗ ਸੀ, ਉਹ ਮੇਰੇ ਆਪਣੇ ਫਾਦਰ ਜਦੋਂ ਨਹਾਉਂਦੇ ਸੀ, ਉਹ ਸਾਨੂੰ ਵੀ ਕਹਿੰਦੇ ਹੁੰਦੇ ਸੀ ਵੀ ਸਰੋਂ ਦੇ ਤੇਲ ਦੀ ਨਾਸ ਲਾਓ। ਪੰਜਾਬੀ 'ਚ ਇਹ ਵਰਡ ਵਰਤਦੇ ਸੀ ਵੀ ਲੈ ਕੇ ਤੇਲ ਤੇ ਉਹਨੂੰ ਅੰਦਰ ਖਿੱਚੋ। ਆਯੁਰਵੇਦ ਦੇ ਵਿੱਚ ਲਿਖਿਆ ਹੋਇਆ, ਕਿਉਂਕਿ ਆਯੁਰਵੇਦ ਵਿੱਚ 3 ਵੇਦ ਹੈਗੇ ਨੇ ਵੀ ਅਥਰਵਵੇਦ, ਰਿਗਵੇਦ, ਯਜੁਰਵੇਦ। ਤਾਂ ਇਹ ਤਿੰਨੋਂ ਅਲੱਗ-ਅਲੱਗ ਸੰਬੰਧਿਤ ਨੇ, ਤੇ ਇਹਨਾਂ ਵਿੱਚੋਂ ਇੱਕ ਜਿਹੜਾ ਹੈ ਉਹ ਆਯੁਰਵੇਦ ਨਾਲ ਰਿਲੇਟਡ ਆ। ਤਾਂ ਉਸ ਦੇ ਵਿੱਚ ਇਹ ਗੱਲ ਲਿਖੀ ਹੋਈ ਆ, ਗੀਤਾ ਦੇ ਵਿੱਚ ਵੀ ਇਹ ਗੱਲ ਲਿਖੀ ਹੋਈ ਆ ਕਿ ਜਦੋਂ ਵੀ ਕੋਈ ਮਹਾਮਾਰੀ ਫੈਲਦੀ ਆ ਤਾਂ ਉਦੋਂ ਤੁਸੀਂ ਆਪਣਾ ਨੱਕ ਦੇ ਵਿੱਚ ਤੇਲ ਲਗਾਓ। ਮਹਾਮਾਰੀ ਨਹੀਂ ਵੀ ਫੈਲਦੀ, ਜਦੋਂ ਵੀ ਤੁਸੀਂ ਇਹ ਰੂਟੀਨ ਬਣਾ ਲਓ ਕਿ ਨੱਕ ਦੇ ਵਿੱਚ ਆਇਲ ਜਿਹੜਾ ਹੈਗਾ ਪਾਉਣਾ। ਦੂਸਰਾ ਹੈਗਾ ਤਰੀਕਾ ਕਿ ਮੂੰਹ ਰਾਹੀਂ। ਤਾਂ ਮੂੰਹ ਰਾਹੀਂ ਵੀ ਕੀ ਹੈਗਾ ਕਿ ਐਡੀਬਲ ਆਇਲ, ਕੋਈ ਵੀ ਖਾਣ ਵਾਲਾ ਤੇਲ, ਉਹਦਾ 1 ਚਮਚਾ ਮੂੰਹ ਦੇ ਵਿੱਚ ਪਾਓ, ਮੂੰਹ ਦੇ ਵਿੱਚ ਉਹਨੂੰ ਘੁਮਾਓ, ਜਾਂ ਕਹਿ ਲਓ ਉਹਦੀ ਕੁਰਲੀ ਕਰਨੀ, ਤਾਂ ਉਸ ਨੂੰ ਬਾਅਦ 'ਚ ਸਪਿਟ ਕਰ ਦਿਓ, ਥੁੱਕ ਦਿਓ। ਤਾਂ ਤੁਹਾਡੀ ਡਬਲ ਪ੍ਰੋਟੈਕਸ਼ਨ ਹੋ ਜਾਂਦੀ ਹੈ। ਇੱਥੋਂ ਵਾਇਰਸ ਨਹੀਂ ਜਾਊਗਾ, ਇੱਥੋਂ ਵਾਇਰਸ ਨਹੀਂ ਆਊਗਾ, ਤੁਹਾਡਾ ਬਾਕੀਆਂ ਨਾਲੋਂ ਕਹਿ ਲਓ 90% ਤੁਸੀਂ ਪ੍ਰੋਟੈਕਟਡ ਹੋ ਜਾਂਦੇ। ਬਟ ਉੱਤੋਂ ਮਾਸਕ ਵੀ ਪਾ ਲਓ, ਠੀਕ ਹੈ। ਇੱਕ ਬੰਦਾ ਬਿਲਕੁਲ ਜਿਹੜਾ ਖਾਲੀ ਆ, ਇੱਕ ਤੁਸੀਂ ਇਹ ਲਿਆ ਹੋਇਆ। ਇੱਕ ਤਰੀਕਾ ਤਾਂ ਹੈਗਾ ਇਹ। ਹੁਣ ਇਹਦਾ ਬੈਸਟ ਵੇ ਕਿਹੜਾ ਹੈਗਾ ਕਿ ਕਦੋਂ ਤੁਹਾਨੂੰ ਨੱਕ ਦੇ ਵਿੱਚ ਆਇਲ ਪਾਉਣਾ ਚਾਹੀਦਾ? ਤਾਂ ਮੈਂ ਸੁਜੈਸਟ ਕਰੂੰਗਾ ਕਿ ਦਿਨ 'ਚ 2 ਵਾਰ ਕਰੋ। ਇੱਕ ਵਾਰੀ ਜਦੋਂ ਰਾਤ ਨੂੰ ਤੁਸੀਂ ਸੌਂਦੇ ਹੋ, ਜੇ ਤੁਸੀਂ ਰਾਤ ਨੂੰ ਸੌਣ ਲੱਗੇ ਥੋੜਾ ਜਿਹਾ ਕੋਸਾ ਕਰਕੇ ਬਦਾਮ ਰੋਗਨ ਜਾਂ ਪਿਓਰ ਦੇਸੀ ਘਿਓ ਦੇ ਵਿੱਚ ਗਾਂ ਦਾ ਹੀ ਬੈਸਟ ਮੰਨਿਆ ਜਾਂਦਾ, ਤੇ ਗਾਂ ਦਾ ਮਤਲਬ ਦੇਸੀ ਗਾਂ ਦਾ, ਤੇ ਉਸ ਦਾ ਇੱਕ ਇੱਕ ਡ੍ਰੌਪ ਤੁਸੀਂ ਪਾ ਲੈਂਦੇ ਹੋ, ਤਾਂ ਇਹਦੇ ਬੈਨੀਫਿਟਸ ਤੁਸੀਂ ਸੋਚ ਨਹੀਂ ਸਕਦੇ। ਪਹਿਲੀ ਗੱਲ, ਬੰਦਾ ਜੇ ਇਹ ਰੂਟੀਨ ਬਣਾ ਲੇ, ਉਹਨੂੰ ਸਾਰੀ ਲਾਈਫ ਵਿੱਚ ਕਦੇ ਸਟ੍ਰੈਸ ਨਹੀਂ ਹੁੰਦੀ, ਉਹਨੂੰ ਡਿਪਰੈਸ਼ਨ ਨਹੀਂ ਹੁੰਦਾ, ਨੀਂਦ ਬਹੁਤ ਵਧੀਆ ਆਉਂਦੀ ਆ, ਉਹਦੇ ਉਮਰ ਤੋਂ ਪਹਿਲਾਂ ਵਾਲ ਚਿੱਟੇ ਨਹੀਂ ਹੁੰਦੇ, ਉਹਦੀ ਆਈ ਸਾਈਟ ਜਿਹੜੀ ਆ ਵੀਕ ਨਹੀਂ ਹੁੰਦੀ। ਔਰ ਇਸ ਦਾ ਤੁਸੀਂ ਮੈਨੂੰ ਕਹੋਗੇ ਕਿ ਰਾਤ ਨੂੰ ਪਾਉਣ ਦਾ ਕਰੋਨਾ ਨਾਲ ਕੀ ਫਾਇਦਾ? ਅਕਸਰ ਅਸੀਂ ਕੀ ਕਰਦੇ ਆ ਪੰਜਾਬ ਦੇ ਵਿੱਚ, ਅਸੀਂ ਅਰਲੀ ਮਾਰਨਿੰਗ ਉੱਠ ਕੇ ਕੋਈ ਦੁੱਧ ਦਾ ਪੈਕਟ ਲੈਣ ਚਲੇ ਗਏ, ਤਾਂ ਉਦੋਂ ਸਾਨੂੰ ਨੱਕ ਦੇ ਵਿੱਚ ਤੇਲ ਪਾਉਣ ਦਾ ਯਾਦ ਨਹੀਂ ਰਹਿੰਦਾ। ਇੱਕ ਤਾਂ ਆਯੁਰਵੈਦਿਕ ਬੈਨੀਫਿਟ ਤੁਸੀਂ ਰਾਤ ਨੂੰ ਪਾਉਣ ਵਾਲੇ ਲੈ ਲਏ ਕਿ ਸਾਰੀ ਰਾਤ ਉਹ ਜਿਹੜਾ ਤੁਹਾਡੇ, ਸਿੱਧੀ ਜੀ ਗੱਲ ਆ, ਦਿਮਾਗ ਨੂੰ ਤਰ ਰੱਖਦਾ ਹੈਗਾ। ਸੈਕੰਡਲੀ, ਅਚਨਚੇਤ ਤੁਸੀਂ ਬਾਹਰ ਚਲੇ ਜਾਂਦੇ ਹੋ ਤਾਂ ਤੁਹਾਡੇ ਨੱਕ ਦੇ ਵਿੱਚ ਉਹ ਹੈ, ਠੀਕ ਹੈ। ਦੂਜਾ ਹੈ ਤਰੀਕਾ ਜਿਹੜਾ ਤੁਸੀਂ ਡੇਲੀ ਕਰਨਾ ਕਿ ਤੁਸੀਂ ਮਾਰਨਿੰਗ ਨਹਾ ਲਏ ਆਪਣਾ, ਉਸ ਤੋਂ ਬਾਅਦ ਤੁਸੀਂ ਰੋਟੀ ਖਾਣ ਤੋਂ, ਬ੍ਰੇਕਫਾਸਟ ਖਾਣ ਤੋਂ ਅੱਧਾ ਘੰਟਾ ਪਹਿਲਾਂ ਨੱਕ ਦੇ ਵਿੱਚ ਡ੍ਰੌਪ ਪਾ ਲੈਣੇ ਆ। 5-7 ਮਿੰਟ ਲੇਟੇ ਰਹੋ, ਸਰਾਣਾ ਨਾ ਯੂਜ਼ ਕਰੋ, ਪਿੱਲੋ, ਤੇ ਉਹ ਤੁਹਾਡੀ ਆਇਲਿੰਗ ਜਿਹੜੀ ਆ ਮਾਰਨਿੰਗ ਵਾਸਤੇ ਹੋ ਗਈ। ਤੇ ਅੱਧਾ ਘੰਟਾ ਪਹਿਲਾਂ ਜਿਹੜਾ ਖਾਣੇ ਤੋਂ ਤੁਸੀਂ ਲਾਓਗੇ, ਤਾਂ ਜਿਹੜੇ ਬੈਨੀਫਿਟਸ ਤੁਹਾਨੂੰ ਮੈਂ ਰਾਤ ਨੂੰ ਦੱਸੇ ਸੀ, ਉਹੀ ਬੈਨੀਫਿਟਸ ਤੁਹਾਡੇ ਡਬਲ ਹੋ ਜਾਂਦੇ ਨੇ ਜੇ ਤੁਸੀਂ ਖਾਣਾ ਖਾਣ ਤੋਂ। ਪਰ ਇਹਦੇ ਵਿੱਚ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਕਿ ਜੀ ਅੱਧਾ ਘੰਟਾ, ਤਾਂ ਰੋਟੀ ਖਾਣ ਦੇ ਵਿੱਚ ਤਾਂ ਹੁਣ 15 ਮਿੰਟ ਰਹਿ ਗਏ ਵੀ ਮੈਂ ਤਾਂ ਡਿਊਟੀ ਤੇ ਜਾਣਾ, ਹੁਣ ਨਹੀਂ ਪਾਉਣਾ। ਇਹੋ ਜਿਹਾ ਕੋਈ ਰੂਲ ਨਹੀਂ। ਜੇ ਤੁਸੀਂ ਰੋਟੀ ਖਾਣ ਤੋਂ ਬਾਅਦ ਵੀ, ਬਾਹਰ ਜਾਣ ਤੋਂ ਪਹਿਲਾਂ ਵੀ ਨੱਕ ਦੇ ਵਿੱਚ ਤੇਲ ਲਗਾ ਲਓਗੇ, ਕੋਈ ਸਾਈਡ ਇਫੈਕਟ ਨਹੀਂ, ਕੋਈ ਨੁਕਸਾਨ ਨਹੀਂ। ਬਟ ਬਾਹਰ ਜਾਣ ਤੋਂ ਪਹਿਲਾਂ, ਤੇ ਕਿਉਂਕਿ ਮਾਰਨਿੰਗ ਤੁਸੀਂ ਬਾਹਰ ਜਾਣਾ, ਤਾਂ ਉਸ ਟਾਈਮ ਫਿਰ ਜਿਹੜਾ ਮੂੰਹ ਦੇ ਵਿੱਚ ਵੀ ਤੁਹਾਨੂੰ ਮੈਂ ਕਿਹਾ ਸੀ 1 ਚਮਚ ਕੋਈ ਵੀ ਐਡੀਬਲ ਆਇਲ ਪਾ ਕੇ, ਔਰ ਉਸ ਨੂੰ ਬਾਅਦ ਦੇ ਵਿੱਚ ਤੁਸੀਂ ਸਪਿਟ ਕਰ ਦਿਓ। ਇਹ ਹੈਗਾ ਪਹਿਲਾ ਤਰੀਕਾ। ਦੂਜਾ ਤਰੀਕਾ ਹੈ ਕਿ ਆਪਾਂ ਪੰਜਾਬੀ ਸੌਂਠ ਹੁੰਦੀ ਆ ਜਾਂ ਸੁੰਡ ਕਹਿ ਦਿੰਦੇ ਆ, ਜਾਂ ਡਰਾਈ ਜਿੰਜਰ, ਅਦਰਕ ਸੁੱਕਿਆ ਹੋਇਆ, ਉਹਦਾ ਪਾਊਡਰ, ਇਹਦਾ ਵੀ ਵਾਇਰਸ 'ਚ ਬੜਾ ਵੱਡਾ ਰੋਲ ਆ। ਅਦਰਕ ਦਾ ਤਾਂ ਵੈਸੇ ਰੋਲ ਹੈਗਾ ਹੀ ਆ, ਕਾੜਿਆਂ 'ਚ ਵੀ ਪੀਂਦੇ ਆ। ਇਹਦਾ ਕੀ ਰੋਲ ਹੈ ਕਿ ਤੁਸੀਂ ਜਿਹੜੀ ਮੈਂ ਪਹਿਲਾਂ 2 ਤਰੀਕੇ ਦੱਸੇ ਆ, ਉਹਨਾਂ ਦੋਨੇ ਤਰੀਕਿਆਂ ਦੀ ਜਗ੍ਹਾ ਦੇ ਉੱਪਰ, ਤੇਲ ਦੀ ਜਗ੍ਹਾ ਤੇ ਤੁਸੀਂ ਸੁੰਡ ਯੂਜ਼ ਕਰ ਸਕਦੇ ਹੋ। ਤੇ ਜੇ ਤਾਂ ਤੁਸੀਂ ਦੋਨੇ ਤਰੀਕਿਆਂ ਨਾਲ ਯੂਜ਼ ਕਰਨੀ ਨੱਕ ਵਿੱਚ ਵੀ, ਤਾਂ ਸੁੰਡ ਨੂੰ ਕੱਪੜ ਛਾਣ ਕਰ ਲਓ, ਕੱਪੜੇ ਵਿੱਚ ਦੀ। ਹਾਲਾਂਕਿ ਉਹ ਪਾਊਡਰ ਆ, ਫੇਰ ਵੀ ਉਹਨੂੰ ਬਰੀਕ ਮਲਮਲ ਦੇ ਕੱਪੜੇ ਵਿੱਚ ਦੀ ਕਰ ਲਓ। ਤਾਂ ਜਿਵੇਂ ਪੁਰਾਣੇ ਲੋਕ ਨਸਵਾਰ ਲੈਂਦੇ ਸੀ, ਉਹਦੀ ਇੱਕ ਚੁੰਡੀ ਇੱਧਰ ਖਿੱਚ ਲਓ, ਇੱਕ ਚੁੰਡੀ ਇੱਧਰ ਖਿੱਚ ਲਓ,
ਇਹ ਤੁਹਾਡੀ ਇੱਥੋਂ ਪ੍ਰੋਟੈਕਸ਼ਨ ਹੋਗੀ। ਪਰ ਮੈਂ ਇਹ ਸੁਜੈਸਟ ਨਹੀਂ ਕਰੂੰਗਾ ਤੁਹਾਨੂੰ, ਕਿਉਂਕਿ ਚੁੰਡੀ ਖਿੱਚਣ ਦਾ ਸਾਨੂੰ ਜਾਂ ਕਿੰਨੀ ਕੁਆਂਟੀਟੀ ਆ ਥੋੜੀ ਸਾਡੇ ਲਈ ਇਰੀਟੇਸ਼ਨ ਫੀਲ ਹੋ ਸਕਦੀ ਆ, ਸਾਨੂੰ ਖੰਘ ਆ ਸਕਦੀ ਆ, ਛਿੱਕਾਂ ਆ ਸਕਦੀਆਂ। ਇਹਦਾ ਅਸੀਂ ਫਾਈਂਡ ਆਊਟ, ਮੈਂ ਆਪਣੇ ਅਕੋਰਡਿੰਗ ਫਾਰਮੂਲਾ ਬਣਾਇਆ ਕਿ ਇਹ ਨੱਕ ਵਿੱਚ ਰਹਿਣ ਦਿਓ, ਨੱਕ ਵਿੱਚ ਤੇਲ ਹੀ ਪਾ ਲਓ, ਠੀਕ ਹੈ ਜੀ। ਨੱਕ ਦੇ ਵਿੱਚ ਆਇਲਿੰਗ ਵਾਲਾ ਹੀ ਫਾਰਮੂਲਾ ਰੱਖੋ। ਹੁਣ ਮੂੰਹ ਦੇ ਵਿੱਚ ਸੁੰਡ ਕਿਵੇਂ ਯੂਜ਼ ਕਰਨੀ ਆ, ਉਹ ਇਹ ਹੈਗੀ ਆ ਕਿ ਖਾਣਾ ਖਾਣ ਤੋਂ ਬਾਅਦ ਸੁੰਡ ਦੀ ਚੁੰਡੀ ਲੈਣੀ ਆ ਤੇ ਉਹਨੂੰ ਆਪਣੀ ਜੀਭ ਦੇ ਉੱਤੇ ਰੱਖ ਲੈਣਾ, ਪਰ ਉਹਨੂੰ ਲੰਘਾਉਣਾ ਨਹੀਂ। ਉਹਨੂੰ ਉਦਾਂ ਹੀ ਜੀਭ ਤੇ ਪਿਆ ਰਹਿਣ ਦਿਓ, ਕੌੜੀ ਹੋਏਗੀ, ਅਨਕੰਫਰਟੇਬਲ ਵੀ ਹੋਏਗਾ ਟੇਸਟ, ਇੱਕ ਦੋ ਦਿਨ ਤੁਹਾਨੂੰ ਬਾਅਦ ਚ ਆਦਤ ਪੈ ਜਾਏਗੀ। ਉਸ ਨੂੰ ਤੁਸੀਂ ਕੀ ਕਰਨਾ, ਆਪਣੇ ਆਪ ਨੈਚੁਰਲੀ 1 ਅੱਧੇ ਮਿੰਟ ਚ 2 ਮਿੰਟ ਚ ਜਾਂ 3 ਮਿੰਟ ਦੇ ਵਿੱਚ ਜਿਹੜੀ ਚੁੰਡੀ ਜੀ ਰੱਖੀ ਹੋਊਗੀ ਉਹ ਫੈਲ ਜੂਗੀ, ਤੁਹਾਡਾ ਜਿਹੜਾ ਸਲਾਈਵਾ ਹੈ ਉਹਦੇ ਨਾਲ ਆਪੇ ਅੰਦਰ ਚਲੀ ਜਾਊਗੀ। ਬਸ ਜਦੋਂ ਉਹ ਆਪਣੇ ਆਪ ਚਲੀ ਗਈ ਤਾਂ ਸਮਝ ਲਓ ਤੁਹਾਡੇ ਪ੍ਰੋਟੈਕਟਿਡ ਲੇਅਰ ਜਿਹੜੀ ਆ ਜੀਭ ਦੇ ਉੱਪਰ ਬਣ ਗਈ। ਦੁਨੀਆ ਦਾ ਕੋਈ ਵਾਇਰਸ ਤੁਹਾਡੇ ਅੰਦਰ, ਇਕੱਲਾ ਕੋਵਿਡ ਨਹੀਂ, ਕੋਈ ਵੀ ਵਾਇਰਸ ਮੂੰਹ ਰਾਹੀਂ ਨਹੀਂ ਜਾ ਸਕਦਾ। ਉਹ ਤੁਸੀਂ ਖਾਣੇ ਤੋਂ ਬਾਅਦ 2 ਟਾਈਮ ਕਰ ਲਓ। ਜਿਵੇਂ ਮਾਰਨਿੰਗ ਦੇ ਬ੍ਰੇਕਫਾਸਟ ਤੋਂ ਬਾਅਦ ਤੁਸੀਂ ਬਾਹਰ ਜਾਣਾ ਹੁੰਦਾ, ਨੱਕ ਦੇ ਵਿੱਚ ਤੁਸੀਂ ਆਇਲ ਪਾ ਲਿਆ, ਇਹਦੇ ਵਿੱਚ ਤੁਸੀਂ ਜੀਭ ਦੇ ਉੱਪਰ ਤੁਸੀਂ ਉਹ ਸੁੰਡ ਲਗਾ ਲਈ ਹੈਗੀ ਆ, ਤਾਂ ਇਸ ਦੇ ਨਾਲ ਜਿਹੜਾ ਹੈ ਤੁਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ ਹੋ। ਇਹ ਮੈਂ ਦੱਸਣਾ ਚਾਹੁੰਦਾ ਸੀ ਅੱਜ, ਕਿਉਂਕਿ ਇਹ ਬੜੀ ਜ਼ਰੂਰੀ ਚੀਜ਼ ਹੈਗੀ ਆ। ਕੋਸ਼ਿਸ਼ ਕਰੋ ਕਿ ਕੋਵਿਡ ਹੋਵੇ ਹੀ ਨਾ। ਬਾਅਦ ਦੀਆਂ ਕੰਪਲੀਕੇਸ਼ਨਸ ਕੀ ਹੋਣਗੀਆਂ ਕੀ ਨਹੀਂ ਹੋਣਗੀਆਂ ਸਾਨੂੰ ਨਹੀਂ ਪਤਾ, ਕੋਸ਼ਿਸ਼ ਕਰੋ ਕਿ ਹੋਵੇ ਨਾ। ਤੇ ਜਸਵੀਰ ਜੀ, ਮੇਰਾ ਖਿਆਲ ਟਾਈਮ, ਕਿਉਂਕਿ ਮੈਂ ਹਾਂਜੀ ਤਾਂ ਹੋਰ ਟੌਪਿਕ ਹੈਗੇ ਨੇ, ਪਰ ਟਾਈਮ ਦੀ ਪ੍ਰੋਬਲਮ ਤੁਹਾਨੂੰ ਹੋਏਗੀ ਸਾਰਿਆਂ ਨੂੰ। ਬਸ ਹਾਂਜੀ ਹਾਂਜੀ ਕੁਐਸਚਨ ਹੈਗਾ ਮੈਨੂੰ ਪੁੱਛ ਲਓ। ਹਾਂਜੀ, ਆਪਣੇ ਕੋਲ 5 ਮਿੰਟ ਹੋਰ ਹੈ ਲਾਸਟ। ਹੋਰ ਕੋਈ ਕੁਐਸਚਨ ਪੁੱਛਣਾ ਚਾਹੁੰਦਾ ਹੋਵੇ ਡਾਕਟਰ ਜਾਸਮੀਨ ਤੋਂ ਜਾਂ ਫਿਰ ਪ੍ਰੋਫੈਸਰ ਰਵੀ ਤੋਂ, ਕੋਈ ਵੀ ਕੁਐਸਚਨ ਹੋਵੇ ਤੁਸੀਂ ਪੁੱਛ ਸਕਦੇ ਹੋ। ਆਇਲ ਪ੍ਰੋਟੈਕਟ ਕਿਸ ਤਰ੍ਹਾਂ ਕਰਦਾ ਹੈ, ਆਇਲ ਦਾ ਇੰਟਰੈਕਸ਼ਨ ਕਿਸ ਤਰ੍ਹਾਂ ਹੁੰਦੀ ਉਸਦੇ ਨਾਲ, ਵਾਇਰਸ ਨਾਲ? ਸਰ ਇਹ ਜਿਹੜਾ ਮੈਂ ਆਯੁਰਵੈਦਿਕ ਫਾਰਮੂਲਾ ਦੱਸਿਆ ਤੁਹਾਨੂੰ, ਜਿਹੜਾ ਮੈਨੂੰ ਵੀ ਰੀਸੈਂਟਲੀ ਸਾਡੇ ਆਯੁਰਵੈਦਿਕ ਦੇ ਮੇਰੇ ਦੋਸਤ ਨੇ, ਕੰਟਰੋਲਰ ਨੇ ਆਯੁਰਵੈਦਿਕ ਯੂਨੀਵਰਸਿਟੀ ਦੇ ਵਿੱਚ, ਤਾਂ ਉਹਨਾਂ ਨੇ ਇਹ ਗੱਲ ਜਿਹੜੀ ਆ ਉਹ ਮੈਂ ਤਾਂ ਨਹੀਂ ਉਹ ਤੁਹਾਡੇ ਕੋਲ ਵੇਦ ਦਾ ਨਾਂ ਲਿਆ, ਮੇਰਾ ਖਿਆਲ ਉਹਨਾਂ ਨੇ ਯਜੁਰਵੇਦ ਕਿਹਾ ਸੀ ਵੀ ਇਹ ਉਹਦੇ ਵਿੱਚ, ਕਿਉਂਕਿ ਮੈਂ ਤਾਂ ਨਹੀਂ ਬੋਲਿਆ, ਮੈਂ ਕਿਹਾ ਵੀ ਮੈਨੂੰ ਤਿੰਨੋਂ ਵੇਦਾਂ ਦੇ ਵਿੱਚ ਭੁੱਲ ਗਿਆ ਵੀ ਜਿਹੜਾ ਆਯੁਰਵੈਦ ਦੇ ਨਾਲ ਜੜੀ ਬੂਟੀਆਂ ਨਾਲ ਰਿਲੇਟਡ ਵੇਦ ਕਿਹੜਾ। ਮੇਰਾ ਖਿਆਲ ਯਜੁਰਵੇਦ ਵਿੱਚ ਉਹਨਾਂ ਨੇ ਕਿਹਾ ਸੀ। ਉਹ ਕਹਿੰਦੇ ਕਿ ਯਜੁਰਵੇਦ ਦੇ ਵਿੱਚ ਇਸ ਦਾ ਜ਼ਿਕਰ ਆਉਂਦਾ ਹੈਗਾ ਕਿ ਮਹਾਮਾਰੀ ਵੇਲੇ ਵਾਇਰਸ ਦੇ ਨਾਲ ਰਿਲੇਟਡ ਜਿਹੜੀ ਹੈ, ਤਾਂ ਤੁਸੀਂ ਆਇਲ ਜਦੋਂ ਯੂਜ਼ ਕਰਦੇ ਹੋ ਤਾਂ ਵਾਇਰਸ ਜਿਹੜਾ ਹੈ ਟੈਕਨੀਕਲੀ ਜਿਹੜਾ ਮੈਡੀਕਲ ਲਾਈਨ ਦੇ ਵਿੱਚ ਉਹ ਕਿਸ ਤਰ੍ਹਾਂ ਰੋਕਦਾ, ਮੈਂ ਉਹ ਡਿਟੇਲਸ ਉਹਨਾਂ ਨਾਲ, ਫਿਰ ਮੈਂ ਇਸ ਨੂੰ ਇੱਥੇ ਸਾਡੇ ਇੱਕ ਧਾਰਮਿਕ ਹੈਗੇ ਨੇ ਉਹਨਾਂ ਨਾਲ ਜ਼ਿਕਰ ਕੀਤਾ। ਉਹ ਕਹਿੰਦੇ ਗੀਤਾ ਦੇ ਵਿੱਚ ਵੀ ਜ਼ਿਕਰ ਹੈ ਇਸ ਚੀਜ਼ ਦਾ ਕਿ ਤੁਸੀਂ ਆਇਲ ਯੂਜ਼ ਕਰੋ। ਉਹ ਕਿਸ ਤਰ੍ਹਾਂ ਰੋਕਦਾ ਹੈ ਮੈਂ ਉਹਨਾਂ ਨਾਲ ਡਿਟੇਲਸ ਦੇ ਵਿੱਚ ਨਹੀਂ ਕੀਤੀ ਗੱਲ, ਮੈਂ ਤੁਹਾਨੂੰ ਦੱਸਾਂ ਵੀ, ਕਿਉਂਕਿ ਤੁਹਾਡਾ ਕੁਐਸਚਨ ਬੜਾ ਵਧੀਆ ਹੈ ਕਿ ਕਿਸ ਤਰ੍ਹਾਂ ਰੋਕੇਗਾ। ਪਰ ਉਹਨਾਂ ਨੇ ਰੀਸੈਂਟਲੀ ਸਾਨੂੰ ਦੱਸਿਆ ਕਿ ਇਹ ਜਿਹੜਾ ਫਾਰਮੂਲਾ ਅਸੀਂ ਆਯੁਰਵੈਦ ਦੇ ਯੂਨੀਵਰਸਿਟੀ ਦੇ ਵਿੱਚ ਕਰ ਰਹੇ ਆ ਵੀ ਇਹ ਫਾਰਮੂਲਾ ਯੂਜ਼ ਕੀਤਾ ਜਾਵੇ, ਕਿਉਂਕਿ ਸਰ ਇਸ ਟਾਈਮ ਹਾਲਾਤ ਇਹ ਨੇ ਵੀ ਸਾਨੂੰ ਜਿਹੜੀ ਚੀਜ਼ ਮਿਲਦੀ ਆ ਜਿਹਦਾ ਸਾਈਡ ਇਫੈਕਟ ਨਹੀਂ, ਅਸੀਂ ਉਹ ਅਡਾਪਟ ਕਰ ਰਹੇ ਆ। ਹਾਂ, ਜੇ ਕੋਈ ਮੈਡੀਸਨ ਆ, ਮੈਨੂੰ ਅੱਜ ਤੁਸੀਂ ਕੋਈ ਵੀ ਕਹਿ ਦੇ ਕਿ ਆਹ ਮੈਡੀਸਨ ਲੈ ਲਓ, ਅਸੀਂ ਉਹਦੇ ਤੇ ਉਹਨਾਂ ਭਰੋਸਾ ਨਹੀਂ ਕਰ ਰਹੇ, ਕਿਉਂਕਿ ਮੈਡੀਸਨ ਦਾ ਕੋਈ ਪਤਾ ਨਹੀਂ, 10 ਦਿਨ ਬਾਅਦ ਸਾਨੂੰ ਇਹ ਕਹਿ ਦਿੱਤਾ ਜਾਵੇ। ਈਵਨ ਮੈਂ ਇੱਕ ਦੋ ਮੈਡੀਸਨ ਦੇ ਨਾਮ ਨਹੀਂ ਲਊਂਗਾ, ਮੇਰਾ ਦੋਸਤ ਦੇ ਫਾਦਰ ਦੀ ਡੈਥ ਹੋਈ 3-4 ਮਹੀਨੇ ਪਹਿਲਾਂ, ਤੇ ਪਰਸੋਂ ਉਹਨਾਂ ਨਾਲ ਮੇਰੀ ਗੱਲ ਹੋ ਰਹੀ ਸੀ ਤੇ ਉਹਨਾਂ ਨੂੰ ਮੈਂ ਇੱਕ ਮੈਡੀਸਨ ਦਾ ਨਾਮ ਲਿਆ ਕਿ WHO ਨੇ ਉਹ ਹੁਣ ਆਪਣੀ ਲਿਸਟ ਚੋਂ ਬਾਹਰ ਕੱਢ ਦਿੱਤੀ। ਉਹ ਕਹਿੰਦਾ ਮੇਰੇ ਫਾਦਰ ਦੇ ਉਸੇ ਦੀ ਤਾਂ 5 ਇੰਜੈਕਸ਼ਨ ਲਗਾਏ ਤੇ ਇਮੀਡੀਏਟਲੀ ਕਹਿੰਦਾ ਉਹਨਾਂ ਦੀ ਕਿਡਨੀਜ਼ ਫੇਲ ਹੋ ਗਈਆਂ। ਇਸ ਟਾਈਮ ਇਹ ਵੀ ਗੱਲ ਆ ਰਹੀ ਆ ਕਿ ਕਈ ਬੰਦੇ ਕਰੋਨਾ ਦੇ ਟ੍ਰੀਟਮੈਂਟ ਦੇ ਨਾਲ ਵੀ, ਕਿਉਂਕਿ ਬਾਡੀ ਉਹਨਾਂ ਟ੍ਰੀਟਮੈਂਟ ਝੱਲ ਨਹੀਂ ਪਾਉਂਦੀ, ਜਿਵੇਂ ਹੁਣ ਤੁਸੀਂ ਸਟੀਰਾਇਡ ਦੀ ਗੱਲ ਕਰਦੇ ਹੋ, ਸਟੀਰਾਇਡਸ ਜਿਹੜੇ ਨੇ ਜਿੰਨੀ ਮੈਨੂੰ ਨੌਲੇਜ ਹੈ ਉਹ ਬੈਕਟੀਰੀਆ ਨੂੰ ਮਾਰਦੇ ਨਹੀਂ, ਵਾਇਰਸ ਨੂੰ ਨਹੀਂ ਮਾਰਦੇ, ਬਟ ਇਨਫਲੇਮੇਟਰੀ ਜਿਹੜੀ ਹੈ ਸਵੈਲਿੰਗਸ ਉਹਦੇ ਤੋਂ ਤੁਹਾਨੂੰ ਰਿਲੀਫ ਦਿੰਦੇ ਨੇ। ਪਰ ਇਹਨਾਂ ਦੇ ਕਹਿੰਦੇ ਸਾਈਡ ਇਫੈਕਟ ਇਹ ਵੀ ਆ ਕਿ ਇਹ ਇਮੀਡੀਏਟਲੀ ਸ਼ੂਗਰ ਲੈਵਲ ਵਧਾ ਦਿੰਦੇ ਨੇ, ਤੇ ਜੇ ਬੰਦੇ ਨੂੰ ਉਸ ਟਾਈਮ ਬਚਾਉਣਾ ਜ਼ਰੂਰੀ ਹੁੰਦਾ। ਪਰ ਹੁਣ ਬਲੈਕ ਫੰਗਸ ਦਾ ਬੜਾ ਨਿਊਜ਼ 'ਚ ਆ ਰਿਹਾ, ਸ਼ਾਇਦ ਤੁਸੀਂ ਵੀ ਸੁਣ ਰਹੇ ਹੋਗੇ ਕਿ ਇੰਡੀਆ 'ਚ ਕਹਿ ਰਹੇ ਨੇ ਵੀ ਜਿਹੜੇ ਕਰੋਨਾ ਦੇ ਪੇਸ਼ੈਂਟ ਠੀਕ ਹੋਏ ਨੇ ਤਾਂ ਬਲੈਕ ਫੰਗਸ ਜਿਹੜੀ ਹੋ ਗਈ ਜਾਂ ਉਹਨਾਂ ਨੂੰ ਕੰਪਲਿਕੇਸ਼ਨਸ ਜਿਹੜੀਆਂ ਆਫਟਰ ਟ੍ਰੀਟਮੈਂਟ ਹੋ ਗਈਆਂ। ਪਰ ਉਸ ਟਾਈਮ ਹਾਲਾਤ ਹੁੰਦੇ ਨੇ ਬੰਦਾ ਬਚਾਉਣਾ ਹੁੰਦਾ, ਪਰ ਉਹਨਾਂ ਦੀਆਂ ਬਾਅਦ 'ਚ ਕੰਪਲਿਕੇਸ਼ਨਸ ਕੀ ਆ ਰਹੀਆਂ ਨੇ, ਇਹ ਅਜੇ ਡੇ ਬਾਈ ਡੇ ਚੇਂਜ ਹੋ ਰਹੀਆਂ ਨੇ ਕਿ ਸਾਨੂੰ ਰੋਜ਼ ਨਵੀਂ ਗੱਲ ਪਤਾ ਲੱਗ ਰਹੀ ਆ ਕਿ ਜਿਹੜੀ ਦਵਾਈ ਤੁਸੀਂ ਲੱਭ ਰਹੇ ਸੀ ਮੈਡੀਕਲ ਸਟੋਰ ਤੋਂ ਰੱਖ ਲਈਏ ਤਾਂ ਉਹੀ ਦਵਾਈ ਜਿਹੜੀ ਆ ਹੁਣ ਪ੍ਰੂਫ ਹੋ ਗਿਆ ਕਿ ਉਹ ਦਵਾਈ ਦਾ ਤਾਂ ਇਹਦੇ ਨਾਲ ਕੋਈ ਲਿੰਕ ਹੀ ਨਹੀਂ ਹੈ। ਇਸ ਕਰਕੇ ਅਸੀਂ ਹੁਣ ਸਰ ਪਿਓਰ ਜਿਹੜਾ ਆਯੁਰਵੇਦ ਦਾ ਜੇ ਸਾਨੂੰ ਕੋਈ ਫਾਰਮੂਲਾ ਪਤਾ ਲੱਗਦਾ, ਜਿਵੇਂ ਕਾੜੇ ਅੱਜ ਵੀ ਅਸੀਂ ਯੂਜ਼ ਕਰ ਰਹੇ ਹਾਂ ਤੇ 6 ਮਹੀਨੇ ਪਹਿਲਾਂ ਵੀ ਕਾੜਿਆਂ ਦੇ ਉੱਤੇ ਸਾਨੂੰ ਵਿਸ਼ਵਾਸ ਸੀਗਾ, ਮਤਲਬ ਜਿਹੜੇ ਵੀ ਅਸੀਂ ਯੂਜ਼ ਕਰ ਰਹੇ ਸੀ ਕਾੜੇ। ਤੇ ਇਸੇ ਤਰ੍ਹਾਂ ਮਤਲਬ ਉਹਨਾਂ ਨੇ ਮੇਰੀ ਕਿਉਂਕਿ ਅਸੀਂ ਡਿਸਕਸ ਕਰਦੇ ਰਹਿੰਦੇ ਹਾਂ ਆਪਸ ਵਿੱਚ ਸਾਰੇ ਵੀ ਕਿਸ ਤਰ੍ਹਾਂ ਕੀਤਾ ਜਾ ਸਕਦਾ ਪ੍ਰੋਟੈਕਟ, ਤਾਂ ਉਹਨਾਂ ਨੇ ਮੈਨੂੰ ਇਹ ਫਾਰਮੂਲਾ ਦੱਸਿਆ ਸੀ। ਇਹ ਸੁੰਡ ਵਾਲਾ ਫਾਰਮੂਲਾ ਜਿਹੜਾ ਇਹ ਮੈਨੂੰ ਕਿਤੋਂ ਹੋਰ ਪਤਾ ਲੱਗਿਆ ਸੀ, ਇੱਥੇ ਵੈਦ ਨੇ ਪੁਰਾਣੇ ਉਹਨਾਂ ਨੇ ਦੱਸਿਆ ਸੀ। ਤੇ ਉਹ ਸੁੰਡ ਵਾਲਾ ਜਿਹੜਾ ਹੈ
ਵੀ ਉਹ ਜਿਹੜੇ ਪੁਰਾਣੇ ਵੈਦ ਨੇ ਜਿਵੇਂ 70+ ਏਜ ਆ ਉਹਨਾਂ ਦੀ, ਤਾਂ ਮੈਨੂੰ ਲੱਗਦਾ ਨਹੀਂ ਕਿ ਉਹ ਮੈਨੂੰ ਸਾਇੰਸ ਦੀ ਭਾਸ਼ਾ ਵਿੱਚ ਦੱਸ ਪਾਉਣਗੇ ਵੀ ਸੁੰਡ ਕਿਵੇਂ ਰੋਕਦੀ ਆ। ਹਾਂਜੀ, ਇੱਥੇ ਮੈਂ ਥੋੜਾ ਵੀਕ ਹਾਂ, ਅੱਜ ਵੀ ਮੈਂ ਉਹ ਪ੍ਰੂਵ ਨਹੀਂ ਕਰ ਪਾਵਾਂਗਾ। ਤੇ ਇਹ ਮੈਂ ਤੁਹਾਡਾ ਨੈਕਸਟ ਵਿੱਚ ਇਹਦਾ ਕੁਐਸਚਨ ਜਿਹੜਾ ਹੈ ਡਿਸਕਸ ਕਰਕੇ ਤੁਹਾਨੂੰ ਮੈਂ ਇਹਦਾ ਆਨਸਰ ਜ਼ਰੂਰ ਦਊਂਗਾ ਵੀ ਉਹ ਸਾਇੰਟੀਫਿਕਲੀ ਕਿਵੇਂ ਰੋਕਦੀ ਆ। ਨਾਲ ਮੇਰੇ ਖਿਆਲ ਨਾਲ ਤ੍ਰਿਫਲਾ ਇਜ਼ ਆਲਸੋ ਯੂਸਫੁਲ। ਤ੍ਰਿਫਲਾ ਪਤਾ ਹੈ ਨਾ ਤੁਹਾਨੂੰ? ਯੈਸ ਸਰ, ਤ੍ਰਿਫਲਾ ਤਾਂ ਬੈਸਟ ਚੀਜ਼ ਹੈਗੀ ਆ ਸਰ, ਤਾਂ ਬਟ ਉਹਦੇ ਵਿੱਚ ਰੇਸ਼ੋ ਸਹੀ ਚ ਬਣਿਆ ਹੋਵੇ। ਤ੍ਰਿਫਲਾ ਜਿਹੜਾ ਸਰ ਮੈਂ ਸੁਜੈਸਟ ਅਸੀਂ ਕਰਦੇ ਹਾਂ ਵੀ ਜੇ ਘਰ ਬਣਾ ਲਓ ਤਾਂ ਬੈਸਟ ਆ। ਉਹਦਾ ਕਾਰਨ ਕੀ ਆ ਕਿ ਉਹਦੇ ਵਿੱਚ ਆਂਵਲੇ, ਹਰੜ, ਬਹੇੜੇ ਪੈਂਦੇ ਆ, ਤੇ ਕੰਪਨੀਆਂ ਕੀ ਕਰਦੀਆਂ ਨੇ ਵੀ ਇਹ ਜਿਹੜੀ ਇਹਦੀ ਰੇਸ਼ੋ ਹੁੰਦੀ 3:2:1 ਦੀ ਹੁੰਦੀ ਆ, ਜਾਂ ਇੱਕੋ ਰੇਸ਼ੋ ਦੇ ਵਿੱਚ ਵੀ ਬਣਾ ਸਕਦੇ ਹੋ। ਤਾਂ ਕੰਪਨੀ ਕੀ ਕਰਦੀ ਆ ਕਿ ਲਾਲਚ ਦੇ ਵਿੱਚ ਜਿਹੜੀ ਗਿਟਕ ਹੁੰਦੀ ਆ ਉਹਨੂੰ ਵਿੱਚੇ ਪੀਸ ਦਿੰਦੀ ਆ। ਤਾਂ ਆਪਾਂ ਨੂੰ ਉਹਦਾ ਜਿਹੜਾ ਹੁੰਦਾ ਤਾਂ ਡਰਾਈ ਫਾਰਮ ਦੇ ਵਿੱਚ ਹੈ ਨਾ, ਆਪਾਂ ਜੇ ਉਹਦਾ ਗੁੱਦਾ ਲਈਏ ਤਾਂ ਗੁੱਦਾ ਲੈ ਕੇ ਉਹਨੂੰ ਘਰ ਜੇ ਬਣਾ ਲਈਏ। ਅਸਲੀ ਟੈਕਨੀਕ ਤਾਂ ਮਾਮ ਜਸਤਾ ਜਾਂ ਮਾਮ ਦਸਤਾ ਕਹਿੰਦੇ ਹੁੰਦੇ ਸੀ, ਮੈਨੂੰ ਉਹਦਾ ਨਾਮ ਪ੍ਰੋਪਰ ਨਹੀਂ, ਜਿਹੜਾ ਲੋਹੇ ਦਾ ਕੁੰਡਾ ਜਿਹਾ ਨਹੀਂ ਹੁੰਦਾ ਸੀ ਸਰ। ਹਾਂਜੀ ਹਾਂ, ਵੱਡਾ ਸਾਰਾ, ਤੇ ਉਹਦੇ ਚ ਲੋਹੇ ਦੀ ਮੂਸਲੀ ਜੀ ਹੁੰਦੀ ਸੀ, ਜਾਂ ਕਹਿ ਲਓ ਅਸਲੀ ਟੈਕਨੀਕ ਜਿਹੜੀ ਸੀ ਉਹ ਕੁੱਟਿਆ ਜਾਵੇ ਤਾਂ ਵਧੀਆ। ਪਰ ਉਹ ਟੈਕਨੀਕਸ ਹੁਣ ਅੱਜ ਕੱਲ੍ਹ ਪੋਸੀਬਲ ਨਹੀਂ, ਘਰਾਂ ਚ ਨਹੀਂ ਹੈ ਨਾ ਉਹ ਟਾਈਮ ਆ, ਮਿਕਸ ਕਰ ਲਓ। ਪਰ ਇਹਦੇ ਵਿੱਚ ਜੇ ਘਰ ਬਣਾਉਣ ਦਾ ਫਾਇਦਾ ਕਿ ਅਸੀਂ ਗਿਟਕ ਨਹੀਂ ਲੈਂਦੇ, ਅਸੀਂ ਇਕੱਲਾ ਜਿਹੜਾ ਗੁੱਦਾ ਸੁੱਕਿਆ ਹੋਇਆ ਲੈਂਦੇ ਹਾਂ, ਤੇ ਜਦੋਂ ਅਸੀਂ ਬਾਹਰੋਂ ਬਣਿਆ ਹੋਇਆ ਲੈਂਦੇ ਹਾਂ ਤਾਂ ਉਹਦੇ ਵਿੱਚ ਗਿਟਕ ਵੀ ਵਿੱਚੇ ਪੀਸੀ ਹੁੰਦੀ ਆ। ਇਹ ਇੱਥੇ ਇੱਕ ਸੰਤ ਹੁੰਦੇ ਸੀ ਆਯੁਰਵੈਦ ਦੇ, ਉਹਨਾਂ ਦੀ ਡੈਥ ਹੋ ਗਈ ਲਾਸਟ ਈਅਰ। ਮੈਨੂੰ ਉਹਨਾਂ ਨੇ ਦੱਸਿਆ ਸੀ ਕਿ ਵੀ ਇਹ ਤ੍ਰਿਫਲਾ ਬਣਾਉਣਾ ਤਾਂ ਇਸ ਤਰ੍ਹਾਂ ਬਣਾ ਲਓ। ਤ੍ਰਿਫਲਾ ਦੇ ਤਾਂ ਬੜੇ ਤਰੀਕੇ ਨੇ ਜੀ, ਉਹਨੂੰ ਸ਼ਹਿਦ ਚ ਯੂਜ਼ ਕਰ ਲਓ, ਓਦਾਂ ਕਰ ਲਓ। ਪਰ ਮੈਂ ਤੁਹਾਡੇ ਇੱਕ ਮਾਧਿਅਮ ਰਾਹੀਂ ਇੱਕ ਚੀਜ਼ ਦੱਸਣੀ ਚਾਹੁੰਦਾ ਸਰ ਕਿ ਤ੍ਰਿਫਲਾ ਤੇ ਜਿਹੜਾ ਸਾਡੇ ਕੋਲੇ ਦੂਜਾ ਹੈਗਾ ਈਸਬਗੋਲ, ਇਹਨਾਂ ਨੂੰ ਕਦੇ ਵੀ ਸੁੱਕਾ ਸਿੱਧਾ ਚਮਚ ਨਹੀਂ ਲੈਣਾ, ਇਹ ਗਲੇ ਤੇ ਜਾ ਕੇ ਫੁੱਲ ਜਾਂਦਾ। ਇਹਨੂੰ ਹਮੇਸ਼ਾ ਕੋਸ਼ਿਸ਼ ਕਰੋ ਕਿ ਪਾਣੀ ਦੇ ਵਿੱਚ ਹਲਕੇ ਜਿਹੇ ਘੋਲ ਕੇ ਤੇ ਉਹਦਾ ਲਿਆ ਜਾਵੇ, ਕਿਉਂਕਿ ਤੁਸੀਂ ਨੋਟ ਕੀਤਾ ਹੋਣਾ ਵੀ ਤ੍ਰਿਫਲਾ ਜੇ ਤੁਸੀਂ ਇੱਕ ਵਾਰ ਸੁੱਟ ਲਿਆ, ਇੱਥੇ ਜਾ ਕੇ ਫੁੱਲ ਗਿਆ ਨਾ, ਜਾਂ ਈਸਬਗੋਲ ਫੁੱਲ ਗਿਆ, ਤਾਂ ਕਈ ਵਾਰ ਉਹ ਕਹਿੰਦੇ ਵੀ ਪਾਣੀ ਤੱਕ ਬੰਦਾ ਨਹੀਂ ਪਹੁੰਚ ਸਕਦਾ, ਵੀ ਇਹ ਬੜਾ ਡੇਂਜਰਸ ਹੋ ਜਾ ਸਕਦਾ ਜੇ ਸਿੱਧਾ ਆਪਾਂ ਲੈਂਦੇ ਹਾਂ। ਤਾਂ ਬੈਟਰ ਆ ਕਿ ਥੋੜੇ ਜਿਹੇ ਪਾਣੀ ਦੇ ਵਿੱਚ ਇਹਨੂੰ ਲੈ ਲਿਆ ਜਾਵੇ। ਇਹ ਵੀ ਮੈਨੂੰ ਸੰਤਾਂ ਨੇ ਦੱਸਿਆ ਸੀ। ਹਾਂਜੀ ਸਰ ਕੋਈ ਹੋਰ ਕੁਐਸਚਨ? ਹਾਂਜੀ ਸਰ। No, that's good. Thank you. हेलो जी। सर हेलो। जो अंकल जी उन्होंने क्वेश्चन ਕੀਤਾ ਸੀਗਾ ਨਾ ਕਿ ਜਿਹੜਾ ਕਿ ਕਿਵੇਂ ਮਤਲਬ ਕਿ ਵਾਇਰਸ ਨੂੰ ਰੋਕਦਾ ਹੈਗਾ, ਇਹਦੇ ਬਾਰੇ 2-3 ਮਹੀਨੇ ਪਹਿਲਾਂ ਏਦਾਂ ਕਿਸੇ ਨਾਲ ਗੱਲ ਚੱਲਦੀ ਸੀ ਕਿ ਜਦੋਂ ਅਸੀਂ ਨੱਕ ਦੇ ਵਿੱਚ I could be wrong, ਬਟ ਗੱਲ ਏਦਾਂ ਹੋ ਰਹੀ ਸੀ ਆਪਣੀ ਕਿਸੇ ਦੇ ਨਾਲ ਕਿ ਜਦੋਂ ਤੁਸੀਂ ਉਹ ਇਹਨਾਂ ਨੇ ਦੇਸੀ ਘੇ ਕਿਹਾ ਪਏ, ਉਹ ਕਹਿ ਰਹੇ ਸੀਗੇ ਕਿ ਆਲਮੋਲ ਲਾਇਆ ਕਰੋ, ਤੇ ਓਇਲ ਲਾਉਣ ਦਾ ਇਹੀ ਮਤਲਬ ਆ ਕਿ ਮੰਨ ਲਓ ਕਿ ਜਿਹੜਾ ਵਾਇਰਸ ਹੈਗਾ ਹੈ ਨਾ, instead of going into your body, ਜੇ ਤੁਹਾਡੇ ਓਇਲ ਲੱਗਿਆ ਹੋਇਆ ਨਾ, ਉਹਨੂੰ ਬਾਹਰ ਹੀ ਸਟਿਕ ਹੋ ਜਾਏਗਾ, ਉਹ ਮੇਬੀ ਉਹ ਸਡਨ ਟਾਈਮ ਦੇ ਵਿੱਚ ਉਹ ਖਤਮ ਹੋ ਜਾਏਗਾ। ਹਾਂਜੀ, ਨਹੀਂ ਬੇਸਿਕ ਚੀਜ਼ ਇਹੀ ਆ, ਬਟ ਸਾਇੰਟੀਫਿਕਲੀ ਯਾਨੀ ਕਿ ਜਦੋਂ ਆਪਾਂ ਆਨਸਰ ਦਿੰਨੇ ਆ ਨਾ ਮੈਡੀਕਲ ਦੀ ਭਾਸ਼ਾ ਵਿੱਚ, ਕਿ ਉਹ ਕਿੱਥੇ ਕਿਵੇਂ ਉਹ ਮੈਂ ਮਤਲਬ ਉਹਨਾਂ ਨੂੰ ਮੈਂ ਨਹੀਂ ਸੀ, ਕਿਉਂਕਿ ਬੇਸਿਕ ਫਾਰਮੂਲਾ ਸਰ ਜਿਹੜਾ ਤੁਸੀਂ ਕਹਿ ਰਹੇ ਹੋ ਇਹੀ ਆ ਵੀ ਵਾਇਰਸ ਅੱਗੇ ਨਹੀਂ ਜਾਏਗਾ, ਉਹ ਇੱਕ ਲੇਅਰ ਬਣ ਗਈ, ਸ਼ੀਲਡ ਬਣ ਗਈ। ਬਟ ਕਿਉਂਕਿ ਸਾਇੰਸ ਦੇ ਵਿੱਚ ਅਸੀਂ ਪ੍ਰੋਪਰ ਕਿਹੜੀਆਂ ਵੇਨਸ ਨੇ, ਕਿੱਥੇ ਉਹ ਰੁਕੂਗਾ, ਕਿਵੇਂ ਹੋਏਗਾ, ਉਹ ਮੇਰੇ ਕੋਲ ਨਹੀਂ ਸੀ ਹੈ। ਤਾਂ ਤੇ ਐਕਚੁਅਲ ਦੇ ਵਿੱਚ ਪਤਾ ਕੀ ਹੋ ਰਿਹਾ ਜੀ, ਅੱਜ ਕੱਲ ਜਿਹੜੀ ਗੱਲ ਹੋ ਰਹੀ ਆ, ਓਨੈਸਟਲੀ ਤੁਹਾਨੂੰ ਦੱਸਾਂ, ਅਸੀਂ ਇੱਥੇ ਵੀ ਇੱਕ ਸਾਡਾ ਗਰੁੱਪ ਆ ਦੋਸਤਾਂ ਦਾ, ਬਾਕੀ ਤਾਂ ਪਰਮਾਤਮਾ ਜਾਣਦਾ ਕੀ ਹੋਣਾ ਕਿਸੇ ਨਾਲ। ਤੇ ਸਾਡੀ ਕੋਸ਼ਿਸ਼ ਇਹੀ ਆ ਵੀ ਜਦੋਂ ਵੀ ਕਿਸੇ ਦੇ ਕੋਲ ਕੋਈ ਨੌਲੇਜ ਆ, ਅਸੀਂ ਉਹਨੂੰ ਇਸ ਲਈ ਸ਼ੇਅਰ ਕਰਦੇ ਹਾਂ ਕਿ ਤਾਂ ਕਿ ਆਪਣੀਆਂ ਫੈਮਲੀਜ਼ ਨੂੰ ਪ੍ਰੋਟੈਕਟ ਰੱਖ ਸਕੀਏ। ਤੁਸੀਂ ਵੀ ਇੱਕ ਤਰ੍ਹਾਂ ਨਾਲ ਮੇਰੀ ਫੈਮਿਲੀ ਬਣੇ ਹੋ ਸਾਰੇ, ਕਿਉਂਕਿ ਆਪਾਂ ਇੱਥੇ ਨਾ ਤਾਂ ਐਜ਼ ਏ ਪ੍ਰੋਫੈਸ਼ਨਲ ਜੁੜੇ ਆ, ਨਾ ਕੋਈ ਫਾਈਨੈਂਸ਼ੀਅਲ ਗੇਨ ਲਈ। ਤਾਂ ਜਦੋਂ ਵੀ ਕੋਈ ਇਹੋ ਜਿਹੀ ਚੀਜ਼ ਪਤਾ ਲੱਗਦੀ ਆ ਜਿਹਦਾ ਸਾਈਡ ਇਫੈਕਟ ਨਹੀਂ, ਜਿਵੇਂ ਨੱਕ ਦੇ ਵਿੱਚ ਤੇਲ ਆ, ਇਹ ਤਾਂ ਆਮ ਆਪਾਂ ਪਾਉਂਦੇ ਆ, ਵੀ ਬੜੇ ਲੋਕ ਬਜ਼ੁਰਗ ਅਜੇ ਵੀ ਪਾਉਂਦੇ ਨੇ, ਲੋਕ ਪਾਉਂਦੇ ਨੇ। ਮੇਰਾ ਦੋਸਤ ਸੀ, ਉਹ ਅੱਜ ਤੋਂ 10 ਸਾਲ ਪਹਿਲਾਂ ਹੀ ਪਾਉਂਦਾ ਸੀ, ਉਹਨੇ ਸੌਣ ਤੋਂ ਪਹਿਲਾਂ ਨੱਕ ਦੇ ਵਿੱਚ ਪਾ ਕੇ ਹੀ ਸੌਣਾ, ਠੀਕ ਹੈ। ਤਾਂ ਇਹਨਾਂ ਦੇ ਸਾਈਡ ਇਫੈਕਟ ਨਹੀਂ ਹੈ, ਬਟ ਜੇ ਇਹ ਚੀਜ਼ ਸਾਨੂੰ ਪ੍ਰੋਟੈਕਟ ਕਰ ਰਹੀ ਆ ਤਾਂ ਅਸੀਂ ਸਮਝਦੇ ਹਾਂ ਕਿ ਸਾਨੂੰ ਇਹ ਸ਼ੇਅਰ ਕਰਨੀ ਚਾਹੀਦੀ ਆ। ਈਵਨ ਜੇ ਤੁਹਾਡੇ ਕੋਲੇ ਵੀ ਕੋਈ ਚੀਜ਼, ਕਿਉਂਕਿ ਤੁਸੀਂ ਰਿਸਰਚ ਵਿੱਚ ਸਾਡੇ ਤੋਂ ਬਹੁਤ ਐਡਵਾਂਸ ਹੋ, US ਦੇ ਵਿੱਚ ਕੋਈ ਚੀਜ਼ ਤੁਹਾਨੂੰ ਪਤਾ ਲੱਗਦੀ ਹੈ ਨਵੀਂ, ਤਾਂ ਤੁਸੀਂ ਸਾਨੂੰ ਜ਼ਰੂਰ ਦੱਸੋ, ਕਿਉਂਕਿ ਅਵੇਅਰਨੈਸ ਨਾ ਹੋਣ ਕਰਕੇ ਹੀ ਇਹ ਚੀਜ਼ ਜਿਹੜੀ ਹੈ ਜ਼ਿਆਦਾ ਫੈਲ ਰਹੀ ਹੈ। ਵੀ ਜੇ ਤੁਹਾਡੇ ਕੋਲ ਕੋਈ ਵੀ ਚੀਜ਼ ਨਵੀਂ ਆਉਂਦੀ ਆ, ਈਵਨ ਆਪਣਾ ਇਹ ਗਰੁੱਪ ਬਣਿਆ, ਤਾਂ ਜ਼ਰੂਰ ਉਹਦੇ ਵਿੱਚ ਸ਼ੇਅਰ ਕਰੋ, ਤਾਂ ਕਿ ਅਸੀਂ ਉਸ ਚੀਜ਼ ਨੂੰ
ਅਡਾਪਟ ਕਰ ਸਕੀਏ ਜਾਂ ਉਸ ਨੂੰ ਕਰਕੇ ਦੇਖ ਸਕੀਏ। ਮਤਲਬ ਮੇਰੀ ਰਿਕੁਐਸਟ ਆ ਸਾਰਿਆਂ ਨੂੰ ਵੀ ਹਾਲਾਤ ਇਹ ਆ ਕਿ ਆਪਣੀ ਨੌਲੇਜ ਨੂੰ ਆਪਣੇ ਤੱਕ ਨਾ ਰੱਖੀਏ। ਠੀਕ ਹੈ ਜੀ ਹਾਂਜੀ ਥੈਂਕਸ एवरीवन फॉर Uh, ज्वाइनिंग। ਹਾਂਜੀ ਕੁਝ Thank ਕਹਿਣਾ you. ਚਾਹੋਗੇ? ਹਾਂਜੀ ਡਾਕਟਰ। No, I think ਮੈਂ ਸਿਰਫ ਇਹ ਸ਼ੇਅਰ ਕਰਨਾ ਸੀਗਾ ਕਿ ਜਿਹੜਾ ਤੁਸੀਂ ਸਟੀਰੋਇਡਸ ਦਾ ਸਾਈਡ ਇਫੈਕਟ ਪੁਆਇੰਟ ਦੱਸਿਆ ਸੀਗਾ ਕਿ ਇਹਦੇ ਨਾਲ ਸ਼ੂਗਰ ਇਨਕਰੀਜ਼ ਹੁੰਦੀ ਹੈ, ਬਟ ਇਟਸ ਓਨਲੀ ਜਦ ਤੁਸੀਂ ਸਟੀਰੋਇਡਸ ਯੂਜ਼ ਕਰਦੇ ਆ, ਉਸ ਤੋਂ ਬਾਅਦ ਘੱਟ ਹੋ ਜਾਂਦੀ ਹੈ। ਲਾਈਕ ਉਹਦੇ ਨਾਲ ਡਾਇਬੀਟੀਜ਼ ਨਹੀਂ ਹੁੰਦੀ, ਸ਼ੂਗਰ ਇਨਕਰੀਜ਼ ਹੁੰਦੀ ਹੈ ਬਟ ਘੱਟ ਹੋ ਜਾਂਦੀ ਹੈ। ਸੋ ਮੈਂ ਇਸ ਸ਼ੇਅਰ ਕਰਨਾ ਸੀਗਾ ਕਿ ਲੌਂਗ ਟਰਮ ਸਾਈਡ ਇਫੈਕਟ ਨਹੀਂ ਹੈ, ਸ਼ਾਰਟ ਟਰਮ ਹੁੰਦਾ ਬਟ ਉਹ ਮੈਨੇਜ ਹੋ ਜਾਂਦੀ ਹੈ ਉਸ ਟਾਈਮ ਤੇ। ਪਰ ਉਸ ਟਾਈਮ ਤੇ ਕੋਵਿਡ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੁੰਦਾ, ਇਸ ਲਈ ਸਟੀਰੋਇਡਸ ਆਰ ਵੈਰੀ ਇੰਪੋਰਟੈਂਟ ਉਸ ਟਾਈਮ ਤੇ ਟ੍ਰੀਟਮੈਂਟ ਲਈ। ਮੈਂ ਇਸ ਲਈ ਦੱਸ ਰਹੀ ਕਿਉਂਕਿ ਮੈਂ ਟ੍ਰੀਟਮੈਂਟ ਇੱਥੇ ਕੋਵਿਡ ਪੇਸ਼ੈਂਟਸ ਨੂੰ ਹੈਂਡਲ ਕੀਤਾ, ਸੋ ਆਈ ਨੋ ਕਿ ਸਟੀਰੋਇਡਸ ਨਾਲ ਬਹੁਤ ਫਰਕ ਪੈਂਦਾ ਸਿਚੁਏਸ਼ਨ ਤੇ। ਸੋ ਅਗਰ ਤੁਹਾਨੂੰ ਦੇ ਰਹੇ ਆ ਸਟੀਰੋਇਡਸ ਤਾਂ ਯੂ ਸ਼ੁਡ ਟੇਕ ਇਟ, ਲਾਈਕ ਅਗਰ ਕਿਸੇ ਨੂੰ ਵੀ ਤੁਸੀਂ ਦੱਸਣਾ ਹੈ, ਕਿਉਂਕਿ ਉਹਦੇ ਨਾਲ ਸ਼ੂਗਰ ਘੱਟ ਜਾਂਦੀ ਆ ਬਾਅਦ ਚੋਂ, ਜਿਵੇਂ ਤੁਸੀਂ ਸਟੀਰੋਇਡਸ ਬੰਦ ਹੋ ਜਾਂਦੇ ਨੇ ਉਹ ਘੱਟ ਜਾਂਦੀ ਆ। ਇੱਕ ਡਾਕਟਰ ਸਾਹਿਬ ਇੱਕ ਕੁਐਸਚਨ ਮਾੜਾ ਜਿਹਾ ਥੋੜਾ ਜਿਹਾ, ਜਿੱਦਾਂ ਸਾਰੇ ਚਲੋ ਕੋਈ ਕਹਿੰਦਾ ਵੀ ਮਾਸਕ ਪਾਉਣ ਨਾਲ ਚਲੋ ਪ੍ਰੋਟੈਕਟ, ਚਲੋ ਮਾਸਕ ਤੋਂ ਪਾ ਕੇ ਰੱਖੀ ਦੀ, ਕਈ ਹੁਣ ਵੀ ਨਿਊਜ਼ ਨਿਕਲ ਕੇ ਆਏ ਵੀ ਮਾਸਕ ਪਾਉਣ ਦੇ ਨਾਲ ਤੁਹਾਡੀ CO2 ਬੈਕ ਟੂ ਦਾ ਚਲ ਜਾਂਦੀ ਹੈ, ਨਹੀਂ ਜਿੱਦਾਂ ਵੀ ਮੰਨ ਲਓ ਵੀ ਆਕਸੀਜਨ ਬੈ ਤੁਹਾਡੀ CO2 ਬੈਕ ਚਲ ਜਾਂਦੀ, ਉਹਦੇ ਵੀ ਕਹਿੰਦੇ ਸਾਈਡ ਇਫੈਕਟ ਬਹੁਤ ਜ਼ਿਆਦਾ ਹੈਗੇ ਆ। ਹੁਣ ਬੰਦਾ ਅਸੀਂ ਜਾਵੇ ਤਾਂ ਬੰਦਾ ਕਿੱਧਰ ਜਾਵੇ, ਜੇ ਮਾਸਕ ਪਾ ਕੇ ਰੱਖੇ ਆ ਤਾਂ ਵੀ ਜਾਂਦਾ, ਜੇ ਨਾ ਪਾਵੇ ਤਾਂ ਵੀ ਆ। ਤੇ ਹੁਣ ਸਾਨੂੰ ਕੋਈ ਵਿਸ਼ਲਾ ਵੀ ਰਸਤਾ ਕੱਢ ਕੇ ਦੱਸ ਦੋ ਵੀ ਕਿੱਦਾਂ ਗਰੀਬ ਬੰਦਾ। I don't think so. I feel like ਮੈਨੂੰ ਇਹ ਲੱਗਦਾ ਕਿ ਜਿਸ ਟਾਈਮ ਜਿਹਦੀ ਜ਼ਿਆਦਾ ਲੋੜ ਹੋ ਸਕਦੀ ਆ ਉਹ ਕਰਨਾ ਚਾਹੀਦਾ। ਇਸ ਟਾਈਮ ਤੇ ਕੋਵਿਡ ਤੋਂ ਬਚਣਾ ਜ਼ਿਆਦਾ ਜ਼ਰੂਰੀ ਹੈ, ਔਰ ਅਸੀਂ ਸਾਰਾ ਦਿਨ ਹਸਪੀਟਲ ਚ ਮਾਸਕ ਪਾ ਕੇ ਰੱਖਦੇ ਆ। ਇਨਫੈਕਟ ਅਸੀਂ ਡਬਲ ਪਾਸ ਮਾਸਕ ਪਾ ਕੇ ਰੱਖਦੇ ਆ ਐਂਡ ਅਸੀਂ ਠੀਕ ਹੀ ਰਹਿੰਦੇ ਆ। I don't think ਇੰਨੀ ਜ਼ਿਆਦਾ ਸਾਨੂੰ ਕਿਸੇ ਨੂੰ ਵੀ ਕੋਈ ਸਾਈਡ ਇਫੈਕਟਸ ਹੋਏ ਨੇ। ਸੋ I feel like ਇਸ ਟਾਈਮ ਤੇ ਮਾਸਕ ਪਾਉਣਾ ਜ਼ਿਆਦਾ ਜ਼ਰੂਰੀ ਹੈ ਐਂਡ I don't think ਕਿਸੇ ਨਾਲ ਇੰਨੇ ਜ਼ਿਆਦਾ ਸਾਈਡ ਇਫੈਕਟਸ ਨੇ। ਮਾਸਕ ਤਾਂ ਪਾ ਕੇ ਰੱਖੀ ਦੀ ਉਹਦਾ, ਈਵਨ ਹੀ ਵੈਕਸੀਨ ਵੀ ਲਵਾ ਲਈ ਉਹਦਾ, ਫਿਰ ਵੀ ਮਾਸਕ ਪਾ ਕੇ ਰੱਖੀ ਦੀ ਇਹਦਾ। ਤੇ ਪਰ ਕਈ ਜਿਹੜੇ ਫੇਕ ਵਾਲੇ ਡਰਦੇ ਭਾਜੀ, ਬਚਨ ਜਿਹਾ ਫੇਕ ਵਾਲੀ ਦੀ ਵੈਕਸੀਨ ਵਾਲੀ ਆ ਹੈ, ਮਾਸਕ ਵੀ ਪਾ ਕੇ ਰੱਖਦੇ ਆ ਭਾਜੀ। ਮੇਰਾ ਇੱਕ ਕੁਐਸਚਨ ਸੀਗਾ। ਹਾਂਜੀ ਤੁਹਾਡੀ ਫੋਟੋ ਨਹੀਂ ਆ ਰਹੀ ਹਰਜੀਤ ਸਿੰਘ। ਹਾਂਜੀ ਹਾਂਜੀ, ਮੈਂ ਕਿਹਾ ਕੁਐਸਚਨ ਸੀਗਾ ਵੀ CDC ਨੇ ਹੁਣ ਰੀਸੈਂਟਲੀ ਦੱਸਿਆ ਸੀਗਾ ਵੀ ਕਹਿੰਦੇ ਜਿਹੜਾ ਇਹ ਟੱਚ ਨਾਲ ਨਹੀਂ ਫੈਲਦਾ, ਇਹਦੇ ਬਾਰੇ ਚ ਕੀ ਡਾਕਟਰ ਸਾਹਿਬ ਮੇਰੇ ਨਾਲ ਬੈਟਰ ਦੱਸ ਸਕਦੇ ਆ? ਦੈਟਸ ਟਰੂ? ਹਾਂਜੀ ਡਾਕਟਰ ਸਾਹਿਬ ਤੁਹਾਡਾ ਮਿਊਟ ਹੋ ਗਿਆ, ਆਵਾਜ਼ ਨਹੀਂ ਆ ਰਹੀ, ਮਿਊਟ ਹੈ। ਆਵਾਜ਼ ਹਾਂਜੀ। So I think ਅਤੇ ਰਿਸਰਚ ਹਲੇ ਚੱਲ ਰਹੀ ਹੈ। I don't think like ਕਹਿੰਦੇ ਨੇ ਕਿ ਮੋਸਟਲੀ 에ਅਰਬੋਰਨ ਹੈ, ਕੰਟੈਕਟ ਨਹੀਂ ਹੈਗਾ, ਬਟ ਫਿਰ ਵੀ ਹਲੇ ਰਿਸਰਚ ਹੀ ਚੱਲ ਰਹੀ ਹੈ ਐਂਡ I don't think ਕਿਸੇ ਕੋਲ ਹਲੇ ਫੁੱਲ ਪ੍ਰੂਫ ਹੈਗਾ ਕਿ ਟੱਚ ਨਾਲ ਨਹੀਂ ਫੈਲਦਾ। ਸੋ I think ਉਹਦੀ ਪ੍ਰੋਟੈਕਸ਼ਨ ਲੈਣੀ ਸਟਿਲ ਜ਼ਰੂਰੀ ਹੁੰਦੀ ਹੈ। I don't think ਉਹਤੇ ਕੋਈ ਕਲੀਅਰ ਹੈਗਾ। ਨਾ ਜੀ ਰਾਈਟ ਸਹੀ ਗੱਲ। ਇਸੇ ਭਾਜੀ ਕਰਕੇ ਜਿਹੜਾ ਮਾਸਕ ਦੀ ਤੁਸੀਂ ਗੱਲ ਕਰ ਰਹੇ ਹੋ ਨਾ, ਮਾਸਕ ਦੀ ਵੀ ਅਨਕੰਫਰਟੇਬਲ ਫੀਲ ਕਰਦੇ ਆ, ਬੈਟਰ ਹੈਗਾ ਕਿ ਬਰੀਥਿੰਗ ਐਕਸਰਸਾਈਜ਼ਸ ਕਰਕੇ ਆਪਣਾ ਜਿਹੜਾ ਹੈਗਾ ਨਾ ਸਾਹ ਦਾ ਰੋਕਣ ਦਾ, ਜਾਂ ਕਿੰਨੇ ਥੋੜਾ ਜਿਵੇਂ ਅੱਗੇ ਵੀ ਇੱਕ ਵਾਰ ਮੈਂ ਦੱਸਿਆ ਸੀ ਕਿ ਅਸੀਂ ਸਾਹ ਬੜੀ ਤੇਜ਼ ਲੈ ਰਹੇ ਆ ਸਾਰੇ ਲੋਕ, ਤੇ ਉਹ ਜਿਹੜਾ ਹੈਗਾ ਸਾਹ ਦੀ ਜਿਹੜੀ ਸਪੀਡ ਆ ਜਾਂ ਬੜਾ ਸਲੋ ਹੋਣਾ, ਉਹ ਬਰੀਥਿੰਗ ਐਕਸਰਸਾਈਜ਼ਸ ਜਿਹੜੀਆਂ ਨੇ ਉਹ ਜ਼ਰੂਰ ਨੇ ਜੇ ਕੀਤੀਆਂ ਜਾਣ ਤਾਂ। ਜਾਂ ਆਪਣਾ ਵੈਸੇ ਹੀ ਟੈਸਟ ਕਰ ਲਓ ਕਿ ਤੁਸੀਂ ਸਟਾਪ ਵਾਚ ਲਗਾ ਕੇ ਦੇਖ ਲਓ ਕਿ ਤੁਸੀਂ ਕਿੰਨਾ ਸੈਕਿੰਡ ਸਾਹ ਰੋਕ ਸਕਦੇ ਆ, ਤਾਂ ਉਹਦੇ ਤੋਂ ਇੱਕ ਐਵਰੇਜ ਜਿਹੜੀ ਨਿਕਲ ਆਉਂਦੀ ਹੈਗੀ ਆ ਕਿ ਆਪਣੀ ਲੰਗਸ ਕੈਪੈਸਿਟੀ ਕਿੰਨੀ ਹੈਗੀ ਆ ਤੇ ਕਿੰਨੀ ਹੋਣੀ ਚਾਹੀਦੀ, ਉਹਨੂੰ ਕਿਵੇਂ ਵਧਾਇਆ ਜਾ ਸਕਦਾ। ਤਾਂ ਜਿਹਦੀ ਬਰੀਥਿੰਗ ਐਕਸਰਸਾਈਜ਼ਸ ਸਹੀ ਨੇ, ਐਕਸਰਸਾਈਜ਼ ਕਰਦਾ, ਤੇ ਉਹ ਦੂਸਰੇ ਬੰਦੇ ਦੇ ਕੰਪੈਰੀਟਿਵਲੀ ਘੱਟ ਅਨਕੰਫਰਟੇਬਲ ਫੀਲ ਕਰਦਾ ਮਾਸਕ ਲਗਾ ਕੇ ਤਾਂ ਦੇਖੋ ਸਾਰੇ ਹੀ ਉਹ ਗੱਲ ਤਾਂ ਹੈ ਨਹੀਂ, ਜੋ ਨੇਚਰ ਦੀ ਆਪਾਂ ਨੂੰ ਹਵਾ ਮਿਲੀ ਆ, ਸਿੱਧੀ ਹਵਾ ਜਾ ਰਹੀ ਆ, ਤਾਂ ਉਹਦੇ ਲਈ ਬੈਟਰ ਆ ਕਿ ਬਰੀਥਿੰਗ ਐਕਸਰਸਾਈਜ਼ਸ ਜਿਹੜੀਆਂ ਨੇ ਉਹ ਜ਼ਰੂਰ ਕੀਤੀਆਂ ਜਾਣ, ਵੀ ਲੰਗਸ ਦੀ ਕੈਪੈਸਿਟੀ ਜਿਹੜੀ ਵਧਾਈ ਜਾਵੇ। ਡਾਕਟਰ ਜੀ ਕੁਐਸਚਨ ਰਵੀ ਸਾਹਿਬ, ਮੇਰਾ ਕੁਐਸਚਨ ਇਹ ਸੀਗਾ ਵੀ ਅਸੀਂ ਦੋਨੇ ਪਾਸੇ ਜਾਣ ਨੂੰ ਤਿਆਰ ਹੈਗੇ ਆ, ਵੀ ਇੱਕ ਤੇ ਕਹਿੰਦੇ ਹੈਗੇ ਕਹਿੰਦੇ ਮਾਸਕ ਪਾਓ ਪ੍ਰੋਟੈਕਟ ਹੁੰਦੀ, ਅਸੀਂ ਮੰਨ ਲਿਆ, ਦੂਜੇ ਅਸੀਂ ਮਾਸਕ ਪਾ ਕੇ ਰੱਖ, ਦੂਜੇ ਪਾਸੇ ਨਿਊਜ਼ ਆਈ ਦੀ ਮਾਈਂਡ ਦੇ ਵਿੱਚ ਵੀ ਮਾਸਕ ਪਾਉਣ ਨਾਲ ਤੁਹਾਡੀ CO2 ਬੈਕ ਟੂ ਹੋ ਜਾਂਦੀ ਹੈ, ਉਹਦੇ ਸਾਈਡ ਇਫੈਕਟ ਜ਼ਿਆਦਾ। ਹੁਣ ਅਸੀਂ ਲੱਭਦੇ ਆ ਵੀ ਮਾਸਕ ਪਾਈਏ ਨਾ ਪਾਈਏ। ਦੇਖੋ ਜਦੋਂ ਬਾਹਰ ਜਾਣਾ ਉਦੋਂ ਤਾਂ ਮਾਸਕ ਪਾਓ, ਉਦਾਂ ਅਦਰਵਾਈਜ਼ ਜੇ ਤੁਸੀਂ ਬਿਲਕੁਲ ਇਕੱਲੇ ਹੋ, ਕਾਰ ਦੇ ਵਿੱਚ ਇਕੱਲੇ ਹੋ ਜਾਂ ਘਰ ਦੇ ਵਿੱਚ ਇਕੱਲੇ ਹੋ, ਕਈ ਲੋਕ ਇੱਥੇ ਏਦਾਂ ਦੇ ਹਾਲਾਤ ਵੀ ਨੇ ਨਾ। ਮੈਨੂੰ ਰੀਸੈਂਟਲੀ ਪਰਸੋਂ ਹੀ ਕੋਈ ਬੰਦੇ ਨੇ ਇਸੇ ਲਈ ਪੁੱਛਿਆ, ਉਹ 70 years old ਨੇ, ਉਹ ਕਹਿੰਦੇ ਵੀ ਹੁਣ ਕਹਿ ਰਹੇ ਨੇ ਵੀ ਘਰ ਵੀ ਮਾਸਕ ਪਾ ਕੇ ਰੱਖਣਾ। ਫਿਰ ਮੈਂ ਉਹਨਾਂ ਨੂੰ ਸਮਝਾਇਆ ਵੀ ਘਰ ਦੇ ਵਿੱਚ ਤੁਸੀਂ ਮਾਸਕ ਕਿਉਂ ਪਾਓਗੇ, ਜੋ ਤੁਸੀਂ ਘਰ ਦੇ ਵਿੱਚ ਹੀ ਹੋ ਹੈਗੇ, ਆਪਦੇ ਘਰ ਦੇ ਵਿੱਚ,
ਤਾਂ ਉਹ ਕਈ ਮਤਲਬ ਇਸ ਟਾਈਮ ਜਿਹੜੇ ਹਾਲਾਤ ਨੇ ਨਾ, ਕੱਲ ਹੀ ਮੈਨੂੰ ਇੱਕ ਡਾਟਾ ਸਰਵੇ ਪਤਾ ਲੱਗਿਆ ਕਿ ਜਦੋਂ ਪਹਿਲੀ ਵੇਵ ਸੀ ਉਦੋਂ ਜਿਹੜਾ ਇੰਡੀਆ ਵਿੱਚ ਸਰਵੇ ਹੋਇਆ ਸੀ 60 to 70% ਪਾਪੂਲੇਸ਼ਨ ਨੇ ਕਿਹਾ ਸੀ ਅਸੀਂ ਵੈਕਸੀਨੇਸ਼ਨ ਨਹੀਂ ਲੈਣੀ। ਹੁਣ ਜਿਹੜਾ ਲੇਟੈਸਟ ਸਰਵੇ ਹੋਇਆ 90 to 95% ਪਾਪੂਲੇਸ਼ਨ ਕਹਿ ਰਹੀ ਸਾਨੂੰ ਵੈਕਸੀਨੇਸ਼ਨ ਲਗਾਓ। ਕਿ ਡੇ ਬਾਏ ਡੇ ਸਾਈਕੋਲੋਜੀ ਚੇਂਜ ਹੋ ਰਹੀ ਆ। ਇੱਥੇ ਹਾਲਾਤ ਇਹ ਨੇ, ਤੁਸੀਂ ਮੇਰੀ ਗੱਲ ਦਾ ਪਤਾ ਨਹੀਂ, ਯਕੀਨ ਨਹੀਂ ਕਰੋਗੇ ਕਿ ਇਹੋ ਜਿਹੇ ਕੇਸ ਵੀ ਆਏ ਨੇ। ਈਵਨ ਇੱਕ ਡਾਕਟਰ ਨੇ, ਉਹਨਾਂ ਦਾ ਆਪਣਾ ਹਸਪੀਟਲ ਆ, 8 ਡਾਕਟਰ ਨੇ ਉਹਨਾਂ ਦੇ ਅੰਡਰ, ਤੇ ਉਹ ਵੀ ਡਿਪਰੈਸ਼ਨ ਚਲੇ ਗਏ ਸੀ। ਫਿਰ ਉਹਨਾਂ ਦੀਆਂ ਮੈਨੂੰ ਬਹੁਤ ਕਾਲਸ ਆਈਆਂ, ਫਿਰ ਉਹ ਐਡਮਿਟ ਰਹੇ ਨੇ ਲੁਧਿਆਣੇ। ਪ੍ਰਮਾਤਮਾ ਦੀ ਕਿਰਪਾ ਨਾਲ ਬਿਲਕੁਲ ਠੀਕ ਨੇ। ਤੇ ਜ਼ਿਆਦਾ ਨੌਲੇਜ ਜਾਂ ਜ਼ਿਆਦਾ ਨਿਊਜ਼ ਦੇ ਕਾਰਨ ਲੋਕ ਅਵੇਅਰ ਨਹੀਂ, ਵਰਡ ਮੈਂ ਵਰਤੂੰਗਾ, ਕਿ ਇੰਨਾ ਕੁ ਕੁਛ ਸਿੱਖ ਗਏ ਨੇ ਵੀ ਜੇ ਬੰਦੇ ਨੂੰ ਸੀਜ਼ਨ ਚੇਂਜ ਹੋ ਰਿਹਾ, ਥੋੜੀ ਜਿਹੀ ਇੱਥੇ ਪੇਨ ਹੁੰਦੀ ਆ, ਚਾਹੇ ਉਹ ਇੰਡਾਈਜੈਸ਼ਨ ਹੋਵੇ, ਚਾਹੇ ਉਹਨੂੰ ਮਾੜੀ ਜਿਹੀ ਪ੍ਰੋਬਲਮ ਹੁੰਦੀ ਆ, ਬੰਦਾ ਇਹ ਸੋਚਦਾ, ਮੇਰੇ ਕੋਲੇ ਇੰਨੀਆਂ ਕਾਲਸ ਆਉਂਦੀਆਂ ਨੇ ਕਿਉਂਕਿ ਅਸੀਂ ਕਾਉਂਸਲਿੰਗ ਵੀ ਕਰਦੇ ਆ ਇੱਥੇ, ਤਾਂ ਵੀ ਉਹ ਬੰਦੇ ਨੂੰ ਲੱਗਦਾ ਕਿਤੇ ਮੈਨੂੰ ਕਰੋਨਾ ਤਾਂ ਨਹੀਂ ਹੋ ਗਿਆ। ਲੋਕ ਹੈ ਡਰੇ ਹੋਏ, ਸਾਰੇ ਨਹੀਂ ਡਰੇ ਹੋਏ, ਬਟ ਕਾਫੀ ਪਾਪੂਲੇਸ਼ਨ ਦਾ, ਉਹ ਮੈਂ ਨਹੀਂ ਗਿਣਤੀ ਦੱਸ ਸਕਦਾ 30% ਜਾਂ 40%, ਉਹ ਚਾਹੇ ਪੇਰੈਂਟਸ ਨੂੰ ਨਾ ਦੱਸੇ, ਫੈਮਿਲੀ ਨੂੰ ਨਾ ਦੱਸੇ, ਪਰ ਜੇ ਤੁਸੀਂ ਅੱਜ ਸ਼ਾਮ ਨੂੰ ਕਿਸੇ ਦੀ ਚੈਸਟ ਦੇਖ ਕੇ ਕਹਿ ਦੋ ਯਾਰ ਚੈਸਟ ਥੋੜੀ ਗੜਬੜ ਲੱਗਦੀ ਆ, ਤੇ ਉਹ ਚਾਹੇ ਨਾਰਮਲ ਸੀਜ਼ਨਲ ਹੋਵੇ। ਤਾਂ ਇਹੋ ਜਿਹਾ ਵੀ ਮੇਰੇ ਕੋਲ ਇੱਕ ਕੇਸ ਹੈ ਜਿਹੜਾ ਕਹਿੰਦਾ ਮੈਂ ਸਾਰੀ ਰਾਤ ਸੌ ਨਹੀਂ ਸਕਿਆ। ਉਹ ਕਹਿੰਦਾ ਸਾਰੀ ਰਾਤ ਮੇਰੇ ਮਨ ਦੇ ਵਿੱਚ ਉਹੀ ਖਿਆਲ ਆਈ ਗਏ ਵੀ ਆਕਸੀਜਨ ਦੀ ਕਮੀ ਹੋ ਜਾਂਦੀ ਆ, ਵੈਂਟੀਲੇਟਰ ਤੇ ਜਾਣਾ ਪੈਂਦਾ, ਹਸਪੀਟਲ 'ਚ ਬੈੱਡ ਨਹੀਂ ਹੈਗੇ, ਕੀ ਬਣੂਗਾ। ਇਸ ਟਾਈਮ ਜਿਹੜੀ ਨੈਗੇਟਿਵਿਟੀ ਆ ਨਾ, ਜਾਂ ਨੈਗੇਟਿਵ ਥਿੰਕਿੰਗ ਆ, ਉਹਦੇ ਤੋਂ ਜਿੰਨਾ ਬਚਿਆ ਜਾਵੇ, ਕਿਉਂਕਿ ਸਾਡੇ ਇੱਥੇ ਪਲੇਟਲੇਟਸ ਬੜੇ ਘੱਟ ਰਹੇ ਨੇ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ। ਵੀਕਨੈਸ ਹੋ ਰਹੀ ਆ, ਉਹ ਡੇਂਗੂ ਕਰਕੇ ਆ ਜਾਂ ਕਿਵੇਂ ਆ, ਸਮਝ ਨਹੀਂ ਲੱਗ ਰਹੀ ਲੋਕਾਂ ਨੂੰ। ਟੈਂਪਰੇਚਰ ਉਹਨਾਂ ਹੋ ਨਹੀਂ ਰਿਹਾ, ਇੱਕ ਦਿਨ ਮਾੜਾ ਜਿਹਾ 99 ਹੁੰਦਾ ਤੇ ਏਦਾਂ। ਉਹ ਹੁਣ ਪਲੇਟਲੇਟਸ ਵਗੈਰਾ ਸਾਰਾ ਇਹ ਡਿਪਰੈਸ਼ਨ ਦੇ ਨਾਲ ਚੀਜ਼ਾਂ ਦਾ ਸੰਬੰਧ ਆ, ਬੋਨ ਮੈਰੋਜ਼ ਦਾ ਸਾਰਾ ਇਹ ਡੀਪ ਜਿਹੜਾ ਹੈ। ਤਾਂ ਇਸ ਕਰਕੇ ਮੇਨ ਚੀਜ਼ ਇਹ ਆ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜ਼ਿਆਦਾ ਖਿਆਲ ਆਪਣੇ ਮਨ ਤੇ ਭਾਰੀ ਨਾ ਪੈਣ ਤੋਂ ਇਸ ਟਾਈਮ, ਵੀ ਓਵਰ ਥਿੰਕਿੰਗ ਜਾਂ ਜ਼ਿਆਦਾ ਸੋਚਣਾ। ਮੇਰੀ ਜਿਹੜੀ ਇਸ ਵੇਲੇ ਜਿਹੜੀ ਇਹ ਚੀਜ਼ ਮੈਂ ਮਤਲਬ ਇਸ ਡਿਸੀਜਨ ਤੇ ਪਹੁੰਚਦਾ ਹੈਗਾ, ਰੋਜ਼ ਮੈਂ ਕਰਦਾ ਹੈਗਾ ਵੀ ਕੋਈ ਚੀਜ਼ ਮਾਈਂਡ ਤੇ ਹੈਵੀ ਨਾ ਹੋਣ ਦਿਓ, ਪ੍ਰੀਕਾਸ਼ਨ ਪੂਰੇ ਲਾਓ। ਵੀ ਅਗਰ ਤੁਹਾਡੇ ਕੋਲ ਕੋਈ ਪ੍ਰੀਕਾਸ਼ਨ ਘਟ ਜਾਂਦਾ ਹੈਗਾ, ਤੁਹਾਡੇ ਮਾਈਂਡ ਤੇ ਅਸਰ ਪੈ ਜਾਂਦਾ ਵੀ ਕਿਤੇ ਉਤੋਂ ਨਾ ਹੋ ਗਿਆ, ਉਤੋਂ ਨਾ ਹੋ ਗਿਆ, ਆਪਣੇ ਆਪ ਨੂੰ ਪ੍ਰਿਪੇਅਰ ਰੱਖੋ, ਪ੍ਰੀਕਾਸ਼ਨ ਆਪਣੇ ਪੂਰੇ ਲਾਓ ਤਾਂ ਕਿ ਤੁਹਾਡੇ ਮਾਈਂਡ ਤੇ ਕੋਈ ਚੀਜ਼ ਹੈਵੀ ਨਾ ਹੋਵੇ, ਜਿਹਨਾਂ ਤੁਹਾਡਾ ਮਾਈਂਡ ਸਟਰੋਂਗ ਰਹੇ। ਮੈਂ ਇਹ ਚੀਜ਼ ਆ ਇਸ ਵੇਲੇ। ਹਾਂਜੀ, ਮੈਂ ਲਾਸਟ ਤੁਹਾਨੂੰ ਯਾਦ ਹੋਊਗਾ ਇੱਕ ਲੈਕਚਰ ਦੇ ਵਿੱਚ ਤੁਹਾਨੂੰ ਐਕਸਰਸਾਈਜ਼ ਦੱਸੀਆਂ ਸੀਗੀਆਂ, ਬਰੀਥਿੰਗ ਐਕਸਰਸਾਈਜ਼ ਦੱਸੀਆਂ ਸੀ। ਮੈਂ ਦੱਸਿਆ ਵੀ 15 ਮਿੰਟ ਦਾ ਵਰਕਆਊਟ ਜ਼ਰੂਰ ਰੱਖੋ। ਜਿਹੜਾ ਬੰਦਾ ਐਕਸਰਸਾਈਜ਼ ਕਰਦਾ ਨਾ, ਉਹਦੇ ਚ ਇੱਕ ਤਾਂ ਵੈਸੇ ਹੀ ਕੌਨਫੀਡੈਂਸ ਬਣ ਜਾਂਦਾ ਹੈਗਾ, ਕਿਉਂਕਿ ਜਦੋਂ ਤੁਸੀਂ ਐਕਸਰਸਾਈਜ਼ ਕਰਦੇ ਹੋ, ਜਿਵੇਂ ਅੱਜ ਕੱਲ੍ਹ ਇਹਨਾਂ ਨੇ 2 ਫਾਰਮੂਲੇ ਸਾਨੂੰ ਦੱਸੇ ਨੇ, ਇਹ ਮੈਦਾਂਤਾ ਦੇ ਡਾਕਟਰਸ ਦਾ ਸੀਗਾ ਕਿ 6 ਮਿੰਟ ਵਾਕ ਜਿਹੜੀ ਕਰੋ ਤੁਸੀਂ, ਤੇ ਉਸ ਤੋਂ ਬਾਅਦ ਸੈਚੂਰੇਸ਼ਨ ਪੁਆਇੰਟ ਦੇਖੋ। ਚਲੋ ਉਹਦਾ ਕਰੋਨਾ ਜਿਹੜਾ ਪੋਜ਼ਿਟਿਵ ਆ, ਜ਼ਿਆਦਾ ਉਹਨੂੰ ਡੀਪਲੀ ਲੋੜ ਆ ਵੀ ਸੈਚੂਰੇਸ਼ਨ ਦਾ ਨਹੀਂ ਘਟ ਰਹੀ, ਪਰ ਭਾਜੀ ਜੇ ਤੁਸੀਂ 15 ਮਿੰਟ ਐਕਸਰਸਾਈਜ਼ ਕਰਦੇ ਹੋ ਨਾ ਖੁੱਲ ਕੇ, ਤੇ ਤੁਹਾਨੂੰ ਸਾਹ ਨਹੀਂ ਚੜਦਾ, ਬੰਦੇ ਦੇ ਚ ਆਪੇ ਹੀ ਕੌਨਫੀਡੈਂਸ ਆ ਜਾਂਦਾ ਵੀ ਯਾਰ ਮੈਂ ਠੀਕ ਆ, ਮੈਂ ਫਿੱਟ ਆ। ਤੇ ਜੇਕਰ ਤੁਸੀਂ ਆਪਾਂ ਪਏ ਰਹਿਣਾ ਬੈੱਡ ਤੇ ਜਾਂ ਖਾਈ ਜਾਣਾ, ਤੇ ਉਸ ਤੋਂ ਬਾਅਦ ਡਰ ਜਿਹੜਾ ਜ਼ਿਆਦਾ ਹਾਵੀ ਹੁੰਦਾ। ਕਿਉਂਕਿ ਜੇ ਥੋੜਾ ਜਿਹਾ ਬੰਦਾ ਆਪਣੀ ਪੰਪਿੰਗ ਇੱਕ ਵਾਰੀ ਦਿਨ ਚ ਫਾਸਟ ਕਰੇ ਨਾ, ਤੇ ਉਹਦੀ ਥੋੜੀ ਦੇਰ ਬਾਅਦ ਇੰਨਾ ਕੁ ਫਿੱਟ ਹੋ ਜਾਂਦਾ ਕਿ ਉਹਨੂੰ ਸਾਹ ਚੜਨ ਤੋਂ ਹਟ ਜਾਂਦਾ। ਇਹ ਚੀਜ਼ਾਂ ਕੌਨਫੀਡੈਂਸ ਦਿੰਦੀਆਂ ਨੇ। ਬਾਕੀ ਜਿਹੜਾ ਇਹਦਾ ਡਾਇਰੈਕਟ ਸੰਬੰਧ ਤਾਂ ਜਿਹੜਾ ਹੈਗਾ ਹੀ ਆ ਕਿ ਜਦੋਂ ਹਾਰਟ ਨੂੰ, ਬ੍ਰੇਨ ਨੂੰ ਤੁਹਾਡੇ ਫਰੈਸ਼ ਬਲੱਡ ਦੀ ਸਪਲਾਈ ਫਾਸਟ ਹੁੰਦੀ, ਤੇਜ਼ ਹੁੰਦੀ ਆ, ਤਾਂ ਇਹ ਚੀਜ਼ਾਂ ਆਰਗਨ ਸਟਰੋਂਗ ਹੁੰਦੇ ਆ। ਪਰ ਇਹਨਾਂ ਦਿਨਾਂ ਦੇ ਵਿੱਚ ਸਪੈਸ਼ਲੀ ਐਕਸਰਸਾਈਜ਼ ਕਰਨੀ ਜ਼ਰੂਰੀ ਆ, ਕਿਉਂਕਿ ਇਹ ਚੀਜ਼ ਵੀ ਤੁਹਾਨੂੰ ਕੌਨਫੀਡੈਂਸ ਦਿਓ। ਹਰ ਕੰਮ ਕਰੋ ਜਿਹੜਾ ਤੁਹਾਡਾ ਇਧਰੋਂ ਧਿਆਨ ਹਟਾਉਂਦਾ ਇਹ ਸੋਚ ਵੱਲੋਂ, ਤੇ ਕੌਨਫੀਡੈਂਸ ਜਿਹੜਾ ਤੁਹਾਡਾ ਵਧਾਉਂਦਾ, ਉਹ ਹਰ ਕੰਮ ਕਰੋ। ਸਿਰਫ ਨਿਊਜ਼ ਜਿਹੜੀ ਆ ਅਵੇਅਰਨੈਸ ਨਹੀਂ ਦੇਖੋ, ਗਵਰਨਮੈਂਟ ਦੀਆਂ ਰੂਲਸ ਐਂਡ ਰੈਗੂਲੇਸ਼ਨਸ ਵੀ ਦੇਖੋ ਕਿ ਨੈਕਸਟ ਆਈਆਂ ਨੇ। ਸਿਰਫ ਇਨਫੋਰਮੇਸ਼ਨ ਵਾਸਤੇ ਇੱਕ ਦੋ ਵਾਰ ਜਿਹੜੀ ਨਿਊਜ਼ ਜਿਹੜੀ ਆ ਜਸਟ ਵਾਚ ਕਰ ਲਓ, ਜ਼ਿਆਦਾ ਹਾਵੀ ਨਾ ਹੋਣ ਦਿਓ। ਕਿਉਂਕਿ ਸਭ ਤੋਂ ਵਧੀਆ ਜਿਹੜਾ ਸਭ ਤੋਂ ਵਧੀਆ ਇੱਕ ਮੈਥਡ ਤੁਸੀਂ ਡਾਕਟਰ ਨੇ ਦੱਸਿਆ ਹੈਗਾ ਵੀ ਆਪਣੇ ਆਪ ਨੂੰ ਸਕੈਨ ਕਰਨਾ, ਉਹ ਮੈਨੂੰ ਬਹੁਤ ਵਧੀਆ ਲੱਗਿਆ ਹੈਗਾ। ਵੀ ਆਪਣੇ ਆਪ ਨੂੰ ਸਕੈਨ ਕਰਨ ਦਾ ਮਤਲਬ ਇਹ ਹੁੰਦਾ ਵੀ ਤੁਸੀਂ ਕਿਤੇ ਗਲਤ ਰਸਤੇ ਪੈ ਗਏ, ਤੁਸੀਂ ਜਿੰਨੇ ਜਲਦੀ ਪੁੱਛ ਲਓਗੇ ਕਿਸੇ ਨੂੰ, ਉਨੀ ਜਲਦੀ ਵਾਪਸ ਆ ਜਾਓਗੇ। ਆਪਣੇ ਆਪ ਨੂੰ ਸਕੈਨ ਕਰਨਾ, ਤੁਹਾਨੂੰ ਪਤਾ ਲੱਗ ਜਾਏ ਤੁਹਾਡੀ ਗਲਤੀ ਕਿੱਥੇ ਹੋਈ ਹੈ। ਬਿਲਕੁਲ ਬਿਲਕੁਲ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੈਂ ਕੁਝ ਕਹਿਣਾ ਚਾਹੁੰਦਾ ਜੀ। ਹਾਂਜੀ ਹਾਂਜੀ, ਆਪਣੇ ਕੋਲ ਲਾਸਟ ਹੈਗੇ 2-4 ਮਿੰਟ। ਹਾਂਜੀ ਠੀਕ ਹੈ। ਉਹ ਮਤਲਬ ਕਿ ਜਿੱਦਾਂ ਹੁਣ ਜਿੱਦਾਂ ਕਹਿੰਦੇ ਨਾ, ਹਰ ਇੱਕ ਬੰਦੇ ਦੀ ਆਪਣੀ ਆਪਣੀ ਸੋਚਣੀ ਹੁੰਦੀ ਹੈਗੀ ਹੈ ਨਾ, ਰਾਈਟ। ਤੇ ਜਦੋਂ ਹੁਣ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਨਾ, ਜਿੱਦਾਂ ਉਹ ਗੱਲ ਚੱਲ ਰਹੀ ਹੈਗੀ ਆ ਕਿ ਜਦੋਂ ਤੁਸੀਂ ਸੋਚ ਲੈਂਦੇ ਆ ਕਿ ਮੈਂ ਫਲੂ ਹੋ ਜਾਂਦਾ ਬੰਦੇ ਨੂੰ, ਉਹਦੀ ਸਿੱਧੀ ਉਧਰ ਨਹੀਂ ਚੱਲ ਜਾਂਦੀ ਹੈਗੀ ਆ ਕਿ ਸ਼ਾਇਦ ਮੈਨੂੰ ਕਰੋਨਾ ਹੋ ਗਿਆ। ਵਾਟ ਹੈਪਨਸ ਇਜ਼ ਕਿ ਤੁਹਾਡਾ ਜਿਹੜਾ ਇਮਿਊਨ ਸਿਸਟਮ ਹੈ ਨਾ, ਉਹਦੇ ਤੁਹਾਡੀ ਥਿੰਕਿੰਗ, ਉਹ ਵੀ ਸਟ੍ਰੈਸ ਹੈ ਜਾਂ ਸਭ ਕੁਝ ਡਾਊਨ ਹੋ ਜਾਂਦੀ ਹੈ, ਰਾਈਟ। ਤੁਹਾਡਾ ਸਰੀਰ ਵੀ ਤੁਹਾਡੇ ਮਾਈਂਡ 'ਚ ਇਹ ਚੀਜ਼ ਆ ਜਾਂਦੀ ਹੈਗੀ ਆ ਕਿ ਤੁਸੀਂ
you know you have a corona, right? ਤੇ ਫਿਰ ਕੀ ਹੁੰਦਾ ਹੈਗਾ ਨਾ, ਸਾਰਾ ਕੁਝ ਤੁਹਾਡੀ ਬਾਡੀ ਦਾ ਲੈਵਲ ਡਾਊਨ ਹੋ ਜਾਂਦਾ। ਉਹ ਜੇ ਵੀ ਮਾੜਾ ਮੋਟਾ ਤੁਸੀਂ ਬਾਹਰ ਜਾਂਦੇ ਵੀ ਨਾ, you have more chances of getting corona, ਉਹ ਮਤਲਬ ਕਿਉਂਕਿ ਤੁਹਾਡਾ ਇਮਿਊਨ ਸਿਸਟਮ ਪਹਿਲੇ ਜਿੱਦਾਂ ਹੁਣ ਐਕਸਰਸਾਈਜ਼ ਦੀ ਗੱਲ ਚੱਲ ਰਹੀ ਹੈ ਸੀ ਨਾ, ਫਿਰ ਜਦੋਂ ਤੁਸੀਂ ਐਕਸਰਸਾਈਜ਼ ਕਰਦੇ ਨਾ you feel yourself good, ਤੇ ਫਿਰ ਉਹ ਤੁਹਾਡੇ ਮਨ 'ਚ ਉਹ ਚੀਜ਼ ਚੱਕੀ ਜਾਂਦੀ ਹੈਗੀ ਆ, ਹਨਾ, ਉੱਦਾਂ ਹੀ ਕੁਦਰਤੀ ਖਤਮ ਹੋ ਜਾਂਦੀ ਆ। ਪਰ instead is the other way around, ਜਦੋਂ ਤੁਸੀਂ ਇਹ ਸੋਚਣ ਲੱਗ ਪੈਂਦੇ ਆ ਤਾਂ ਤੁਹਾਡਾ ਜਿਹੜਾ ਸਿਸਟਮ ਬਾਡੀ ਦਾ ਡਾਊਨ ਡਰਾਪ ਹੋ ਜਾਂਦਾ, ਤੇ ਤੁਹਾਨੂੰ ਚਾਂਸਸ ਜ਼ਿਆਦਾ ਹੋ ਜਾਂਦੇ ਹੈਗੇ ਆ ਕਰੋਨਾ ਹੋਣ ਦੇ। ਠੀਕ ਹੈ ਸਰ, ਮੈਂ ਇੱਕ ਜੇ ਤੁਹਾਡੇ 2 ਮਿੰਟ ਲੈ ਲਵਾਂ, ਕਿਉਂਕਿ ਉਹ ਸਾਡੇ ਇੱਥੇ ਪੰਜਾਬ ਦੇ ਵਿੱਚ ਮੈਂ ਕਾਉਂਸਲਿੰਗ ਦੇ ਵਿੱਚ ਯੂਜ਼ ਕਰ ਰਿਹਾ, ਮੇਰੀ ਉਹਦੇ ਤੇ ਵੀਡੀਓ ਵੀ ਆ ਰਹੀ ਹੈਗੀ ਇੱਕ। ਜਿਹੜੀ ਆ ਨੈਗੇਟਿਵ ਥਿੰਕਿੰਗ ਦੇ ਕਾਰਨ, ਇਹ 3-4 ਕਾਰਨ ਨੇ ਪੰਜਾਬ ਦੇ ਵਿੱਚ ਜਿਹੜੇ ਇੱਥੇ ਫੈਲੇ ਹੋਏ। ਮੈਂ ਪੰਜਾਬ ਦੀ ਗੱਲ ਕਰੂੰਗਾ ਕਿਉਂਕਿ ਮੈਂ ਤੁਹਾਡੇ ਨਾਲ ਤਾਂ ਸ਼ੇਅਰ ਕਰ ਰਿਹਾ ਕਿਉਂਕਿ ਤੁਹਾਡੇ ਰਿਲੇਟਿਵਸ ਨੇ ਇੱਥੇ। ਤਾਂ ਅਸੀਂ ਪੰਜਾਬੀ, ਤੁਹਾਡੀ ਗੱਲ ਜਿਹੜੀ ਆ, ਕਿਉਂਕਿ ਤੁਹਾਡੇ ਤੇ ਸਾਨੂੰ ਬਹੁਤ ਫੇਦ ਆ, ਜੋ ਵੀ ਸਾਨੂੰ ਬੰਦੇ ਦੱਸਦੇ ਨੇ ਇੱਥੇ ਪੰਜਾਬੀਆਂ ਨੂੰ, ਤੇ ਰਿਸ਼ਤੇਦਾਰ ਬਹੁਤ ਛੇਤੀ ਚੀਜ਼ ਨੂੰ ਫੋਲੋ ਕਰਦੇ ਨੇ। ਕੁਛ ਇੱਕ ਮਿਸਕਨਸੈਪਸ਼ਨ ਜਿਹੜੀਆਂ ਨੇ, ਭੁਲੇਖੇ ਨੇ, ਮੈਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਵੀਡੀਓ ਦੇ ਵਿੱਚ, ਪਰ ਮੈਂ 2-3 ਪੁਆਇੰਟ ਤੁਹਾਨੂੰ ਫਾਸਟ ਸ਼ੇਅਰ ਕਰ ਦਿੰਦਾ। ਪਹਿਲਾ ਇੱਥੇ ਭੁਲੇਖਾ ਇਹ ਪਾਇਆ ਗਿਆ ਕਿ ਕਰੋਨਾ ਨਾਂ ਦੀ ਕੋਈ ਬਿਮਾਰੀ ਨਹੀਂ ਹੈ, ਠੀਕ ਹੈ ਜੀ, ਕਿਉਂਕਿ ਇਨਸਾਨ ਦਾ ਜਿਹੜਾ ਮਨ ਹੈਗਾ ਉਹ ਜਾਂ ਤਾਂ ਸਹਾਰਾ ਭਾਲਦਾ, ਤੇ ਜਦੋਂ ਕਿਸੇ ਸਹਾਰਾ ਬੰਦੇ ਨੂੰ, ਇੱਕ ਟ੍ਰੀਟਮੈਂਟ ਦਾ ਸਹਾਰਾ ਹੁੰਦਾ, ਇੱਕ ਹੁੰਦਾ ਕਿ ਹੱਥ ਵਾਲਾ ਜਾਂ ਬਾਬੇ ਜਿਹੜੇ ਆ ਉਹਨਾਂ ਕੋਲ ਜਾ ਕੇ ਠੀਕ ਹੋ ਜਾਊਗਾ, ਤੇ ਉਹ ਸਿੰਪਲ ਹੁੰਦਾ। ਇਸੇ ਕਰਕੇ ਜਦੋਂ ਕਿਸੇ ਨੂੰ ਇਹ ਦੱਸਿਆ ਜਾਵੇ ਕਰੋਨਾ ਭਿਆਨਕ ਬਿਮਾਰੀ ਹੈ, ਦੂਜਾ ਦੱਸਿਆ ਜਾਵੇ ਹੈ ਨਹੀਂ, ਇਨਸਾਨ ਦਾ ਮਨ ਨੂੰ ਉਹਦਾ ਸਹਾਰਾ ਦਿੰਦੀ ਹੈ ਚੀਜ਼ ਵੀ, ਯਾਰ ਇਹ ਤਾਂ ਹੈ ਹੀ ਨਹੀਂ ਬਿਮਾਰੀ। ਜਾਂ ਇਨਸਾਨ ਕਿਤੇ ਨਾ ਕਿਤੇ ਬਾਗੀ ਹੋਣਾ ਚਾਹੁੰਦਾ, ਰਿਵੋਲਟ ਕਰਨਾ ਚਾਹੁੰਦਾ ਸਿਸਟਮ ਤੋਂ। ਚਲੋ ਇਸ ਨੂੰ ਨਹੀਂ ਆਪਾਂ ਗੱਲ ਕਰਦੇ। ਤਾਂ ਇਹਦੇ ਵਿੱਚ ਕੀ ਸੀਗਾ ਕਿ ਕੁਝ ਲੋਕਾਂ ਨੇ ਕਿਹਾ ਕਿ ਜੀ 1% ਜਾਂ 2% ਪਾਪੂਲੇਸ਼ਨ ਜਿਹੜੀ ਹੈਗੀ ਆ, ਉਹ ਮਤਲਬ ਇਹਦੇ ਵਿੱਚ ਸਿਰਫ 80 ਤੋਂ 85% ਨੂੰ ਇਹਦੇ ਵਿੱਚ ਇਹ ਸਿੰਪਟੋਮੈਟਿਕ ਹੁੰਦੇ ਨੇ, ਸਿੰਪਟਮ ਨਹੀਂ ਆਉਂਦੇ। 10-15% ਜਿਹੜੇ ਪਿਛਲੇ 10 ਰਹਿ ਗਏ, ਉਹਨਾਂ ਨੂੰ ਥੋੜੀ ਜੀ ਹਸਪੀਟਲਾਈਜ਼ ਹੋਣ ਦੀ ਲੋੜ ਪਏਗੀ, ਤੇ ਜਿਹੜਾ ਮੋਰਟੈਲਿਟੀ ਰੇਟ ਆ 1-2% ਆ। ਪਰ 1-2% ਵੀ ਜਿਹੜਾ ਹੈਗਾ, ਇੰਡੀਆ ਦੀ ਆਬਾਦੀ 140 ਕਰੋੜ ਆ, ਤਾਂ ਉਹਦੇ ਨਾਲ ਇਹ ਹੁੰਦਾ ਹੈਗਾ ਕਿ ਸਮਝ ਲਓ ਤੁਸੀਂ ਉਹਦੇ ਨਾਲ ਜੇ 140 ਦੇ ਨਾਲ ਤੁਸੀਂ 2% ਕਰੋ ਤਾਂ 2.25 ਕਰੋੜ ਬਣ ਜਾਂਦੇ ਆ, ਵੀ ਜੇ ਆਪਾਂ ਉਸ ਚੀਜ਼ ਨੂੰ ਮੰਨੀਏ। ਚਲੋ ਇਹਨੂੰ ਵੀ ਛੱਡ ਦਿੰਦੇ ਆ। ਜੇਕਰ ਇਹ ਕਾਮਨ ਵਾਇਰਸ ਹੋਵੇ ਤਾਂ ਮੇਰੇ ਇੱਕ ਨੋਨ ਪਰਸਨ ਦੀ, ਹੁਸ਼ਿਆਰਪੁਰ ਦੇ ਵਿੱਚ ਸਾਡੇ ਨਾਲ ਇੱਕ ਬੰਦਾ ਸੀ, ਮੈਨੂੰ ਰੀਸੈਂਟ ਖਬਰ ਮਿਲੀ ਆ ਕਿ ਉਹਦੀ ਪਹਿਲਾਂ ਜਿਹੜੇ ਸੀਗੇ ਇਨ-ਲॉज, ਉਹਨਾਂ ਨੂੰ ਕਰੋਨਾ ਹੋਇਆ, ਉਹਨਾਂ ਤੋਂ ਉਹਦੀ ਮਿਸਿਜ ਦਿੱਲੀ ਗਈ, ਉਹਨੂੰ ਹੋਇਆ, ਤੇ ਉਸ ਤੋਂ ਬਾਅਦ ਉਸ ਬੰਦੇ ਨੂੰ ਖੁਦ ਹੋਇਆ। ਉਹਦੇ ਇਨ-ਲॉज ਦੀ ਵੀ ਡੈਥ ਹੋ ਗਈ, ਉਹਦੀ ਵਾਈਫ ਦੀ ਵੀ ਡੈਥ ਹੋ ਗਈ, ਉਹ ਬੰਦੇ ਦੀ ਵੀ ਡੈਥ ਹੋ ਗਈ। ਬੜੀ ਸੈਡ ਨਿਊਜ਼ ਸੀ ਸਾਡੇ ਲਈ, ਬੱਚੀਆਂ ਉਹਨਾਂ ਦੇ 2 ਬੇਟੀਆਂ ਨੇ ਇਕੱਲੀਆਂ ਰਹਿ ਗਈਆਂ। ਜੇ ਇਹ ਕਾਮਨ ਫਲੂ ਆ ਤਾਂ ਇਸ ਦੇ ਵਿੱਚ ਇੰਨਾ ਖਤਰਨਾਕ ਕਿਉਂ ਆ? ਕਾਮਨ ਫਲੂ ਜਦੋਂ ਹੁੰਦਾ ਸੀ ਤਾਂ ਉਹਦੇ ਵਿੱਚ ਕੀ ਹੁੰਦਾ ਸੀਗਾ ਕਿ ਮੈਨੂੰ ਕੋਲਡ ਹੋਇਆ, ਜ਼ੁਕਾਮ ਹੋਇਆ, ਖੰਘ ਹੋਈ, ਤੇ ਦੂਜਿਆਂ ਨੂੰ ਵੀ ਹੋ ਜਾਂਦਾ ਸੀ, ਪਰ ਏਦਾਂ ਦਾ ਮੋਰਟੈਲਿਟੀ ਰੇਟ ਨਹੀਂ ਸੀ। ਇਸ ਕਰਕੇ ਇਹਨੂੰ ਕਾਮਨ ਫਲੂ ਜਦੋਂ ਆਪਾਂ ਗੱਲ ਕਰਦੇ ਆ ਨਾ, ਲੋਕ ਸਾਨੂੰ ਹੌਸਲਾ ਹੋ ਜਾਂਦਾ, ਡਰ ਦੀ ਕੋਈ ਲੋੜ ਨਹੀਂ, ਪਰ ਇਹ ਕਾਮਨ ਫਲੂ ਨਹੀਂ ਹੈ। ਪਹਿਲੀ ਮਿਸਕਨਸੈਪਸ਼ਨ ਮੈਂ ਉਹਦੇ 'ਚ ਇਹ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹਨੂੰ ਲਾਈਟਲੀ ਨਾ ਲਿਆ ਜਾਵੇ ਕਿ ਕਾਮਨ ਫਲੂ ਵਾਂਗੂ। ਦੂਜਾ ਇੱਕ ਇੱਥੇ ਭੁਲੇਖਾ ਪਾਇਆ ਗਿਆ ਕਿ ਜੇ ਤੁਸੀਂ ਹਸਪੀਟਲ ਜਾਂਦੇ ਹੋ ਤਾਂ ਤੁਹਾਡੇ ਬਾਡੀ ਦੇ ਅੰਗ ਕੱਢ ਲਏ ਜਾਂਦੇ ਆ। ਇਹਦੇ ਮੈਂ ਤੁਹਾਨੂੰ ਇੱਕ ਲੌਜੀਕਲ ਜਵਾਬ ਦਿੰਦਾ। ਅੱਜ ਕੱਲ ਤਾਂ ਇੰਨੇ ਕੁ ਲੋਕ ਅਵੇਅਰ ਹੋ ਗਏ, ਇਹ ਵੀ ਪਤਾ ਲੱਗਿਆ ਕਿ ਜੀ ਫਲਾਣੇ ਪਿੰਡ ਦੇ ਵਿੱਚ, ਮੈਨੂੰ ਇੱਕ ਡਾਕਟਰ ਨੇ, ਹੋਮਿਓਪੈਥੀ ਵਾਲਿਆਂ ਨੇ ਇਹ ਗੱਲ ਦੱਸੀ ਕਿ ਜੀ ਇੱਕ ਪਿੰਡ ਦੇ ਵਿੱਚ ਉਹ ਕਹਿੰਦੇ ਕਿ ਲਾਸ਼ ਦਾ ਸੰਸਕਾਰ ਜਿਹੜਾ ਹੈਗਾ ਉਹੀ ਕਰਕੇ ਜਾਣਗੇ, ਤੇ ਇਹ ਗੱਲ ਅੱਜ ਤੋਂ 5-6 ਮਹੀਨੇ ਪੁਰਾਣੀ ਆ, ਤੇ ਉਹਨਾਂ ਨੇ ਧੱਕੇ ਨਾਲ ਲਾਸ਼ ਖੋਲ ਲਈ ਤੇ ਉਹਦੇ ਵਿੱਚ ਤਾਂ ਬਾਡੀ ਦੇ ਚ ਅੰਗ ਹੀ ਨਹੀਂ ਸੀ। ਮੈਂ ਉਹਨਾਂ ਨੂੰ ਇਹ ਕਹਿਣਾ ਵੀ ਅੱਜ ਦੇ ਟਾਈਮ ਤੇ ਲੋਕ ਇੰਨੇ ਅਵੇਅਰ ਹੋ ਗਏ ਕਿ ਜੇ ਇੱਕ ਪੁਲਿਸ ਵਾਲਾ 2 ਆਂਡੇ ਚੱਕ ਲੈਂਦਾ, ਉਹਦੀ ਵੀਡੀਓ ਤਾਂ ਵਾਇਰਲ ਹੋ ਜਾਂਦੀ ਜੰਗਲ ਦੀ ਅੱਗ ਵਾਂਗੂ। ਇੱਕ ਪਿੰਡ ਦੇ ਵਿੱਚ ਇੱਕ ਡੈੱਡ ਬੋਡੀ ਆਈ ਹੋਵੇ, ਉਹਨੂੰ ਲੋਕਾਂ ਨੇ ਖੋਲਿਆ ਹੋਵੇ, ਉਹਦੇ ਚ ਆਰਗਨਸ ਨਾ ਹੋਣ, ਉਹਦੀ ਇੱਕ ਵੀ ਵੀਡੀਓ ਤੁਹਾਡੇ ਕੋਲੇ ਆਈ ਆ? ਉਹ ਕਿਹੜਾ ਪਿੰਡ ਸੀ ਉਹਦਾ ਨਾਂ ਨਹੀਂ ਸਾਨੂੰ ਪਤਾ, ਉਹ ਕਿਹੜਾ ਪਰਿਵਾਰ ਸੀ ਉਹਦਾ ਸਾਨੂੰ ਨਾਂ ਨਹੀਂ ਪਤਾ। ਇਜ਼ ਇਟ ਪੋਸੀਬਲ ਕਿ ਐਡੀ ਵੱਡੀ ਘਟਨਾ ਸੋਸ਼ਲ ਮੀਡੀਆ ਦੇ ਟਾਈਮ ਦੇ ਉੱਤੇ ਲੁਕੀ ਹੋਈ ਰਹਿ ਜੇ? ਦੂਜੀ ਗੱਲ, ਕਿਸੇ ਡਾਕਟਰ ਨੂੰ ਕੰਸਲਟ ਕਰਕੇ ਪੁੱਛੋ ਵੀ ਕਿਡਨੀ ਕਿੱਦਾਂ ਬਦਲਦੀ ਆ। ਕਿਡਨੀ ਟ੍ਰਾਂਸਪਲਾਂਟੇਸ਼ਨ ਜਿਹੜੀ ਆ ਉਹ ਪ੍ਰੋਸੀਜਰ ਕਿੰਨਾ ਕੰਪਲਿਕੇਟਡ ਆ, ਕਿੰਨੇ ਕ੍ਰਾਸ ਮੈਚ ਹੁੰਦੇ ਨੇ ਆਪਸ ਵਿੱਚ ਡੋਨਰ ਦੇ ਤੇ ਜਿਹਨੂੰ ਕਿਡਨੀ ਲਗਾਉਣੀ ਆ। ਸਪੈਸ਼ਲਾਈਜ਼ਡ ਡਾਕਟਰ ਨੇ, ਸਪੈਸ਼ਲਾਈਜ਼ਡ ਹਸਪੀਟਲ ਨੇ, ਕਿ ਕਿਡਨੀ ਕੋਈ ਕਾਰ ਦਾ ਪਾਰਟ ਹੈਗਾ ਵੀ ਉਹ ਇੱਕ ਵਰਕਸ਼ਾਪ ਦੇ ਵਿੱਚ, ਛੋਟੇ ਜਿਹੇ ਹਸਪਤਾਲ ਦੇ ਵਿੱਚ, ਇੱਕ ਕਸਬੇ ਦੇ ਵਿੱਚ ਕੋਈ ਗਿਆ ਬੰਦਾ ਐਡਮਿਟ ਹੋਇਆ, ਉਹਦੀ ਕਿਡਨੀ ਕੱਢ ਕੇ ਫ੍ਰਿਜ 'ਚ ਰੱਖ ਲਈ ਤੇ ਮੁੜ ਕੇ ਕਿਸੇ ਹੋਰ ਦੇ ਲਾਤੀ। ਇਜ਼ ਇਟ ਇੰਨਾ ਸੌਖਾ ਹੈਗਾ ਇਹ ਕੰਮ? ਇਹ ਵੀ ਇੱਕ ਲੋਕਾਂ ਦੇ ਮਨਾਂ ਦੇ ਵਿੱਚ ਡਰ ਪੈਦਾ ਕੀਤਾ ਗਿਆ। ਪਰ ਜੇ ਉਹ ਡਾਕਟਰਸ ਨੂੰ ਕੰਸਲਟ ਕਰਨ ਜਾਂ ਨੈਟ ਤੇ ਦੇਖਣ ਕਿ ਇਹਨਾਂ ਦੇ ਆਪਰੇਸ਼ਨ ਕਿੰਨੇ ਕੰਪਲਿਕੇਟਡ ਨੇ, ਫਿਰ ਉਹਨਾਂ ਨੂੰ ਸਮਝ ਲੱਗੇਗੀ ਕਿ ਬਾਡੀ ਦਾ ਪਾਰਟ ਕੱਢ ਕੇ ਕੋਈ ਫ੍ਰਿਜ 'ਚ ਰੱਖ ਕੇ ਦੂਜੇ ਦੇ ਲਾਉਣਾ
ਉਹ ਵੀ ਲੋਕਲ ਛੋਟੇ-ਛੋਟੇ ਹਸਪਤਾਲ ਜਿੱਥੇ ਸ਼ੱਕ ਕਰੀ ਜਾਂਦੇ ਨੇ, ਉਹਦੇ ਨਾਲ ਕੀ ਹੁੰਦਾ ਕਿ ਲੋਕ ਲੇਟ ਜਾਂਦੇ ਨੇ। ਮੈਂ ਡਾਕਟਰਸ ਨੂੰ ਕੰਸਲਟ ਕਰਕੇ ਪੁੱਛਿਆ ਕਿ ਡੈਥ ਰੇਟ ਕਿਉਂ ਹੋ ਰਹੀਆਂ ਨੇ? ਉਹਦੇ 'ਚ ਸਭ ਤੋਂ ਵੱਡਾ ਕਾਰਨ ਇਹ ਆ ਰਿਹਾ ਕਿ ਲੋਕ ਆਪਣਾ ਜਿਹੜਾ ਹਾਲਤ ਜਦੋਂ ਵਿਗੜ ਰਹੀ ਆ, ਤਾਂ ਡਾਇਗਨੋਜ਼ ਪਹਿਲਾਂ ਤਾਂ ਲੇਟ ਹੁੰਦੇ ਨੇ, ਵੀ ਟੈਸਟ ਹੀ ਨਹੀਂ ਕਰਵਾਉਂਦੇ, ਜਾਂ ਜਦੋਂ ਪ੍ਰੋਬਲਮ ਬਹੁਤ ਵੱਧ ਜਾਂਦੀ ਆ, ਲੰਗਸ ਤੱਕ ਪਹੁੰਚ ਜਾਂਦੀ ਆ, ਉਦੋਂ ਤੱਕ ਡਾਕਟਰ ਕੋਲ ਪਹੁੰਚਦੇ ਨੇ। ਇਸ ਕਰਕੇ ਇਹ ਵੀ ਇੱਕ ਮਿਸਕਨਸੈਪਸ਼ਨ ਆ ਕਿ ਤੁਹਾਡੀ ਬਾਡੀ ਦੇ ਅੰਗ ਕੱਢ ਲਏ ਜਾਣਗੇ। ਤੀਜੀ ਗੱਲ ਜਿਹੜੀ ਵੈਕਸੀਨੇਸ਼ਨ ਬਾਰੇ ਫੈਲਾਈ ਗਈ, ਉਹ ਇਹ ਆਈ ਆ ਕਿ ਪੰਜਾਬ ਦੇ ਵਿੱਚ ਜਦੋਂ ਵੀ ਚੀਜ਼ ਫੈਲੂਗੀ ਜਾਂ ਸਾਡੇ ਕੰਟਰੀਜ਼ ਦੇ ਵਿੱਚ, ਉਹਦਾ ਵੈਕਸੀਨੇਸ਼ਨ ਨਾਲ ਸਿੱਧਾ ਸੰਬੰਧ ਇੰਪੋਟੈਂਸੀ ਨਾਲ ਕਰ ਦਿੰਦੇ ਆ ਜੀ। ਬੱਚੇ ਤੁਹਾਡੇ ਜਿਹੜੇ ਆ ਉਹ ਕੱਲ ਨੂੰ ਬੱਚਾ ਪੈਦਾ ਕਰਨ ਦੇ। ਜੇ ਤੁਸੀਂ ਯਾਦ ਕਰੋ, ਜੇ ਆਪਣੇ 'ਚ 40+ ਏਜ ਵਾਲੇ ਬੈਠੇ ਨੇ, ਜਦੋਂ ਪੋਲੀਓ ਵੈਕਸੀਨੇਸ਼ਨ ਇੰਡੀਆ 'ਚ ਆਈ ਸੀ ਤਾਂ ਸੇਮ ਗੱਲ ਕਹੀ ਗਈ ਸੀ ਕਿ ਬੱਚੇ ਬੱਚਾ ਪੈਦਾ ਨਹੀਂ ਕਰ ਸਕਣਗੇ। ਪਰ ਮੈਨੂੰ ਲੱਗਦਾ ਕਿ ਪੋਲੀਓ ਵੈਕਸੀਨੇਸ਼ਨ ਇੰਨੀ ਕੁ ਦੇਰ ਤੋਂ ਲੱਗ ਰਹੀ ਆ ਸਾਡੇ ਕਿ ਉਹ ਬੱਚੇ ਵਿਆਹੇ ਵੀ ਗਏ ਹੋਣੇ ਉਹਨਾਂ ਵਿੱਚੋਂ, ਤੇ ਬੱਚੇ ਵੀ ਹੋ ਗਏ ਨੇ, ਕੋਈ ਆਈ ਨਹੀਂ। ਹੁਣ ਫਿਰ ਇਹਦੇ ਨਾਲ ਇੰਪੋਟੈਂਸੀ ਨੂੰ ਜੋੜ ਦਿੱਤਾ ਜਾਂਦਾ ਹੈਗਾ ਕਿ ਉਹਦੇ ਕਾਰਨ ਵੀ ਲੋਕ ਜਿਹੜੇ ਸੀ ਪਹਿਲਾਂ ਕਹਿੰਦੇ ਸੀ ਅਸੀਂ ਵੈਕਸੀਨੇਸ਼ਨ ਨਹੀਂ ਲਗਵਾਉਣੀ ਹੈਗੀ। ਇਹ ਕਾਫੀ ਇੱਥੇ ਭਰਮ ਭੁਲੇਖੇ ਨੇ ਜਿਨ੍ਹਾਂ ਦੀ ਮੇਰੀ ਕੋਸ਼ਿਸ਼ ਆ ਵੀ ਦੂਰ ਕੀਤੇ ਜਾਣ। ਹਾਂਜੀ, ਨਹੀਂ ਡਾਕਟਰ ਸਾਹਿਬ ਬਿਲਕੁਲ ਸਹੀ, ਆਪਣੇ ਪ੍ਰੋਫੈਸਰ ਦਾ ਵੀ ਭੁਲੇਖੇ ਕਈ ਦੂਰ ਹੋਣੇ ਚਾਹੀਦੇ। ਐਂਡ ਆਪਣੇ ਹੁਣ ਲਾਸਟ ਟਾਈਮ 1-2 ਮਿੰਟ ਹੈਗੇ ਹੋਰ ਫਿਨਿਸ਼ ਕਰਦੇ ਆ। ਭੁਲੇਖੇ ਦੇ ਵਿੱਚ ਨਾ ਇੱਕ ਮੈਂ ਤੁਹਾਨੂੰ ਗੱਲ ਦੱਸਦਾ ਮਾੜਾ ਜਿਹਾ, ਚਲੋ ਗੱਲ ਭਾਵੇਂ ਜਿੰਨੀ ਮਰਜ਼ੀ ਵੱਡੀ ਬਣ ਕੇ ਤੁਹਾਡੇ ਕੋਲ ਆਈ ਹੋਵੇ, ਪਰ ਗੱਲ ਜਿਹੜੀ ਸ਼ੁਰੂ ਹੁੰਦੀ ਉਹ ਤਾਂ ਸੱਚਾਈ ਤੋਂ ਸ਼ੁਰੂ ਹੁੰਦੀ ਆ। ਨੰਬਰ 1 ਤੇ ਭਾਵੇਂ ਉਹ 1% ਤੋਂ ਸ਼ੁਰੂ ਹੋਵੇ, ਤੇ ਫਿਰ ਅਸੀਂ ਚਲੋ ਸਾਡੇ ਤੱਕ 99% ਬਣ ਕੇ ਪਹੁੰਚੀ ਹੈਗੀ ਹੈ। ਅਸੀਂ 98% ਛੱਡ ਦਿੱਤੀ, ਪਰ 1% ਫੜ ਲਈਦੀ ਆ ਵੀ 1% ਜੋ ਗੱਲ ਕੋਈ ਵੀ ਚੀਜ਼ ਸੱਚਾਈ ਤੋਂ ਸ਼ੁਰੂ ਹੁੰਦੀ ਆ, ਉਹਦਾ ਝੂਠ ਤੱਕ ਸ਼ੁਰੂ ਨਹੀਂ, ਗੱਲ ਨਹੀਂ ਕਦੀ ਹੁੰਦੀ। ਹਾਂਜੀ, ਉਹੀ ਆ, ਮਿਸ ਇਨਫੋਰਮੇਸ਼ਨ ਨਾ ਫੈਲਾਈਏ, ਦੈਟਸ ਗੁੱਡ ਥਿੰਗ। ਤੇ ਲਾਸਟ ਇੰਦਰਬੈਂਸ, ਕੁਛ ਹੋਰ ਕੋਈ ਡੈਲਵਰ ਕਾਉਂਟੀ ਦਾ ਕੋਈ ਅਪਡੇਟ ਹੋਵੇ ਕੁਛ? ਨਹੀਂ ਭਾਈ, ਸੌਰੀ, ਪਹਿਲਾਂ ਭਾਜੀ ਮੇਰੇ ਕੋਲ ਆ ਨਹੀਂ, ਆਈ ਕੈਨ ਜੁਆਇਨ ਯੂ ਗਾਇਸ। ਮੇਰੇ ਕਾਲ ਆ ਗਈ ਸੀ ਤੇ ਮੈਨੂੰ ਜ਼ਰੂਰੀ ਲੈਣੀ ਪਈ। ਪਰ ਕੋਈ ਅਪਡੇਟ ਇੱਦਾਂ ਦੀ ਹੈ ਨਹੀਂ। ਵੈਕਸੀਨ ਲੱਗ ਰਹੀ ਹੈ ਇੱਥੇ ਤਾਂ ਲੱਗ ਰਹੀ ਆ। ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਵੈਕਸੀਨ ਜਿਹੜੀ ਆਪਣੀ ਇੱਥੇ ਦੀ ਆ, ਖਾਸ ਕਰਕੇ ਜੌਨਸਨ ਇੰਡੀਆ ਨੂੰ ਪ੍ਰਚਾਰ ਨੂੰ ਕਰਦੇ ਫਿਰ ਰਹੇ ਹਾਂ। That's good. Thank you. Okay, thanks everyone for joining. So just summarize ਕਰ ਦਵਾਂ ਵੀ every second Sunday means every 15 days ਦੇ ਬਾਅਦ ਆਪਾਂ contact ਕਰਦੇ, ਸਾਡੇ ਨਾਲ expert join ਕਰਦੇ। and thanks everyone for joining again. Okay, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you. Thank you.